सणवत बीज दी सणवत बीज आया आके जब दसिया ਉਹਦਾ ਬੈਣ ਸੁਣਿਆ ਉਹਨੇ। ਕਰਹਾਲੀ ਹੁੰਦੀ ਹੈ, ਕਰਾਉਣਾ ਹੁੰਦਾ ਹੈ। ਜਦ ਕੋਈ ਕਿਸੇ ਦੇ ਚੋਟ ਵੱਜਦੀ ਹੈ ਨਾ, ਕਰਾਉਂਦਾ ਉਹ ਕਰਹਾਲੀ ਹੈ। ਉਹਦਾ ਰੋਦਨ ਸੁਣਿਆ ਉਹਨੇ। ਉਹ ਕਹਿੰਦਾ ਵੀ ਉੱਥੇ ਕੋਈ ਬਾਤ ਨਹੀਂ ਜਾਂਦੀ, ਕੋਈ ਸਵਾਲ ਛੱਡਿਆ ਹੀ ਨਹੀਂ, ਸਾਰੇ ਜਵਾਬ ਉਹਦੇ ਕੋਲ ਹੈਗੇ ਨੇ। ਅਸੀਂ ਕਰਦੇ ਕੀ? ਅਸੀਂ ਕੁਛ ਨਹੀਂ, ਹੱਥ ਖੜੇ ਕਰਤੇ ਆ ਗਏ, ਬੇਬਸੀ ਸਾਬਤ ਕਰਤੀ। ਸੁਣੀ ਕਰਹਾਲੀ ਸਣਵਤ ਬੀਜ ਦੀ। ਇਹਦਾ ਮਤਲਬ ਸਣਵਤ ਬੀਜ ਮਰਿਆ ਨਹੀਂ ਹੈਗਾ, ਉਹਦੀ ਲਾਚਾਰੀ ਦੀਆਂ ਗੱਲਾਂ ਸੁਣੀਆਂ ਤੇ ਲਾਚਾਰ ਹੋ ਗਿਆ ਕਿ ਉਹਦੇ ਰਣ ਵਿੱਚ ਕਿਹਨੇ ਨਾ ਝਾਲੀ ਦੁਰਗਾ ਆਮਦੀ। ਰਣ ਵਿੱਚ ਕਿਹਨਾਂ ਨਾ ਝਾਲੀ ਦੁਰਗਾ ਆਮਦੀ। ਕਿਸੇ ਨੇ ਦੁਰਗਾ ਦੀ ਝਾਲ ਨਹੀਂ ਚੱਲੀ ਰਣ ਵਿੱਚ। ਜਦੋਂ ਸਵਾਲ ਉਹ ਖੁਦ ਕਰਦੀ ਹੈ ਤੇ ਸਾਡੇ ਕੋਲ ਕੋਈ ਜਵਾਬ ਨਹੀਂ। ਜਿਹੜਾ ਸਾਡਾ ਸਵਾਲ ਉਹਨੂੰ ਕੱਟ ਕੇ ਉਹ ਮਾਰਦੀ। ਸਣਵਤ ਬੀਜ ਕੋਈ ਸਣਵਤ ਬੀਜ ਨੋ ਭਰਮ ਗਿਆਨੀ ਹੈ। ਗਿਆਨੀ ਤਾਂ ਹੈ, ਵੱਡਾ ਭਰਮ ਗਿਆਨੀ ਹੈ। ਮਾਹੇ ਲਿਖੇ ਭਰਮ ਗਿਆਨੀ। ਇਹ ਭਰਮ ਗਿਆਨੀ ਹੈ ਜਿਹਨੂੰ ਇੰਨਾ ਗਿਆਨ ਹੈ ਦੁਨੀਆ ਨੂੰ ਭਰਮ ਵੀ ਇਹ ਬ੍ਰਹਮ ਗਿਆਨੀ ਹੈ। ਜਿਵੇਂ ਸੰਤ ਨੂੰ ਲੋਕ ਬ੍ਰਹਮ ਗਿਆਨੀ ਕਹੀ ਜਾਂਦੇ ਨੇ, ਅਸਲ 'ਚ ਭਰਮ ਗਿਆਨੀ ਨੇ ਇਹ। ਜਦ ਅੱਗੇ ਆਉਂਦਾ ਨਾ ਕੋਈ ਗੁਰਮੁਖ, ਪੋਲ ਜਿਆਦਾ ਖੁੱਲ ਜਾਂਦੀ ਹੈ ਤੁਸੀਂ। ਭਰਮ ਗਿਆਨੀ ਨੇ ਇਹ ਸੰਤ ਸਾਧ, ਇਹ ਜਿਹੜੇ ਨੇ ਇਹਨਾਂ ਦੇ ਵਿੱਚ ਇੱਕ ਭਰਮ ਗਿਆਨੀ ਵੀ ਨੇ। ਇਹ ਜਿਹੜੇ ਵਿਦਵਾਨ ਨੇ ਵੀ ਭਰਮ ਗਿਆਨੀ ਹੋਣੇ, ਪੰਡਤ ਵੀ ਭਰਮ ਗਿਆਨੀ ਹੈ। ਪੰਡਤ ਸੰਤ ਨਹੀਂ ਕਹਾਉਂਦਾ ਹੈ, ਸਾਧ ਨਹੀਂ ਕਹਾਉਂਦਾ, ਗਿਆਨਵਾਨ ਕਹਾਉਂਦਾ, ਪਰ ਭਰਮ ਗਿਆਨੀ ਹੈ। ਉਹਦੇ ਗਿਆਨ 'ਚ ਭਰਮ ਹੈ ਨਰਾਈ। ਭਰਮ ਦਾ ਨਾਸ਼ ਕਰਨ ਵਾਲਾ ਗਿਆਨੀ ਹੈ। ਦੇਖੋ, ਇਸ ਕਰਕੇ ਖੁਦ ਭਰਮ ਗਿਆਨੀ ਹੈ। ਰਣ ਵਿੱਚ ਕਿਹਨੇ ਨਾ ਝਾਲੀ ਦੁਰਗਾ ਆਮਦੀ। ਦੁਰਗਾ ਨੂੰ ਕਿਸੇ ਨੇ ਵੀ ਨਹੀਂ ਚੱਲਿਆ ਰਣ ਦੇ ਵਿੱਚ, ਸਾਹਮਣਾ ਕਿਸੇ ਨੇ ਵੀ ਨਹੀਂ ਕੀਤਾ। ਕਿਸੇ ਦੀ ਹਿੰਮਤ ਨਹੀਂ ਹੋਈ ਕਿਸੇ ਗੱਲ ਦਾ ਜਵਾਬ ਦੇਈਏ। ਮੂਰੇ ਕੋਈ ਰੁਕ ਨਹੀਂ ਸਕਿਆ, ਟਿਕ ਨਹੀਂ ਸਕਿਆ ਮੂਰੇ ਕੋਈ। ਬਹੁਤੇ ਵੀਰ ਜਟਾਲੀ ਉੱਠੇ ਆਖ ਕੇ। ਜਿਹੜੇ ਪਿੱਛੇ ਰਹਿੰਦੇ ਸੀ ਨਾ, ਨਹੀਂ ਸੀ ਗਏ ਜੰਗ 'ਚ। ਜਟਾਲੀ, ਬਹੁਤੇ ਵੀਰ ਜਟਾਲੀ। ਰਾਖਸ਼ਾਂ ਦੇ ਵੀ ਜਟਾਂ ਹੁੰਦੀਆਂ ਨੇ, ਦਿਖਾਈਆਂ ਹੋਈਆਂ ਨੇ। ਬਹੁਤੇ ਵੀਰ ਜਟਾਲੀ ਉੱਠੇ ਆਖ ਕੇ, ਚੋਟਾਂ ਬਣ ਤਬਾਲੀ ਜਾਸਣ ਜੁੱਧ ਨੂੰ। ਕਹਿੰਦੇ ਧੌਂਸਾ ਵਜਾਓ ਨਗਾਰਾ, ਅਸੀਂ ਜਾਵਾਂਗੇ, ਅਸੀਂ ਦੇਖਾਂਗੇ ਪਹਿਲਾਂ ਕੀ ਆ ਉਹ। ਇਹਨਾਂ ਤੋਂ ਵੱਡੇ ਨੇ, ਉਹ ਇਹਨਾਂ ਤੋਂ ਜ਼ਿਆਦਾ ਵੱਡੇ ਨੇ, ਇਹਨਾਂ ਤੋਂ ਜ਼ਿਆਦਾ ਗਿਆਨਵਾਨ ਨੇ। ਉਹ ਉੱਠੇ ਨੇ। ਹਾਂਜੀ, ਥਰ ਥਰ ਪ੍ਰਿਥਵੀ ਹਾਲੀ ਦਲਾਂ ਚੜਾਉਂਦਿਆਂ। ਜਦ ਦਲ ਝੜੇ ਸਮਝੋ ਵੀ ਪ੍ਰਿਥਵੀ ਡੋਲ ਗਈ। ਵੀ ਜੇ ਹੁਣ ਆਰ ਪਾਰ ਦੀ ਲੜਾਈ ਹੋ ਜੂ, ਜੇ ਰਕਤ ਬੀਜ ਹਾਰ ਗਿਆ, ਜਿੱਥੇ ਭਰਮ ਹਾਰ ਜਵੇ ਉੱਥੇ ਬਚਦਾ ਕੁਝ ਨਹੀਂ ਹੈ। ਜਿੱਥੇ ਭਰਮ ਗਿਆਨੀ ਹਾਰ ਕੇ ਆ ਗਿਆ, ਇਹਦਾ ਮਤਲਬ ਹੈ ਭਰਮ ਦਾ ਗੜ ਟੁੱਟ ਗਿਆ। ਭਰਮ ਦਾ ਗੜ ਸੀ ਜਿਹੜਾ, ਉਹ ਟੁੱਟ ਗਿਆ। ਭਰਮ ਦੇ ਗੜ ਸੀਗੇ ਜਿਹੜੇ ਰਕਤ ਬੀਜ ਹੈ, ਭਰਮ ਦਾ ਗੜ ਸੀ, ਇਹ ਤਾਂ ਤੋੜਤਾ। ਬਚਿਆ ਕੀ? ਬਚਿਆ ਕੁਛ ਨਹੀਂ। ਸਿਰਫ ਉਹਦਾ ਭਰਮ ਦਾ ਗੜ ਤੋੜਿਆ। ਜਿਹੜਾ ਭਰਮ ਦਾ ਗੜ ਖੜਾ ਕਰਦਾ ਸੀ ਨਾ, ਉਹੀ ਤੋੜਿਆ। ਹੋਰ ਉਹਦੇ ਕੋਲ ਕੁਛ ਗੱਲ ਹੈ ਨਹੀਂ ਸੀ। ਇਹ ਬਹੁਤੇ ਲੋਕ ਸਮਝਣ ਵਾਸਤੇ ਨਹੀਂ ਚਰਚਾ ਕਰਦੇ, ਤੁਹਾਡਾ ਟੈਸਟ ਲੈਣ ਵਾਸਤੇ ਚਰਚਾ ਕਰਦੇ। ਤੁਹਾਡੇ ਕੋਲ ਕੀ ਹੈ? ਜਿਵੇਂ ਯੂਪੀ 'ਚੋਂ ਬੁਲੰਦ ਸ਼ਹਿਰ ਵਾਲਾ ਜਿਹੜਾ ਬਜ਼ੁਰਗ ਸੀ, ਸਿੱਖ ਸੀ, ਪ੍ਰਚਾਰਕ ਸੀ, 77 ਸਾਲ ਦੀ ਉਮਰ ਸੀ, ਉਹ ਮਿਲਿਆ। ਉਹ ਭਰਮ ਗਿਆਨੀ ਸੀ, ਬਹੁਤ ਬੜਾ ਭਰਮ ਸੀ ਕਿ ਮੇਰੇ ਨਾਲ ਕੋਈ ਚਰਚਾ ਨਹੀਂ ਕਰ ਸਕਦਾ। ਸਾਰੇ ਪ੍ਰਚਾਰਕ ਜਿੰਨੇ ਉਹਨੂੰ ਮਿਲਦੇ ਰਹੇ, ਉਹ ਤੋਂ ਭੱਜਦੇ ਹੁੰਦੇ ਸੀ, ਟਿਕ ਨਹੀਂ ਸਕਦੇ ਸੀ ਉਹਦੇ ਮੂਹਰੇ। ਪ੍ਰਮੋਦ ਚੰਦਰ ਨਾਟਕ ਉਹਦੇ ਜਵਾਨੀਆ ਸੀ, ਅਨਪੜ੍ਹ ਸੀ। ਹਾਲਾਂਕਿ ਉਹ ਆਪੇ ਪੰਜਾਬੀ ਪੜ੍ਹਿਆ ਹੋਇਆ ਸੀ ਬੜੀ ਜੀ। ਵੇਦਾਂਤੀਆਂ ਦਾ ਚੇਲਾ ਸੀ ਉਹ, ਵੇਦਾਂਤੀਆਂ ਨੇ ਪੜ੍ਹਾਇਆ ਹੋਇਆ ਸੀ। ਜਦੋਂ ਦੀ ਚਰਚਾ ਹੋਈ, ਉਹ ਸਵਾਲ ਇਹ ਕਰੀ ਗਿਆ। 4 ਘੰਟੇ ਉਹਨੇ ਸਵਾਲ ਕੀਤੇ। ਬਸ ਕੋਈ ਪੌਣਾ ਘੰਟਾ ਪਹਿਲਾਂ ਮੈਨੂੰ ਪਤਾ ਲੱਗਿਆ, ਵੀ 3 ਘੰਟੇ ਦੇ ਬਾਅਦ ਮੈਨੂੰ ਪਤਾ ਲੱਗਿਆ ਵੀ ਇਹ ਕੀ ਕਰ ਰਿਹਾ ਹੈ।
ਕਿੱਧਰ ਨੂੰ ਜਾ ਰਿਹਾ? ਸਮਝਿਆ ਨਹੀਂ? ਨਵੰਬਰ ਦੇ ਆਖਰੀ ਦਿਨ ਸੀ, ਠੰਡ ਹੁੰਦੀ ਹੋਈ ਹੈ, 26-27 ਨਵੰਬਰ ਸੀ, ਬੜੀ ਠੰਡ ਸੀ ਗੰਗਾ ਦੇ ਉੱਤੇ ਯੂਪੀ 'ਚ। ਫਿਰ ਮੈਂ ਉਹਨੂੰ ਕਿਹਾ ਵੀ ਮੈਨੂੰ ਪਤਾ ਲੱਗ ਗਿਆ ਤੂੰ ਕੀ ਚਾਹੁੰਦਾ, ਤੇਰੇ ਕੋਲ ਸਵਾਲ 4 ਨੇ, 4 ਕਰ ਲੈ, ਤੂੰ 4 ਪਾਰਟਾਂ 'ਚ ਕਰੇਗਾ, 2 ਸਵਾਲ ਨੇ। ਜਵਾਬ ਮੇਰੇ ਕੋਲ ਹੈਗਾ, ਹੁਣ ਤੂੰ ਸਿਰੇ ਤੇ ਆ ਗਿਆ, ਕੁਛ ਨਹੀਂ ਰਿਹਾ ਤੇਰੇ ਕੋਲ, ਸਭ ਹਥਿਆਰ ਚਲਾ ਲੈਤੇ। ਪ੍ਰਬੋਧ ਚੰਦ ਦਾ ਨਾਟਕ ਮੇਰਾ ਵੀ ਰਟਿਆ ਹੋਇਆ ਸੀ, ਉਹਦਾ ਵੀ ਰਟਿਆ ਹੋਇਆ ਸੀ। ਪਤਾ ਤਾਂ ਮੈਨੂੰ ਪਹਿਲਾਂ ਹੀ ਲੱਗ ਗਿਆ ਵੀ ਪ੍ਰਬੋਧ ਚੰਦ ਦਾ ਨਾਟਕ 'ਚ ਬੋਲਦਾ। ਗੁਰਬਾਣੀ ਨਹੀਂ ਸੀ ਉਹਨੂੰ ਪਤਾ, ਗੁਰਬਾਣੀ ਦਾ ਭੇਦ ਨਹੀਂ ਸੀ ਉਹਨੂੰ। ਫਿਰ ਉਹ ਕਹਿੰਦਾ ਵੀ ਸਵਾਲ ਜੇ ਤੁਹਾਨੂੰ ਪਤਾ ਵੀ 2 ਰਹਿੰਦੇ ਨੇ, ਬਾਕੀ ਆ 4 ਨੇ, ਸਵਾਲ ਤਾਂ ਇੰਨੇ ਹੀ ਨੇ ਮੇਰੇ, ਬਾਕੀ ਸਵਾਲ ਤਾਂ ਪੂਰੇ ਹੀ ਨੇ। ਫਿਰ ਵੀ ਹੁਣ ਜੇ ਮੈਂ ਸਵਾਲ ਵੀ ਨਹੀਂ ਕਰਨੇ, ਹੁਣ ਜਵਾਬ ਨਹੀਂ ਦੇਣੇ, ਜਵਾਬ ਨਹੀਂ ਮੈਨੂੰ ਲੋੜ, ਮੈਨੂੰ ਜਵਾਬ ਮਿਲ ਗਿਆ ਵੀ 2 ਸਵਾਲ ਨੇ, 4 ਪਾਰਟ ਤੂੰ 4 ਬਣਾ ਕੇ ਕਰ ਸਕਦਾ ਇਹਨਾਂ ਦੇ ਸਵਾਲ। ਜਵਾਬ ਮੈਨੂੰ ਪਤਾ ਕਿ 2 ਰਹਿ ਗਏ, ਹੋ ਰਿਹਾ ਨਹੀਂ ਕੋਈ ਸਵਾਲ ਅੱਗੇ ਜਾ। ਕਹਿੰਦਾ ਹੁਣ ਮੈਂ ਸਵਾਲ ਨਹੀਂ ਕਰਨੇ। ਮੈਂ ਉਹਨੂੰ ਪਹਿਲਾਂ ਇਹ ਕਿਹਾ ਸੀ ਵੀ ਮੈਂ ਸਿਰਫ ਤੇਰੇ ਸਵਾਲ ਨੇ, ਮੈਂ ਜਵਾਬ ਦਿੱਤੇ ਨੇ, ਕੋਈ ਸਵਾਲ ਨਹੀਂ ਕੀਤਾ। ਇੱਕ ਸਵਾਲ ਜਦ ਮੈਂ ਕਰਤਾ ਤੇਰੇ ਕੋਲ ਕੁਛ ਨਹੀਂ ਰਹਿਣਾ, ਇਸ ਕਰਕੇ ਤੂੰ ਪਹਿਲੇ ਥੱਕ ਲੈ ਸਵਾਲ ਕਰਕੇ। ਇੱਕ ਸਵਾਲ ਦਾ ਜਵਾਬ ਤੇਰੇ ਕੋਲ ਨਹੀਂ ਹੈ, ਜੇ ਜਵਾਬ ਨਹੀਂ ਮੈਂ ਸਵਾਲ ਕਾਸ ਨੂੰ ਕਰਨਾ। ਮੈਂ ਤੋਲ ਲਿਆ ਤੈਨੂੰ, ਤੇਰੇ ਕੋਲ ਕੀ ਹੈ। ਮੈਂ ਸਿਰਫ ਇੱਕ ਗੱਲ ਕਹਿਣੀ ਹੈ ਤੈਨੂੰ, ਇਹ ਸਾਬਤ ਕਰਨਾ ਵੀ ਜਿਹੜਾ ਤੇਰਾ ਗੁਰੂ ਹੈ ਉਹ ਭਰਮ ਗਿਆਨੀ ਹੈ, ਉਹ ਭਰਮ ਗਿਆਨੀ ਹੈ, ਉਹਨੂੰ ਭਰਮਾਂਗੇ ਆਪਣੇ ਗਿਆਨ ਦਾ, ਉਹਦੇ ਕੋਲ ਕੁਛ ਨਹੀਂ ਹੈ, ਉਹ ਮੂਰਖ ਹੈ। ਮੂਰਖ ਨਹੀਂ, ਮੂਰਖੰਦ ਘੋਰ ਹੈ। ਉਹ ਕਹਿੰਦਾ ਬਸ ਹੁਣ ਇਹ ਸਾਬਤ ਕਰ ਦਿਓ ਤੁਸੀਂ ਵੀ ਗੁਰੂ ਮੇਰਾ ਮੂਰਖੰਦ ਘੋਰ ਹੈ, ਬਾਕੀ ਮੇਰੀ ਗੱਲ ਖਤਮ ਹੋ ਗਈ। ਜਵਾਬ ਤਾਂ ਮੈਨੂੰ ਮਿਲ ਗਏ, ਹੁਣ ਤੁਸੀਂ ਆਪਣਾ ਮੂਰਖੰਦ ਘੋਰ ਵਾਲੀ ਗੱਲ ਸਾਬਤ ਕਰ ਦਿਓ। ਮੇਰੇ ਨਾਲ ਸਵਾਲ ਕਰਨੇ ਨੇ ਨਾ, ਜਵਾਬ ਮੈਨੂੰ ਮਿਲਣ, ਉਹਦੇ 'ਚ ਜਵਾਬ ਆ ਜਾਊਗਾ ਜੇ ਗੁਰੂ ਮੇਰਾ ਸਾਬਤ ਹੋ ਗਿਆ ਮੂਰਖ ਹੈ। ਜਵਾਬ ਆ ਗਿਆ ਮੈਨੂੰ, ਠੀਕ ਹੈ। ਉਹ ਕਹਿੰਦਾ ਤੇਰਾ ਕੌਣ ਸੀ ਗੁਰੂ? ਵੇਦਾਂਤੀ ਸੀ। ਕਹਿੰਦਾ ਹਾਂ। ਜਿਹਨੇ ਆਪਣਾ ਨਾਂ ਰੱਖਿਆ ਨਾ ਨਿਆਣੇ ਦਾ, ਉਦੋਂ ਉਹਦੇ ਗਿਆਨ ਦਾ ਪਤਾ ਲੱਗ ਜਾਂਦਾ ਵੀ ਇਹਦਾ ਗਿਆਨ ਕਿੰਨਾ। ਜਿਹੜਾ ਆਪਣੇ ਬੱਚਿਆਂ ਦਾ ਨਾਂ ਰੱਖਦਾ, ਉਹਦੇ ਵਿੱਚ ਉਹਨਾਂ ਦੇ ਘਰ ਦਾ ਪਤਾ ਲੱਗ ਜਾਂਦਾ ਵੀ ਘਰ ਕਿਹਾ ਜਾ ਹੈ, ਧਾਰਮਿਕ ਬੰਦੇ ਨੇ। ਜੇ ਤਾਂ ਰਣਜੀਤ ਸਿੰਘ ਲਿਖੂਗਾ ਤਾਂ ਜੰਗੀ ਹੈ, ਜੰਗਜੂ ਆਦਮੀ ਇਹੋ ਜਿਹਾ ਬਣਾਊਗਾ ਜਿਹੋ ਜਿਹਾ ਰਣਜੀਤ ਸਿੰਘ ਸੀਗਾ। ਦੂਆ ਰਣਜੀਤ ਸਿੰਘ ਨਹੀਂ, ਦੂਆ ਉਹ ਵੀ ਰਣਜੀਤ ਸਿੰਘ ਚਾਹੇ ਅੰਦਰ ਹੋਰ ਸੀ, ਜੰਗ ਦੇ ਮੈਦਾਨ 'ਚ ਤਾਂ ਉਹ ਵੀ ਠੀਕ ਸੀ। ਲੜਨ ਨੂੰ ਜੇ ਜਾਊਗਾ ਤਾਂ ਜਿੱਤ ਕੇ ਹੀ ਆਊਗਾ। 2 ਪ੍ਰਕਾਰ ਦੀ ਜੰਗ ਹੈ, ਗਿਆਨ ਚਰਚਾ ਵੀ ਤਾਂ ਜੰਗ ਹੈ। ਗਿਆਨ ਚਰਚਾ ਦਾ ਇਹ ਧਨੀ ਨਹੀਂ ਸੀਗਾ ਰਣਜੀਤ ਸਿੰਘ, ਕਾਣਾ ਸੀ। ਉੱਥੇ ਆ ਕੇ ਕਾਣਾ ਸੀ, ਅੱਖਾਂ ਉੱਥੇ ਗਿਆਨੀ ਨਹੀਂ ਸੀਗਾ। ਜਿਹੜੀ ਸੰਸਾਰੀ ਜੰਗ ਹੈ ਰਾਜਿਆਂ ਵਾਲੀ, ਉਹ ਲੜਦਾ ਸੀ, ਉਹ 'ਚ ਸੀਗਾ ਬਈ। ਉਹ ਨਾਂ ਤੇ ਪਤਾ ਲੱਗ ਜਾਂਦਾ ਤੇਰਾ ਨਾਂ, ਉਹਨੇ ਆਪਣਾ ਨਾਂ ਜਿਹੜਾ ਮੰਨਿਆ, ਉਹ ਮੰਨਿਆ ਆਪਣੇ ਕਿ ਵੇਦਾਂਤੀ। ਮੈਂ ਕਿਹਾ ਵੇਦ ਕਿਹਨੂੰ ਕਹਿੰਦੇ ਨੇ? ਕਹਿੰਦਾ ਗ੍ਰੰਥਾਂ ਨੂੰ। ਮੈਂ ਕਿਹਾ ਵੇਦ ਗ੍ਰੰਥ ਨੂੰ ਨਹੀਂ ਕਹਿੰਦੇ ਹਨ, ਵੇਦ ਦਾ ਮਤਲਬ ਹੁੰਦਾ ਗਿਆਨ। ਗਿਆਨ ਦੇ ਗ੍ਰੰਥ ਦਾ ਨਾਮ ਵੇਦ ਪੈ ਗਿਆ। ਕਹਿੰਦਾ ਹਾਂ ਇਹ ਵੀ ਠੀਕ ਹੈ, ਯਾਦ ਆ ਗਿਆ ਨਾ। ਹਾਂ ਕਹਿੰਦਾ ਐਸਾ ਹੀ ਕਹਤੇ ਥੇ, ਹਿੰਦੀ ਬੋਲਦਾ ਸੀ, ਬੁਲੰਦ ਸ਼ਹਿਰ ਦਾ ਸੀ ਨਾ। ऐसा ही बोलते थे हमारे गुरु। 35 साल है एक बंगाली नाल हो रटाता उंगलियां दे वेदांत सारा छड़ता। सिखां च खलबली मचाती ने, दिल्ली वाली यूपी के सिखां सारे। जिवें फिरदा सी ना मुसलमान, एवें वो फिरदा सी। कल मुक्तेश्वर आ गया फिरदा तुरदा, उत्थे दा प्रचारक सी, कोने दस्सिया भी साडे एक हैगे सिंह। देर की गल है, 30 साल की गल है, 25 साल की, कोई 90 की गल है। हाँ 20 साल की गल है, 18-20 साल, 90 की गल, 90 या 91 की।
ਬਈ ਉਹ ਤੁਹਾਡੇ ਨਾਲ ਭਾਵੇਂ ਚਰਚਾ ਕਰ ਲੈਣ, ਹੋਰ ਨਹੀਂ ਕੋਈ ਹੈਗਾ। ਉਹਦੇ ਪੁੱਛਿਆ ਉਹਨੇ ਵੀ ਕੋਈ ਮੇਰੇ ਨਾਲ ਚਰਚਾ ਕਰੇ, ਕਹਿੰਦੇ ਉਹ ਕਰ ਸਕਦੇ ਨੇ। ਵੀ ਗੁਰਪੁਰਬ ਹੈ, ਤੂੰ ਆ ਜੀ ਉੱਥੇ ਗੁਰਪੁਰਬ ਨੂੰ, 9ਵੇਂ ਪਾਤਸ਼ਾਹ ਦਾ ਗੁਰਪੁਰਬ ਸੀ, ਵੀ ਉਹ ਆਉਣਗੇ ਉੱਥੇ, ਫਿਰ ਤੂੰ ਚੱਲ ਕਰ ਲਈ। ਗੁਰਪੁਰਬ ਨੂੰ ਮੈਂ ਰਾਤ ਨੂੰ ਆਇਆ ਉੱਧਰ, ਉੱਥੇ ਉਹਨਾਂ ਨੇ ਚਰਚਾ ਸ਼ੁਰੂ ਕਰਤੀ। ਮੈਨੂੰ ਨਹੀਂ ਪਤਾ ਵੀ ਇਹ ਚਰਚਾ ਕਰਨਾ, ਉਹਨਾਂ ਨੂੰ ਪਤਾ ਸੀ। ਇੰਨਾ ਟਾਈਮ ਨਹੀਂ ਮਿਲਿਆ ਉਹਨਾਂ ਨੂੰ ਮੇਰੇ ਨਾਲ ਗੱਲ ਕਰਨ ਦਾ ਵੀ ਇਹ ਚਰਚਾ ਕਰਨਾ ਹੈ। ਉਹਨੇ ਸ਼ੁਰੂ ਕਰਤਾ, ਹਾਲਾਂਕਿ ਰਾਤ ਦੇ ਨਿੰਦੇ ਸੀ, ਉਹ ਅਖੰਡ ਪਾਠ ਦਾ ਭੋਗ ਪੈ ਕੇ ਹਟਿਆ ਸੀ। ਮੈਂ ਕਿਹਾ ਵੇਦ ਦਾ ਮਤਲਬ ਹੁੰਦਾ ਗਿਆਨ, ਕਹਿੰਦਾ ਹਾਂ ਗਿਆਨ ਹੁੰਦਾ। ਵੇਦਾਂਤੀ ਸ਼ਬਦ ਬਣਿਆ, ਵੇਦ ਜਮਾ ਅੰਤ, ਅੰਤੀ ਵੇਦਾਂਤੀ, ਜਿਹਨੇ ਵੇਦ ਦਾ ਗਿਆਨ ਦਾ ਅੰਤ ਪਾ ਲਿਆ ਹੋਵੇ ਉਹ ਵੇਦਾਂਤੀ। ਕਹਿੰਦਾ ਹਾਂ ਇਹੀ ਅਰਥ ਬਣਿਆ ਨਾ ਤੇਰੇ ਉਹਦਾ। ਕਹਿੰਦਾ ਗੁਰਬਾਣੀ ਕਹਿੰਦੀ ਹੈ ਅੰਤ ਕੋ ਪਾਵਨ ਜੋਗ ਹੈ, ਸੋ ਆਏ ਅੰਤ ਗਵਾਏ। ਉਹ ਕਹਿੰਦਾ ਫਿਰ ਬੋਲਿਓ ਫਿਰ ਬੋਲਿਓ, ਉਹਨੂੰ ਪਤਾ ਨਹੀਂ ਸੀ ਪੰਕਤੀ ਦਾ, ਗੁਰਬਾਣੀ ਨਹੀਂ ਸੀ ਬਹੁਤੀ ਆਉਂਦੀ। ਉਹ ਕਹਾ वेदांतिया मारे कहे अंत को पावन जोग है, सो आए अंत गवाए। सबको गवा के आगे तेरा सबको गवाया गया। ये तो अनंत है, अंत कौन पालू? ज्ञान का अंत नहीं कोई पा सकता। जेड़े ज्ञान का अंत है वो ज्ञान लिमिटेड है, सीमित ज्ञान है। थोड़े को सीमित ज्ञान है। वेदांती सीमित ज्ञानी होंगे ने, सीमित ज्ञानता होंगे, सीमित होंगे, पर वो सीमित समझते नहीं। वो कहते हैं साढ़े को सारा ही है, इस करके मूर्ख ने। उन्होंने इन्ने क ज्ञान का ही घमंड है जिन्ना उन्होंने कोला भी सारा ही है, बाकी का नहीं पता। कहना बस सब समझ गए, इस करके मूर्ख है। मैं उन्होंने ये अनंत है, परमेश्वर अनंत का ज्ञान वेदांती नहीं जान सकते। जिहदा अंत पारा बाहर ही नहीं, उसका ज्ञान भी अंत पारा बाहर ते पर ही है। ਉਹਦਾ ਸੀਮਤ ਗਿਆਨ ਕਿਵੇਂ ਹੋ ਜਾਊਗਾ? ਸ੍ਰਿਸ਼ਟੀ ਦਾ ਤਿੰਨ ਲੋਕ ਦਾ ਗਿਆਨ ਸੀਮਤ ਹੈ। ਤਿੰਨ ਲੋਕ ਦਾ ਗਿਆਨ ਹੈ ਤੇਰੇ ਕੋਲ, वेदांतियों ਕੋਲ ਹੈਗਾ ਨਾ? ਨਹੀਂ। ਫਿਰ ਉਹਨੇ वेदांती ਕਿਵੇਂ ਲਿਖ ਲਿਆ ਆਪਣੇ ਆਪ? ਤਿੰਨ ਲੋਕ ਦਾ ਵੀ ਗਿਆਨ ਨਹੀਂ, ਤਿੰਨ ਲੋਕ ਦੇ ਗਾਹਾਂ ਵੀ ਬਹੁਤ ਕੁਛ ਹੈ। ਇਹ ਸੰਸਾਰ ਦਾ ਹੀ ਸਾਰਾ ਗਿਆਨ ਹੈ ਨਹੀਂ, ਇਹ ਤੇ ਗਾਹਾਂ ਵੀ ਹੋਰ ਲੋਕ ਬਹੁਤ ਨੇ। ਸਿਰ ਫੜ ਕੇ ਬਹਿ ਗਿਆ। ये ने परम ज्ञानी कहता जब तक नहीं मिला कोई लड़ने वाला सामने, जब तक आपे बोल रहे आपे बैठा। 11 बज गए रात के। जब तक कोई नहीं मिला लड़ने वाला, कुश्ती लड़ने वाला, जब तक ये भ्रम रहा कि इस जीवन में कोई मिल भी जाएगा। कदे ना रजे युद्ध ते राज हो गए राजी, वो है। जब मिला तो ऐसा मिला, उसने बता दिया अभी बच्चा तू काबल ही नहीं लड़ने के, अभी कुश्ती का काबल ही नहीं। ये ਉਹਦੇ ਬਿਆਨ ਨੇ। जब मिलया तो वो यह जा मिलया, उन्हें कहा जो तू खाड़े आने के काबले नहीं, तू अजो पढ़ ले, तेरा ज्ञान मेरे ਨਾਲ चर्चा करने वाला है वो नहीं। ये ਉਹਦੇ लफ्ज ने। ਇਹਦੇ ਗਵਾਹ ਹੁਣ ਵੀ ਹੈਗੇ ਨੇ यूपी ਦੇ ਵਿੱਚ ਬੰਦੇ, ਜਿਨ੍ਹਾਂ ਦੇ ਸਾਹਮਣੇ ਚਰਚਾ ਹੋਈ ਆ, ਮੁੰਡੇ ਹੈਗੇ ਨੇ, ਉਹਨਾਂ ਦੇ ਸਾਹਮਣੇ ਦੀ ਗੱਲ ਹੈ। ਉਹ ਬਜ਼ੁਰਗ ਤਾਂ ਨਹੀਂ ਹੋਣਾ ਮੇਰਾ ਖਿਆਲ ਹੈ, ਇਹ ਹੋਵੇ ਜਾਂ ਨਾ ਹੋਵੇ ਕਹਿ ਨਹੀਂ ਸਕਦੇ, ਪਰ ਬੰਦੇ ਹੈਗੇ ਨੇ ਗਵਾਹ ਦੇ। ਹਾਂਜੀ। ਥਰ ਥਰ ਪ੍ਰਥਮੀ ਹਾਲੀ ਦਲਾਂ ਚੜ੍ਹਾਉਂਦਿਆਂ, ਥਰ ਥਰ ਪ੍ਰਥਮੀ ਹਾਲੀ ਦਲਾਂ ਚੜ੍ਹਾਉਂਦਿਆਂ, ਨਾਉ ਜਿਵੇਂ ਹੈ ਚਾਲੀ ਸ਼ੌਧ ਰਿਆਓ ਵਿੱਚ। ਨਾਉ ਜਿਵੇਂ ਪ੍ਰਥਮੀ ਡੋਲ ਗਈ, ਲੋਕ ਜਾਣੀ ਲੋਕਾਂ ਨੇ ਕਹਾ ਵੀ ਹੁਣ ਪਤਾ ਨਹੀਂ ਕੀ ਹੋਣ ਵਾਲਾ ਹੈ। ਜਿਹੜੇ ਰਾਜੇ ਰਾਜ ਕਰਦੇ ਨੇ ਇਲਾਕੇ ਦੇ ਉੱਤੇ, ਉਹ ਗਏ ਨੇ ਚੜ੍ਹ ਕੇ, ਦੇਖੋ ਕੀ ਰਿਜ਼ਲਟ ਨਿਕਲਦਾ। ਜਿਵੇਂ ਰਾਸ਼ਟਰਪਤੀ ਦਾ ਇਲੈਕਸ਼ਨ ਹੋਵੇ, ਪਾਰਟੀਆਂ ਦੋ ਹੁੰਦੀਆਂ ਨੇ, ਡਟ ਕੀ ਨਿਕਲਦਾ, ਵੋਟਾਂ ਦੀ ਗਿਣਤੀ ਚਾਲੂ ਹੋਵੇ, ਐ ਹੋਇਆ ਹੋਇਆ। ਇਹੋ ਜਿਹੀ ਹਾਲਤ ਬਣੀ ਹੋਈ ਹੈ। ਜਿੱਤ ਹਾਰ ਕਿਹਦੀ ਹੁੰਦੀ ਹੈ? ਜਿਹਦੀ ਜਿੱਤ ਹੋ ਗਈ ਉਹਦਾ ਰਾਜ ਹੋ ਜਾਣਾ। ਇਸ ਕਰਕੇ ਧਰਤੀ ਜਿਹੜੀ ਹੈ ਨਾ, ਉਹਦੇ 'ਚ ਇੱਕ ਸਵਈਆ, ਜਦ ਸੁੰਮ ਨੂੰ ਸੁੰਮ ਚੜ੍ਹਦੇ ਨੇ, ਇਹ ਚੜ੍ਹਦੇ ਨੇ
ਸੁੰਭ ਨਸੁੰਭ ਚੜ੍ਹਦੇ ਨੇ। ਇਹੀ ਗੱਲ ਕਹੀ ਹੈ। ਕਹਿੰਦੇ ਮੇਰ ਹਲਿਓ, ਉੱਥੇ ਲਿਖਿਆ ਸੁਮੇਰ ਪਰਬਤ ਹਿਲ ਗਿਆ, ਸ਼ਿਵ ਜੀ ਦੀ ਸਮਾਧੀ ਟੁੱਟ ਗਈ। ਮੇਰ ਹਲਿਓ ਦਹਿਲਿਓ ਸੁਰਲੋਕ, ਸੁਰਗਲੋਕ ਦੇ ਦੇਵਤੇ ਦਹਿਲ ਗਏ ਅੰਦਰ। ਉਹਦੀ ਸਾਰੇ ਦੋ ਹੀ ਸੀ ਨਾ ਦੁਰਗਾ ਦੇ ਪਿਛਲੇ ਪਾਸੇ। ਉਹਨਾਂ ਨੇ ਕਿਹਾ ਵੀ ਹੁਣ ਆਪਣੀ ਜਿੱਤ ਕੋਈ ਦੁਰਗਾ ਦੀ ਹੋਵੇ, ਖੰਡੀ ਨਾ ਹੋਵੇ। ਉਹ ਡਰੇ ਬੈਠੇ ਨੇ। ਮੇਰ ਹਲਿਓ ਦਹਿਲਿਓ ਸੁਰਲੋਕ, ਜਬਾ ਦਲ ਸੁੰਭ ਨਸੁੰਭ ਕੇ ਦੌੜੇ। ਜਦੋਂ ਨਿਕਲੇ ਨਾ ਦੌੜ ਕੇ ਦੁਰਗਾ ਵੱਲ ਨੂੰ, ਇਹ ਦੋਏ ਦਹਿਲ ਗਏ ਵੀ ਹੁਣ ਨਹੀਂ ਕੋਈ ਪਤਾ ਇਹਨਾਂ ਨੂੰ ਜਿੱਤ ਸਕੇ ਦੁਰਗਾ ਜਾਂ ਗੁਰਮੁਖ ਇਹਨਾਂ ਦੀ ਮੁਕਾਬਲਾ ਕਰ ਸਕਿਆ ਨਾ ਕਰ ਸਕੇ। ਉਹਨਾਂ ਨੂੰ ਭੁਲੇਖਾ ਸੀ ਦੋਹਾਂ ਨੂੰ। ਇਹ ਸਵਈਆ ਉੱਥੇ ਲਿਖਿਆ, ਉਹੀ ਗੱਲ ਇੱਥੇ ਕਹੀ ਹੈ। ਹਾਂਜੀ, ਨਾਉ ਜਿਵੇਂ ਹੈ ਚਾਲੀ ਸ਼ੌ ਦਰਿਆਓ ਵਿੱਚ। ਸੌ ਦਰਿਆ ਜਿਵੇਂ ਨਾਉ ਠੱਲਦੀ ਦਰਿਆ ਦੇ ਵਿੱਚ, ਲਹਿਰਾਂ ਦੇ ਵਿੱਚ। ਲਹਿਰਾਂ ਨੇ ਦਰਿਆ ਦੇ ਵਿੱਚ ਉਹ ਘੁੰਮਣ ਘੇਰੀਆਂ ਹੁੰਦੀਆਂ। ਦਰਿਆ ਜਾਂ ਫਲੱਡ ਆਉਂਦਾ, ਉਹਦੇ ਵਿੱਚ ਉੱਚੇ ਨੀਵੇਂ ਥਾਂ ਪਾਣੀ ਵੁੜਕਦਾ। ਹਾਂਜੀ, ਤੂੜੋ ਤਾਹਾਂ ਘਾਲੀ ਛੜੀ ਤੁਰੰਗਮਾ। ਤੂੜੋ ਤਾਹਾਂ ਘਾਲੀ, ਜਾਂ ਘੋੜੇ ਭੱਜੇ ਤੇ ਤੂੜ ਉੱਡੀ ਅਸਮਾਨ ਨੂੰ ਚੜ੍ਹ ਗਈ। ਛੜਾ ਨਾਲ, ਉਹਨਾਂ ਦੀਆਂ ਖੁਰਾਂ ਨਾਲ ਉੱਤੇ ਉੱਡ ਗਈ, ਅਸਮਾਨ ਢੱਕ ਲਿਆ ਸਾਰਾ। ਜਾਣ ਪਕਾਰੂ ਚਾਲੀ ਧਰਤੀ ਅੰਦਰ। ਐ ਸਮਝ ਲਓ ਜਿਵੇਂ ਧਰਤੀ ਇੰਦਰ ਕੋਲ ਪੁਕਾਰ ਕਰਨ ਚੱਲੀ ਹੈ। ਇੰਦਰ ਵਿਚਾਰਾ ਕੀ ਕਰੂ? ਇੰਦਰ ਦਾ ਵੀ ਵਾਧੂ ਧੂੜ ਡਿੱਗ ਜੂ। ਧੂੜ ਵਾਪਸ ਕਰਦਾ ਇੰਦਰ ਧਰਤੀ ਨੂੰ ਵਿਛੜੀ ਹੋਈ। ਧੂੜ ਜੇ ਉੱਡ ਜਾਂਦੀ ਹੈ ਉੱਤੇ ਨੂੰ ਤਾਂ ਵਾਪਸ ਕਰਦਾ ਉਹ ਵੀ ਭਾਜੂ ਦਾ ਵਿਚਾਰੀ ਵਾਪਸ ਉਹ ਰਖਾਉਣ ਲੈ ਕੇ ਆਊ, ਉਹਨੂੰ ਪਾਣੀ ਲੈ ਕੇ ਆਉਂਦਾ। ਪੌੜੀ ਆਹਾਰ ਮਿਲਿਆ ਆਹਰੀਆਂ ਸੈਨ ਸੂਰਿਆਂ ਸਾਜੀ। ਆਹਾਰ ਮਿਲਿਆ ਆਹਰੀਆਂ, ਆਹਰ ਲੱਗਣ ਵਾਲੇ ਨੂੰ ਆਹਾਰ ਮਿਲ ਗਿਆ। ਕਿਹਨਾਂ ਨੂੰ ਮਿਲਿਆ? ਜਿਹੜੇ ਸਿਪਾਹੀ ਹੁੰਦੇ ਨੇ ਸਾਰੇ ਵਿਹਲੇ ਖਾਂਦੇ ਹੁੰਦੇ ਨੇ, ਵਿਹਲੇ ਹੀ ਰਹਿੰਦੇ ਨੇ ਬੈਰਕਾਂ 'ਚ। ਵਰਸ਼ਾਂ ਕਰ ਲੈਣੀਆਂ, ਲੰਗਰ ਛਕ ਲੈਣਾ, ਆਪਣਾ ਰਾਸ਼ਨ ਛਕ ਲੈਣਾ। ਤੇ ਜਦੋਂ ਫਿਰ ਜੰਗ ਦਾ ਟਾਈਮ ਆਉਂਦਾ ਫਿਰ ਆਹਾਰ ਮਿਲਦਾ, ਉਹਨੂੰ ਕੰਮ ਮਿਲ ਜਾਂਦਾ। ਇਸੇ ਕੰਮ ਨੂੰ ਰੱਖਿਆ ਨੇ। ਆਹਾਰ ਮਿਲਿਆ ਆਹਰੀਆਂ, ਆਹਾਰ ਵਾਲਿਆਂ ਨੂੰ ਆਹਾਰ ਮਿਲ ਗਿਆ। ਸੈਨ ਸੂਰਿਆਂ ਸਾਜੀ, ਚੱਲੇ ਸੈਨ ਸੂਰਿਆਂ ਸਾਜੀ। ਸੂਰਮਿਆਂ ਨੇ ਸੈਨਾ ਆਪਣੀ ਆਪਣੀ ਤਿਆਰ ਕਰ ਲਈ, ਜਿਹਦੇ ਥੱਲੇ ਜਿੰਨੇ ਬੰਦੇ ਸੀ। ਸੈਨਾ ਦੇ ਵਿੱਚ ਬੰਦੇ ਹੁੰਦੇ ਨੇ, ਥੱਲੇ ਵਾਲੇ ਬੰਦੇ ਆਪਣੇ ਆਪਣੇ ਤਿਆਰ ਕਰ ਲਏ। ਸੈਨ ਸੂਰਿਆਂ ਸਾਜੀ। ਹਾਂਜੀ, ਚੱਲੇ ਸੌਹੇ ਦੁਰਗਸ਼ਾ। ਚੱਲੇ ਸੌਹੇ, ਸੌਹੇ ਦੁਰਗਸ਼ਾ, ਦੁਰਗਾ ਦਸ਼ਾ ਦੇ ਸਾਹਮਣੇ ਨੂੰ ਮੁਕਾਬਲੇ ਨੂੰ ਚੱਲੇ ਸੌਹੇ ਦੁਰਗਸ਼ਾ ਜਨ ਕਾਬੇ ਹਾਜੀ। ਜਿਵੇਂ ਹਾਜੀ ਜਾਂਦੇ ਨਾ ਕਾਬੇ ਨੂੰ ਸਜ ਧਜ ਕੇ, ਸਜ ਕੇ ਜਾਂਦੇ ਨੇ, ਐ ਚੱਲੇ ਨੇ ਕਾਬੇ। ਕਾਬੇ ਕਾਹਦੇ ਕਿਹਾ ਹਾਜੀ? ਦੋ ਹੀ ਹੱਥੀ ਲੱਡੂ ਨੇ। ਕਾਬੇ ਜੇ ਜਾ ਕੇ ਸਰੀਰ ਛੁੱਟ ਗਿਆ ਕਿਤੇ, ਉਹ ਕਹਿੰਦੇ ਸ਼ਹੀਦ ਹੋ ਗਿਆ। ਜਿਵੇਂ ਸਾਡੇ ਤਾਂ ਜਾਂਦੇ ਨੇ ਨਾ ਕਿਤੇ ਤੀਰਥਾਂ ਵਗੈਰਾ ਤੇ, ਜੇ ਕੋਈ ਮਰ ਜਾਵੇ ਕਹਿੰਦੇ ਬਸ ਮੁਕਤ ਹੋ ਗਿਆ, ਵਧੀਆ ਹੋ ਗਿਆ। ਇਹ ਜੀ ਮੌਤ ਚਾਹੀਦੀ ਹੈ। ਮਾਨਤਾ ਲੋਕਾਂ ਦੀ, ਇਹ ਮੈਂ ਕਾਬੇ ਵਾਲਿਆਂ ਦੀ ਮਾਨਤਾ। ਜੇ ਮੁੜਿਆ ਤਾਂ ਹਾਜੀ ਬਣ ਗਏ, ਜੇ ਉੱਥੇ ਰਹਿ ਗਏ ਤਾਂ ਸ਼ਹੀਦ ਹੋ ਗਏ। ਦੋ ਹੱਥੀ ਲੱਡੂ ਨੇ। ਜੇ ਜਿੱਤ ਕੇ ਆ ਗਏ ਤਾਂ ਰਾਜੇ ਹੋ ਗਏ। ਜੇ ਹਾਰ ਕੇ ਆਏ, ਹਾਰ ਕੇ ਤਾਂ ਆਉਣਾ ਹੀ ਨਹੀਂ। ਜੇ ਮਰ ਕੇ ਆਏ ਤਾਂ ਸੁਰਗ ਚਲੇ ਗਏ। ਜਾਂ ਤਾਂ ਆਤਮ ਗਿਆਨੀ ਬਣ ਜਾਣਗੇ ਜਾਂ ਰਾਜੇ ਬਣ ਜਾਣਗੇ। ਦੋ ਹੀ ਹੱਥੀ ਲੱਡੂ ਨੇ। ਕਾਬੇ ਹਾਜੀ ਦਾ ਮਤਲਬ ਇਹ। ਤੀਰੀ ਤੇਗੀ ਜਮਤੜੀ। ਹਾਜੀ ਕਾਬੇ ਨੂੰ ਜਾਂਦਾ ਹੈ ਤਾਂ ਕੁਛ ਸ਼ੁਭ ਕੰਮ ਜਾਂਦਾ ਹੈ। ਉਹ ਤਾਂ ਐ ਸਮਝ ਲਓ ਜੰਗ ਨੂੰ ਨਹੀਂ ਚੱਲੇ, ਕਾਬੇ ਨੂੰ ਹਾਜੀ ਚੱਲੇ ਨੇ, ਜਿਵੇਂ ਐ ਚੱਲੇ ਨੇ। ਇਹ ਮੰਨ ਕੇ ਚੱਲੇ ਨੇ ਵੀ ਕਾਬੇ ਨੂੰ ਚੱਲੇ। ਜੇ ਹਾਰ ਗਏ, ਉਹ ਜਿੱਤ ਗਈ ਤਾਂ ਵੀ ਆਪਾਂ ਜਿੱਤ ਗਏ, ਫਿਰ ਗਿਆਨ ਮਿਲ ਜੂਗਾ ਪੂਰਾ। ਜੇ ਹਾਰ ਗਈ ਤਾਂ ਆਪਾਂ ਰਾਜੇ ਹੈਗੇ ਹੀ ਆ, ਫਿਰ ਕੋਈ ਰੌਲਾ ਹੀ ਨਹੀਂ। ਹਾਂਜੀ, ਤੀਰੀ ਤੇਗੀ ਜਮਤੜੀ ਰਣ ਵੰਡੀ ਭਾਜੀ। ਰਣ ਦੇ ਵਿੱਚ ਭਾਜੀ ਕਿਵੇਂ ਬਣ ਹੁੰਦੀ ਹੈ? ਭਾਜੀ ਮੋੜਦੇ ਨੇ, ਹੈਗਾ ਨਾ ਭਾਜੀ ਮੋੜਤੀ ਪਾਤੀ। ਤੇ ਇੱਕ ਦੂਏ ਦੀ ਭਾਜੀ ਬਣ ਹੁੰਦੀ ਆ ਕਾ ਤੀਰਾਂ ਨਾਲ। ਉੱਤੇ ਕਿਹੜਾ ਖੁਰਮੇ ਬਣ ਹੁੰਦੇ ਨੇ ਵੀ ਵਿਆਹ ਹੈ। ਜੰਗ ਤਾਂ ਇਹੀ ਹੁੰਦਾ। ਜੇ ਜੀ ਕਿਸੇ ਨੇ ਗੱਲ ਕਹੀ ਉਹ ਜਿਹਾ ਜਵਾਬ ਸੁਣ ਲਿਆ, ਕਹਿਣ ਦਾ ਮਤਲਬ ਇਹ ਹੈ। ਜੇ ਜੀ ਕਿਸੇ ਨੇ ਸੁਣਾਈ ਉਹ ਜੀ ਉਹਦਾ ਜਵਾਬ ਸੁਣ ਲਿਆ, ਉੱਤਰ। ਤੀਰੀ ਜਿਵੇਂ ਜੰਗ ਦੇ ਵਿੱਚ ਤੀਰਾਂ ਤੇਗਾਂ ਜਮਦਾਲਾ ਨਾਲ ਭਾਜੀ ਬਣ ਹੁੰਦੀ ਹੈ, ਐ ਇਹ ਤਰਕਾਂ ਦੀ ਭਾਜੀ ਬਣ ਹੁੰਦੀ ਹੈ। ਤਰਕਾਂ ਦੇ ਤੀਰ, ਜ਼ਬਾਨ ਦੇ ਫੱਟ।
ਔਰ ਨਾਮ ਦਾ ਨੇਜਾ, ਨੇਜਾ ਨਾਮ ਨਿਸ਼ਾਨ, ਇਹ ਵੱਜਦੇ ਨੇ ਫਿਰ ਉੱਥੇ ਤਾਂ। ਹਾਂਜੀ। ਇੱਕ ਘਾਇਲ ਘੁੰਮਣ ਸੂਰਮੇ ਜਨ ਮਕਤਬ ਕਾਜੀ। ਇੱਕ ਘਾਇਲ ਹੋ ਕੇ ਫਟ ਲੱਗ ਗਏ, ਉਹ ਵਿਚਾਰੇ ਫਿਰਦੇ ਨੇ ਨਾ ਉਹ ਜਿਵੇਂ ਉੱਥੇ ਫਿਰਦਾ ਸੀ ਸਪੋਕਸਮੈਨ ਦੇ, ਜਿਹਨੂੰ ਕਿਹਾ ਸੀ ਵੀ ਉਹ ਜਿਹੜਾ ਕਰਦਾ ਸੀ ਵੀ ਸਤਿਗੁਰੂ ਨਾਨਕ ਸਭ ਤੋਂ ਵੱਡਾ, ਅਰਥ ਹੋਰੇ ਲਈ ਫਿਰਦਾ ਸੀ। ਜਦ ਉਹਨੂੰ ਪਤਾ ਲੱਗਿਆ, ਤਸੱਲੀ ਹੋ ਗਈ, ਫਿਰ ਐਂ ਫਿਰਦਾ ਸੀ। ਉਹ ਜਿਹੇ ਇੱਕ ਘਾਇਲ ਘੁੰਮਣ ਸੂਰਮੇ, ਘਾਇਲ ਹੋ ਗਿਆ, ਪਰੇਸ਼ਾਨ ਹੋ ਗਿਆ, ਕਹਿੰਦਾ ਛੇਤੀ ਪਾਣੀ ਲਿਆਓ, ਜਨ ਮਕਤਬ ਕਾਜੀ, ਹਾਰਟ ਅਟੈਕ ਹੋ ਜਾਊਗਾ। ਇੱਕ ਕਾਇਲ ਘੁੰਮਣ ਸੂਰਮੇ, ਕਾਇਲ ਜਿਹਦੇ ਲੱਗ ਗਿਆ ਨਾ, ਉਹ ਜਿਵੇਂ ਕਾਜੀ ਐਂ ਕਰਕੇ ਪੜ੍ਹਦੇ ਨੇ ਨਾ, ਇਹ ਉੱਥੇ ਮਕਤਬ ਦੇ ਜਵਾਕ ਇੱਕ ਐਂ ਕਰਦੇ ਨੇ ਜਿਹਦੇ ਚੋਟ ਲੱਗ ਗਈ ਕਿਤੇ, ਜਿਵੇਂ ਮਕਤਬ ਕਾਜੀ, ਮਕਤਬ ਦੇ ਕਾਜੀ ਫਿਰਦਾ, ਨਾਲੇ ਨਿਆਣੇ ਨੂੰ ਪੜਾਉਂਦਾ, ਨਾਲੇ ਹਿੱਲਦਾ ਫਿਰਦਾ ਜ਼ਖਮਾਂ ਦੇ। ਹਾਂਜੀ। ਇੱਕ ਵੀਰ ਪਰੋਤੇ ਬਰਛੀਏ ਜਿਉਂ ਝੁਕ ਪਾਉਣ ਨਵਾਜੀ। ਇੱਕ ਬਰਛਾ ਲੱਗੇ ਤੇ ਐਂ ਝੁਕੇ ਨਾ ਜਿਵੇਂ ਕੋਈ ਨਵਾਜੀ ਝੁਕਿਆ ਹੁੰਦਾ। ਬਰਛਾ ਲੱਗਿਆ ਉਹਨੇ ਝੁਕਣਾ ਹੀ ਆ ਥੱਲੇ ਨੂੰ ਵਿਚਾਰੇ ਨੇ, ਹੋਰ ਕੀ ਕਰਨਾ। ਵੀਰ ਪਰੋਤੇ ਬਰਛੀਏ ਜਿਉਂ ਝੁਕ ਪਾਉਣ ਨਵਾਜੀ। ਹੁਣ ਇਹੋ ਜਿਹਾ ਪੜ੍ਹ ਕੇ ਜਿਹੜੇ ਪੜ੍ਹਦੇ ਨੇ ਇਹੋ ਜਿਹੀ ਬਾਣੀ ਰੋਜ਼, ਉਹ ਜੰਗ ਦਾ ਹੀ ਰਹਿੰਦਾ, ਉਹ ਜੰਗ ਕਰਨ ਨੂੰ ਕੁਛ ਨਹੀਂ ਸਮਝਦੇ ਪਿਆ। ਉਹਨਾਂ ਦੇ ਜੰਗ ਦਾ ਖਤਰਾ ਹੀ ਚੱਕਿਆ ਜਾਂਦਾ, ਜੰਗ ਦਾ ਖਤਰਾ ਹੀ ਚੱਕਿਆ ਜਾਂਦਾ। ਜਿਹੜੇ ਸਿੰਘ ਪੜ੍ਹਦੇ ਸੀ ਤਾਂ ਹੀ ਜੰਗ ਕਰਦੇ ਸੀ। ਅੱਗੇ ਚੰਡੀ ਚਰਿੱਤਰ ਦੇ ਵਿੱਚ ਵਰਦਾਨ ਵੀ ਇਸ ਨੂੰ ਦਿੱਤਾ ਹੋਇਆ, ਅੱਗੇ ਦੂਈ ਨੂੰ, ਜਿਹੜਾ ਚਰਿੱਤਰ ਚੰਡੀ ਚਰਿੱਤਰ ਹੈ ਨਾ, ਤੇ ਪਿਛਲਾ ਉੱਥੇ ਹੈ ਪੜ੍ਹਿਆ ਸੂਬ ਸੋਫੀ ਕਰਿਆ ਯੁੱਧ ਕਰੁੱਧ। ਜਿਹੜਾ ਇਹਨੂੰ ਪੜ੍ਹ ਲਵੇ ਨਾ ਸੂਬ ਸੋਫੀ, ਉਹ ਪੂਰੇ ਕਰੋਚ ਹੋ ਕੇ ਜੰਗ ਕਰ ਸਕਦਾ। ਸੂਬ ਸੋਫੀ ਕਹਿੰਦੇ ਨੇ ਨਾ ਸ਼ਰਾਬ ਪੀਵੇ ਨਾ ਮਾਂਸ ਖਾਵੇ, ਉਹ ਇਹ ਬਾਣੀ ਪੜ੍ਹ ਕੇ ਜੰਗ ਕਰ ਸਕਦਾ। ਕਿ ਹਿੰਦੂ ਮਤ ਦਾ ਪ੍ਰਭਾਵ ਸੀ ਨਾ, ਜਿਵੇਂ ਹੁਣ ਵੀ ਹੈ, ਹੁਣ ਵੀ ਪ੍ਰਭਾਵ ਹੈ। ਇੱਥੇ ਆਊਗਾ, ਇੱਥੇ ਕਹਾਂ ਆਊਗਾ। ਉਹ ਪ੍ਰਭਾਵ ਸੀ ਮਾਂਸ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ, ਤਾਂ ਹੀ ਉਹ ਹਾਵੀ ਹੋ ਗਏ ਸੀ ਮੁਸਲਮਾਨ ਕੰਨਿਆ ਰਾਸੀਆਂ ਤੇ। ਉਹ ਨਹੀਂ ਰਹਿਣ ਦਿੱਤੇ ਤੇ ਰਾਖਸ਼ ਦੇ ਸਿੰਘ ਤਾਂ ਹੀ ਬਣਾਏ ਨੇ। ਰਾਖਸ਼ਾਂ ਦੇ ਨਾਲ ਰਾਖਸ਼ੀ ਦੇ ਲੜ ਸਕਦਾ, ਦੇਵਤਿਆਂ ਨੇ ਕੀ ਲਾਣੇ, ਦੇਵਤੇ ਭੱਜ ਜਾਂਦੇ ਹੁੰਦੇ ਨੇ, ਭੱਜਦੇ ਜੀ ਦੇਵਤੇ। ਜੇ ਪੁਲਿਸ ਵਾਲੇ ਡਕੈਤਾਂ ਵਰਗੇ ਨਾ ਹੋਣ, ਮੁਕਾਬਲੇ ਤੇ ਗੋਲੀ ਨਾ ਚਲਾਉਣ, ਭੱਜ ਕੇ ਸਾਲੇ ਨਾ ਵੜਨ, ਫਿਰ ਸਿਰਫ ਹੱਥਕੜੀ ਉਹ ਨਹੀਂ ਹੈ ਪੁਲਿਸ ਕੋ ਵੀ ਹੱਥਕੜੀ ਲਾ ਲਓ। ਜਿਹੜਾ ਪੁਲਿਸ ਇਹਨਾਂ ਲੋਕਾਂ ਖਾਤਰ ਨਹੀਂ ਜਿਹੜੇ ਕਾਨੂੰਨ ਨੂੰ ਆਪੇ ਮੰਨਦੇ ਨੇ, ਉਹਨਾਂ ਖਾਤਰ ਵੀ ਜਿਹੜੇ ਡਕੈਤ ਨੇ। ਉਹ ਡਕੈਤਾਂ ਨੂੰ ਪੁਲਿਸ ਕਿਵੇਂ ਨਹੀਂ ਬੜੂ। ਕਬੀਰ ਕਹਿੰਦਾ ਕੁਟਵਾਰੀ ਮੇਰੀ, ਉਹ ਡਕੈਤਾਂ ਨਾਲ ਕਿਵੇਂ ਨਿਬੜੂਗੀ ਪੁਲਿਸ। ਹੱਥ ਬੰਨ ਕੇ ਨਿਬੜੂ ਵੀ ਤੁਸੀਂ ਰੱਬ ਦੇ ਵਾਸਤੇ ਰਫਲਾਂ ਸੜ ਕੇ ਮੇਰੇ ਹੱਥ ਖੜੇ ਕਰ ਦਿਓ, ਮੈਂ ਤੁਹਾਨੂੰ ਗ੍ਰਿਫਤਾਰ ਕਰ ਲਾਂ। ਉਹਨਾਂ ਨਾਲ ਉਹੋ ਜਿਹਾ ਹੀ ਹੋਣਾ ਪਊਗਾ। ਇਹਨਾਂ ਨੂੰ ਕੀ ਪਤਾ, ਮੂਰਖਾਂ ਨੂੰ, ਵਿਦਵਾਨਾਂ ਨੂੰ ਵੀ ਕੀ ਗੱਲ ਹੈ। ਪੁਲਿਸ ਨੂੰ ਕਹਿੰਦੇ ਵੀ ਹਥਿਆਰ ਨਾਲ ਦਿਓ ਇਹਨਾਂ ਨੂੰ, ਸਰਕਾਰ ਦਾ ਡਰ ਹੈ ਲੋਕਾਂ ਨੂੰ ਸਾਰਿਆਂ ਨੂੰ। ਪੁਲਿਸ ਨੇ ਹਥਿਆਰ ਕੀ ਕਰਨੇ ਨੇ, ਕੀ ਲੋੜ ਹੈ ਦੇਸ਼ ਦੇ ਵਿੱਚ ਹਥਿਆਰਾਂ ਦੀ। ਹਥਿਆਰ ਤਾਂ ਦੂਈ ਫੌਜ ਨਾ ਹੁੰਦੇ, ਇਹ ਤਾਂ ਪੁਲਿਸ ਦੇ ਹਥਿਆਰ ਵੀ ਹਟਾ ਦੇਣਗੇ। ਰੌਲਾ ਪਾਈ ਜਾਂਦੇ ਫਾਂਸੀ ਨਹੀਂ ਚਾਹੀਦੀ, ਅੱਤਵਾਦ ਹੋਰ ਵੱਧ ਜਾਊਗਾ, ਫਾਂਸੀ ਨਹੀਂ ਚਾਹੀਦੀ। ਕੀ ਅੰਦਰ ਖਾਨੇ ਕੀ ਕਰ ਰਹੇ ਨੇ, ਅੰਦਰ ਖਾਨੇ ਕੀ ਕਰ ਰਹੇ ਨੇ, ਖਬਰਾਂ ਕਿੰਨੇ ਪੈਸੇ ਦਿੱਤੇ ਨੇ ਦੋਹਾਂ ਦੇ ਇਹਨਾਂ ਨੂੰ। ਇਹ ਲੋਕਾਂ ਨੂੰ ਕੀ ਪਤਾ ਕਿਹਦੀ ਬੋਲੀ ਬੋਲਦੇ ਨੇ। ਇਹ ਜਿਹੜਾ ਕਰੂਅਲ ਆਦਮੀ ਹੈ, ਕਿਉਂ ਨਾ ਉਹਦੇ ਖਿਲਾਫ ਉਹ ਜਿਹਾ ਐਕਸ਼ਨ ਲਿਆ ਜਾਵੇ, ਕਿਉਂ ਨਾ ਮਾਰਿਆ ਜਾਵੇ ਉਹਨੂੰ। ਇਹ ਜਿਹੇ ਲੋਕ ਰਾਜ ਕਰ ਲੈਣਗੇ, ਰਹਿਮਦਿਲੀ ਨਾਲ ਨਹੀਂ ਰਾਜ ਹੁੰਦਾ ਹੈ। ਹਾਂਜੀ। ਇੱਕ ਦੁਰਗਾ ਸੋਹਣ ਖੁਣ ਸਕੈ ਖੁਣ ਸਾਇਨ ਤਾਜੀ। ਇੱਕ ਦੁਰਗਾ ਸੋਹਣੇ ਖੁਣ ਸਕੈ ਖੁਣ ਸਾਇਨ ਤਾਜੀ। ਇੱਕ ਧਾਮਣ ਦੁਰਗਾ ਸਾਹਮਣੇ ਜਿਉਂ ਭੁੱਖੇ ਆਏ ਭਾਜੀ। ਇੱਕ ਧਾਵਣ ਇੱਕ ਭੱਜ ਕੇ ਫੇਰ ਆਉਂਦੇ ਨੇ ਦੁਰਗਾ ਦੇ ਸਾਹਮਣੇ, ਜਿਉਂ ਭੁੱਖੇ ਆਏ ਭਾਜੀ। ਜਿਵੇਂ ਭੁੱਖਾ ਭਾਜੀ ਕੋਈ ਮੰਗਦਾ ਆਉਂਦਾ ਨਾ, ਬਣਦਾ ਹੁੰਦਾ ਨਾ, ਕੋਈ ਲੰਗਰ ਬਣਦਾ ਹੁੰਦਾ ਨਾ। ਹੁਣ ਲਾਈਨ 'ਚ ਖੜ੍ਹਨ ਦੀ ਬਜਾਏ ਕਈ ਭੁੱਖੇ ਛੇਤੀ ਆਉਂਦੇ ਨੇ, ਮੈਨੂੰ ਪਹਿਲਾਂ ਦੇ ਦੇ ਕਿਤੇ ਮੁੱਕ ਨਾ ਜਾਵੇ, ਉਹਨੂੰ ਭਾਜੀ ਕਿਹਾ। ਜਿਹੜਾ ਆਦਮੀ ਭੁੱਖਾ ਆਪਣੀ ਭੁੱਖ ਜ਼ਾਹਰ ਕਰਦਾ ਨਾ, ਉਹ ਭਾਜੀ ਹੁੰਦਾ। ਕੜਾ ਪ੍ਰਸ਼ਾਦ ਵਰਤਦਾ, ਲੰਗਰ ਵਰਤਦਾ, ਕੋਈ ਉੱਤੇ ਆਵੇ ਰੌਲਾ ਪਾਵੇ ਮੈਨੂੰ ਨਹੀਂ ਫਲਾਨਾ ਕਰੀ, ਉਹ ਭਾਜੀ, ਉਹਨੂੰ ਕਿਹਾ ਭੁੱਖਿਆ ਹੈ ਭਾਜੀ।
ਭੁੱਖ ਤਾਂ ਸਾਰਿਆਂ ਨੂੰ ਲੱਗੀ ਹੋਈ ਹੈ, ਜਿਹੜੇ ਚੁੱਪ ਕਰਕੇ ਖੜੇ ਨੇ ਤੇ ਨਹੀਂ ਖੜਾ ਹੁੰਦਾ। ਉਹ ਭੁੱਖਾ ਲੱਗੇ ਸਾਰੇ, ਭੁੱਖਾ ਉਹਨੂੰ ਕਿਹਾ, ਪਰ ਦੂਏ ਸੰਤੋਖੀ ਨੇ। ਸੰਤੋਖੀ ਜਿਹੜੇ ਖੜੇ ਨੇ ਨਾ, ਉਹ ਸੰਤੋਖੀ ਨੇ। ਜਿਹੜਾ ਜ਼ਿਆਦਾ ਮੰਗਦਾ ਹੈ, ਆਵਾਜ਼ ਦੇ ਕੇ ਮੰਗਦਾ, ਉਹ ਭੁੱਖਿਆ ਹੈ ਭਾਜੀ। ਜਿਹੜਾ ਚੁੱਪ ਕੀਤਾ ਹੋਇਆ, ਮੰਗਤਾ ਚਾਹੇ ਉਹ ਵੀ ਹੈ, ਉਹ ਭੁੱਖਿਆ ਹੈ ਭਾਜੀ ਨਹੀਂ। ਹਾਂਜੀ। ਕਦੇ ਨਾ ਰੱਜੇ ਜੁੱਝ ਤੇ ਰੱਜ ਹੋਏ ਰਾਜੀ। ਜਿਹੜੇ ਕਦੇ ਨਹੀਂ ਨਾ ਜੁੱਧ ਤੇ ਰੱਜੇ, ਜੁੱਝ ਗਏ ਕਿਸੇ ਨਾਲ ਗਿਆਨ ਚਰਚਾ 'ਚ, ਅੱਜ ਰਾਜੀ ਹੋ ਗਏ। ਗਿਆਨ ਚਰਚਾ ਦਾ ਸਮੁੰਦਰ ਉਧਰ ਮੁੱਕਦਾ ਹੀ ਨਹੀਂ। ਇਹਨਾਂ ਨੂੰ ਤਾਂ ਕੋਈ ਬੰਦਾ ਹੀ ਨਹੀਂ ਮਿਲਿਆ ਇਹਨਾਂ ਦਾ ਮੁਕਾਬਲਾ ਕਰਨ ਵਾਲਾ ਇੱਥੇ ਹੀ। ਅੱਜ ਰੱਜ ਹੋ ਗਏ ਰਾਜੀ। ਰਾਜੀ ਲਫ਼ਜ਼ ਲਿਖਿਆ ਰਾਜੀ, ਲੜਾਈ ਨਹੀਂ ਹੈ। ਜੁੱਧ ਨਾਲ ਕੋਈ ਰਾਜੀ ਹੁੰਦਾ ਜਾਂ ਮਰ ਜਾਂਦਾ। ਜਿਹੜਾ ਮਰ ਗਿਆ ਉਹ ਰਾਜੀ ਕਹਿੰਦਾ ਹੋ ਗਿਆ, ਇਹ ਜ਼ਖਮੀ ਹੋ ਗਿਆ ਉਹ ਰਾਜੀ ਹੋ ਗਿਆ। ਜ਼ਖਮ ਤਾਂ ਫਿਰ ਰਾਜੀ ਬਾਅਦ ਚ ਹੋਣੇ ਨੇ। ਯਾਨੀ ਤਸੱਲੀ ਹੋ ਗਈ, ਉਹਨਾਂ ਦੀ ਤਸੱਲੀ ਹੋ ਗਈ। ਬੜਾ ਆਨੰਦ ਆਇਆ ਉਹਨਾਂ ਨੂੰ। ਸਾਰੇ ਸਵਾਲ ਜਵਾਬ ਮਿਲ ਗਏ, ਸਵਾਲਾਂ ਦੇ ਜਵਾਬ ਹੀ ਮਿਲ ਗਏ। ਆਨੰਦ ਹੋ ਗਏ, ਗਿਆਨ ਚਰਚਾ ਕਰਕੇ ਆਨੰਦ ਹੋ ਗਏ। ਕਹਿੰਦੇ ਵੀ ਅੱਜ ਸਾਰੇ ਸਵਾਲਾਂ ਦੇ ਜਵਾਬ ਮਿਲੇ ਨੇ। ਹਾਂਜੀ। ਪੌੜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ। ਬੱਜੇ ਸੰਗਲੇ ਆਲੇ ਸੰਗਲ ਡੋਹਰੇ, ਦੂਰੇ ਨਗਾਰੇ ਸੰਗਲ ਪਾ ਕੇ ਜਿਹੜੇ ਹੁੰਦੇ ਨੇ ਨਾ ਕਰੇ ਹੋਏ, ਉਹ ਵਜਾਤੇ। ਹਾਂਜੀ। ਡਹੇ ਜੋ ਖੇਡ ਦੇ ਜਟਾਲੇ ਹਾਠਾਂ ਜੋੜ ਕੇ। ਡਹੇ ਜੋ ਖੇਡ ਜਟਾਲੇ ਹੱਠ ਜੋੜ ਕੇ, ਹੱਡੀ ਜੋਧੇ ਦੋਹਾਂ ਪਾਸਾਂ ਤੇ ਡਹਿ ਪਏ। ਫਿਰ ਚਰਚਾ ਹੋਣ ਲੱਗੀ। ਨੇਜੇ ਬੰਬਲੀ ਆਲੇ ਦਸਣ ਓਰੜੇ। ਜਿਹੜੇ ਹਾਰ ਗਏ ਪਿੱਛੇ ਬਹਿ ਗਏ, ਜਿਹੜੇ ਨਵੇਂ ਸੀ ਅੱਗੇ ਆ ਗਏ। ਫਿਰ ਹੋਰ ਵੀ ਅਸੀਂ ਕਰਦੇ ਹਾਂ ਗੱਲਾਂ ਜਿਹਨਾਂ ਦੇ ਅਲੱਗ ਸੀ। ਜਿਹੜੇ ਹਾਰ ਕੇ ਤਸੱਲੀ ਕਰਾ ਕੇ ਉਹ ਪਿੱਛੇ ਚਲੇ ਗਏ, ਦੂਏ ਅੱਗੇ ਆ ਗਏ। ਹਾਂਜੀ। ਨੇਜੇ ਬੰਬਲੀ ਆਲੇ ਦਸਣ ਓਰੜੇ। ਕੀ ਨੇ ਨੇਜੇ ਉਹਨਾਂ ਦੇ ਕੋਲ? ਬੰਬਲੀ ਵਾਲੇ ਬਾਲਾਂ ਦੇ। ਸਿੱਧਾ ਨਹੀਂ ਸਵਾਲ ਕਰਦੇ, ਇੱਕ ਸਵਾਲ ਇੱਧਰ ਕਰਨਾ, ਦੂਆ ਇੱਧਰ ਕਰ ਦਿੰਦੇ ਨੇ। ਜਾਂ ਇੱਧਰ ਹਾਰ ਜਾਂਦੇ ਇੱਧਰ ਹੋ ਜਾਂਦੇ ਨੇ, ਇੱਧਰ ਹਾਰ ਜਾਂਦੇ ਇੱਧਰ ਹੋ ਜਾਂਦੇ ਨੇ। ਇੱਕ ਲਾਈਨ ਤੇ ਰਹਿ ਕੇ ਨਹੀਂ ਚੱਲਦੇ। ਬੰਬਲੀ ਵਾਲੇ ਤਾਂ ਲਿਖਿਆ, ਵਰਸ਼ਾ ਬੰਬਲੇ ਵਾਲਾ ਨਹੀਂ ਹੁੰਦਾ। ਦਸਣ ਓਰੜੇ ਸੱਪ ਵਾਲਾ ਵਰਸ਼ਾ ਹੈ, ਉਹ ਚਾਲ ਸਿੱਧੀ ਨਹੀਂ ਚੱਲਦੇ, ਸਿੱਧੀ ਨਹੀਂ ਚਰਚਾ ਕਰ ਰਹੇ। ਇੱਧਰੋਂ ਹਾਰਦੇ ਨੇ ਇੱਧਰ ਹੋ ਜਾਂਦੇ, ਇੱਧਰੋਂ ਹਾਰਦੇ ਨੇ ਇੱਧਰ ਹੋ ਜਾਂਦੇ ਨੇ। ਦਸਣ ਓਰੜੇ ਦੀਦਾਂ ਨੇ ਸਾਫ ਇਹਨਾਂ ਦੇ ਸਵਾਲਾਂ 'ਚੋਂ ਪਤਾ ਲੱਗਦਾ, ਚਰਚਾ 'ਚੋਂ ਵੀ ਬੰਬਲਾਂ ਵਾਲੇ ਨੇਜੇ ਨੇ ਕੋਲ ਇਹਨਾਂ ਦੇ। ਇੱਧਰ ਹਾਰ ਗਏ ਇੱਧਰ ਹੋ ਗਏ, ਇੱਧਰ ਹਾਰੇ ਇੱਧਰ ਹੋ ਗਏ। ਇੱਕ ਤੋਂ ਟਿਕ ਕੇ ਸਿੱਧੀ ਲੜਾਈ ਨਹੀਂ ਲੜ ਰਹੇ। ਹਾਂਜੀ। ਚੱਲੇ ਜਾਣ ਜਟਾਲੇ ਨਹਾਵਣ ਗੰਗ ਨੂੰ। ਚੱਲੇ ਜਾਣ ਜਟਾਲੇ ਨਹਾਵਣ ਗੰਗ ਨੂੰ। ਜਟਾਲੇ ਕੌਣ ਨੇ? ਜਿਵੇਂ ਬੜੇ ਬੜੇ ਜਟਾਂ ਵਾਲੇ ਸਾਧ ਨੰਗ ਨੂੰ, ਇਹ ਜਿਹੜੇ ਹੁੰਦੇ ਨੇ ਜਟਾਂ ਵਾਲੇ ਸਾਧ ਗੰਗਾ ਨੂੰ ਨਹਾਉਣ ਜਾਂਦੇ ਨੇ। ਐਂ ਵਿਚਾਰ ਰਹੇ ਨੇ, ਗੰਗਾ ਨੂੰ ਜਾਂਦੇ ਹੁੰਦੇ ਨੇ ਜਦੋਂ ਮਰ ਜਾਂਦੇ ਨੇ। ਇਹ ਆ ਜਟਾਂ ਨੂੰ ਗੰਗਾ ਨੂੰ ਜਾਂਦੇ ਨੇ ਪਵਿੱਤਰ ਹੋਣ ਵਾਸਤੇ, ਇਸ਼ਨਾਨ ਕਰਨ ਵਾਸਤੇ। ਕੁਛ ਪਵਿੱਤਰ ਹੋਣ ਵਾਸਤੇ ਗਿਆਨ ਚਰਚਾ ਕਰ ਰਹੇ ਨੇ, ਕੁਛ ਮਰ ਕੇ ਜਾ ਰਹੇ ਨੇ, ਮਰ ਰਹੇ ਨੇ, ਖਤਮ ਹੋ ਗਿਆ ਗਿਆਨ ਉਹਨਾਂ ਦਾ। ਹਾਂਜੀ। ਪੌੜੀ ਦੁਰਗਾ। ਕੁਝ ਜੋ ਪਵਿੱਤਰ ਹੋ ਰਹੇ ਨੇ, ਹੋਰ ਸਵਾਲ ਕਰ ਰਹੇ ਨੇ। ਪੌੜੀ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾ। ਦੁਰਗਾ ਅਤੇ ਦਾਨਵੀ, ਦੁਰਗਾ ਦੀ ਔਰ ਦਾਨਵਾਂ ਦੀਆਂ ਸੂਲ ਹੋਈਆਂ ਕੰਗਾ। ਮਤਲਬ ਐ ਸਮਝੋ ਗਹਿ ਗੱਚ ਯੁੱਧ ਹੋ ਗਿਆ। ਜਿਵੇਂ ਕਹਿੰਦੇ ਨੇ ਨਾ, ਕੰਗੀਆਂ ਫਸ ਗਈਆਂ, ਚੜਾਂ ਫਸ ਗਈਆਂ। ਹੁਣ ਬਹੁਤ ਔਖਾ ਵੀ ਇਹ ਤਾਂ ਚੜ ਫਸ ਗਈ ਬਈ, ਹੁਣ ਨਹੀਂ ਨਿਕਲਦੀ। ਸੂਲ ਹੋਈਆਂ ਕੰਗਾਂ, ਕੰਗੀ ਜਿਵੇਂ ਫਸ ਜਾਂਦੀ ਹੈ ਨਾ ਬਾਲਾਂ ਦੇ ਵਿੱਚ, ਐ ਫਸ ਗਈਆਂ ਚੜਾ। ਹਾਂ। ਵਾਛੜ ਘੱਤੀ ਸੂਰਿਆਂ ਵਿੱਚ ਖੇਤ ਖਤੰਗਾ। ਖੇਤ ਖਤੰਗਾ, ਖੇਤ ਦੇ ਵਿੱਚ ਤੀਰਾਂ ਦੀ ਸ਼ਹਿਬਰ ਲਾਤੀ ਸੂਰਮੇ ਨੇ। ਹਾਂਜੀ। ਧੂ ਕਿਰਪਾਣਾ ਤਿੱਖੀਆਂ ਬੜ ਲਾਹਣ ਅੰਗਾ। ਕਿਰਪਾਨਾਂ ਧੂ ਕੇ ਤਲਵਾਰਾਂ ਦੇ ਫੱਟ, ਜ਼ਬਾਨ ਦੇ ਫੱਟ ਮਾਰਦੇ ਨੇ। ਗਿਆਨ ਦੀਆਂ ਤਲਵਾਰਾਂ ਚੱਲਦੀਆਂ ਨੇ। ਗਿਆਨ ਚਰਚਾ ਬੜੇ ਜ਼ੋਰਾਂ ਤੇ ਹੈ, ਜਿਹੜੀਆਂ ਕਿ ਅੰਗਾਂ ਨੂੰ ਵੱਢ ਵੱਢ ਕੇ ਸਿੱਟ ਦਿੰਦੀਆਂ ਨੇ। ਗਲਤ ਇਹ ਚੀਜ਼ ਵੱਢ ਹੋਊ, ਸੱਚ ਕਿਵੇਂ ਵੱਢ ਹੋਊ? ਸੱਚ ਦਾ ਕੋਈ ਅੰਗ ਹੁੰਦਾ ਹੀ ਨਹੀਂ। ਸੱਚ ਇੱਕ ਹੈ। ਦਰਖਤ ਜਿਹੜਾ ਹੁੰਦਾ ਫੁੱਟ ਜਾਂਦਾ, ਉਹ ਵੱਢ ਹੁੰਦਾ। ਜਿਹੜਾ ਧੁਰ ਤੇ ਇੱਕ ਹੀ ਚੱਲਦਾ, ਉਹਦਾ ਕੀ ਵੱਢ ਹੋਊ ਉਹਦਾ? ਹਾਂਜੀ।
ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ। ਪਹਿਲਾਂ ਦਲਾਂ ਮਿਲਦਿਆਂ ਭੇੜ ਪਿਆ ਨਿਹੰਗਾ। ਜਦ ਦਿਲ ਪਹਿਲਾਂ ਮਿਲੇ ਹੰਕਾਰੀ ਆਦਮੀ ਸੀ ਜਿਹੜੇ, ਉਹ ਪਿੱਛੇ ਹੋ ਕਰਤੇ ਉਹਨਾਂ ਨੇ ਵੀ ਤੁਸੀਂ ਨਹੀਂ ਗੱਲ ਕਰਨੀ, ਅੱਗੇ ਚਰਚਾ ਹੋ ਚੁੱਕੀ ਹੈ। ਹਉਮੈ ਵਾਲੇ ਆਦਮੀ ਮੂਰਖ ਹੁੰਦੇ ਨੇ, ਹਾਂ, ਜਿਹੜੇ ਹਉਮੈ ਤੋਂ ਰਹਿਤ ਸੀ, ਗਿਆਨਦਾਰ ਆਦਮੀ ਸੀ, ਸਮਝਦਾਰ ਆਦਮੀ ਸੀ, ਭੇੜ ਪਿਆ ਨਿਹੰਗਾ। ਗਿਆਨ ਚਰਚਾ ਚ ਨਿਪੁੰਨ ਸੀ, ਉਹ ਬੰਦੇ ਮੂਹਰੇ ਕੀਤੇ ਵੀ ਤੁਸੀਂ ਭਾਈ ਗੱਲ ਕਰਿਓ। ਹੰਗਤਾ ਤੋਂ ਰਹਿਤ ਨਿਹੰਗ, ਨਿਹੰਗ ਲਫ਼ਜ਼ ਇੱਥੇ ਵਰਤਿਆ ਜਿਹੜਾ, ਹਿੰਦੂ ਤਾਂ ਵਰਤੇ ਨਹੀਂ ਸਕਦਾ ਨਿਹੰਗ ਲਫ਼ਜ਼, ਪੰਡਤ ਤਾਂ ਵਰਤੇ ਨਹੀਂ ਸਕਦਾ। ਇੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਇਹ 10 ਭਾਸ਼ਾ ਦੀ ਲਿਖੀ ਹੋਈ ਆ। ਇੱਕ ਅੱਗੇ ਵਾਸਤੇ ਕਿਹਾ ਵੀ ਇਹ ਨਿਹੰਗ ਸਿੰਘ ਨਹੀਂ ਕਰਨਗੇ ਇਹ ਚਰਚਾ ਕੰਮ, ਗੱਲ ਤਾਂ ਇਹ ਆ, ਇਹ ਉਹਨਾਂ ਦੇ ਹਿੱਸੇ 'ਚ ਇਹ ਕੰਮ। ਜਦ ਦਲ ਮਿਲਣਗੇ ਇਹੀ ਮੂਹਰੇ ਹੋਣਗੇ। ਭੇੜ ਪਿਆ ਨਿਹੰਗਾ, ਉਹਨਾਂ ਨੇ ਸਾਂਭਿਆ ਮੂਹਰੇ ਤੇ ਰਾਖਸ਼ਾਂ ਨੂੰ। ਕਿਹਨੇ ਸਾਂਭਿਆ? ਰਾਖਸ਼ਾਂ ਨੂੰ ਔਰ ਦੇਵਤਿਆਂ ਨੂੰ। ਨਿਹੰਗ ਨੇ ਉਹਦਾ ਲਿਖਿਆ ਪਿਆ, ਸ਼ਾਇਦ ਡਰਦੇ ਹੁਣ ਦੋਏ ਤਰ੍ਹਾਂ ਵੀ ਸਾਡੀ ਮੌਤ ਨਿਹੰਗਾਂ ਦੇ ਹੱਥੋਂ ਆ। ਵਿਦਵਾਨ ਵੀ ਡਰਦੇ ਹੁਣ, ਦੂਏ ਵੀ ਡਰਦੇ ਹੁਣ। ਤਾਂ ਕਹਿੰਦੇ ਨੇ ਵੀ ਇਹ ਚੰਡੀ ਦੀ ਵਾਰਤਾ ਹੀ 10 ਪਾਤਸ਼ਾਹ ਦੀ ਬਾਣੀ ਹੋਣੀ। ਜੇ ਬਾਣੀ ਮੰਨ ਲਿਆ ਤਾਂ ਦੁਨੀਆ ਨੂੰ ਪਤਾ ਲੱਗ ਜੂ ਇਹ ਤਾਂ ਪਹਿਲਾਂ ਹੀ ਮੌਤ ਲਿਖੀ ਹੋਈ ਹੈ ਇਹਨਾਂ ਦੇ ਹੱਥੋਂ, ਇਹਨਾਂ ਦੀ। ਹੁਣ ਮੰਨਣ ਕਿਵੇਂ? ਜੇ ਜਾਣਦੇ ਨੇ ਤਾਂ ਵੀ ਨਹੀਂ ਮੰਨਦੇ ਹੋ। ਹੁਣ ਨਿਹੰਗ ਲਫ਼ਜ਼ ਸਿੱਖ ਨਾਲ ਨਹੀਂ ਆਉਂਦਾ, ਨਿਹੰਗ ਲਫ਼ਜ਼ ਸੰਤ ਨਾਲ ਨਹੀਂ ਲੱਗਦਾ, ਨਿਹੰਗ ਲਫ਼ਜ਼ ਅਕਾਲੀ ਨਾਲ ਵੀ ਨਹੀਂ ਲੱਗਦਾ, ਕਿਸੇ ਨਾਲ ਨਹੀਂ ਲੱਗਦਾ। ਕੋਈ ਇੱਕ ਨਵਾਂ ਨਾਂ ਰੱਖਤਾ, ਨਵਾਂ ਨਹੀਂ ਹੈ, ਜਿਹੜਾ ਉਹਨੇ ਬਣਾਇਆ ਸੀ ਖਾਲਸਾ, ਉਹਦਾ ਨਾਂ ਨੇ। ਨਿਹੰਗ ਦਾ ਮਤਲਬ ਹੰਗਤਾ ਤੋਂ ਰਹਿਤ। ਨਿਹੰਗ ਦੇ 7 ਅਰਥ ਲਿਖੇ ਨੇ, 7 ਅਰਥ ਬੰਦੇ ਨੇ ਵੱਡੇ। ਨਿਹੰਗ ਦਾ ਅਰਥ ਹੈ, ਸਭ ਤੋਂ ਪਹਿਲਾ ਅਰਥ ਹੈ ਤਲਵਾਰ। ਨਿਹੰਗ ਦਾ ਅਰਥ ਹੈ ਗਿਆਨ ਖੜਗ। ਜੇ ਹੰਕਾਰ ਨਹੀਂ ਹੁੰਦਾ ਫਿਰ ਨਾਮ ਹੁੰਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਜਿੱਥੇ ਹੰਕਾਰ ਨਹੀਂ ਉੱਥੇ ਨਾਮ ਹੈਗਾ। ਹੰਕਾਰ ਨੂੰ ਮਾਰੂ ਕੌਣ? ਕੱਟੂ ਕੌਣ? ਕਾਹਦੇ ਨਾਲ ਕੱਟਿਆ? ਗਿਆਨ ਖੜਗ ਨਾਲ। ਗਿਆਨ ਖੜਗ ਉੱਥੇ ਹੈ ਜਿੱਥੇ ਹੰਕਾਰ ਨਹੀਂ ਹੈ। ਗਿਆਨ ਖੜਗ ਧਾਰੀ ਨੂੰ ਨਿਹੰਗ ਕਹਿੰਦੇ ਨੇ, ਹੋਰ ਨਹੀਂ ਕਿਸੇ ਨੂੰ ਕਹਿੰਦੇ ਨਿਹੰਗ। ਉਹ ਨਕਲੀ ਹੈ ਸਭ, ਫਿਰ ਬਾਕੀ ਸਭ ਨਕਲੀ ਨੇ। ਜਿਹੜਾ ਗਿਆਨ ਖੜਗ ਧਾਰੀ ਹੈ ਇਹ ਗੱਲ ਸਮਝਦਾ ਹੈ, ਆ ਗਿਆਨ ਲੈ ਰਿਹਾ ਹੈ, ਹੰਗਤਾ ਤੇ ਕਾਬੂ ਪਾ ਰਿਹਾ ਜਾਂ ਪਾ ਲਿਆ, ਉਹਨੇ ਹੋਰ ਕੋਈ ਨਹੀਂ। ਜੇ ਬਾਣਾ ਪਾ ਕੇ ਡਾਕੇ ਮਾਰਦਾ ਜਿਵੇਂ ਪੂਲਾ ਸੀ ਜਾਂ ਹੋਰ ਨੇ ਦੂਜੇ ਤੀਜੇ, ਉਹ ਨਹੀਂ ਹੋ ਸਕਦਾ। ਘੁਸਪੈਠ ਵੀ ਹੋ ਸਕਦੀ ਹੈ, ਹਰੇਕ ਚੀਜ਼ 'ਚ ਘੁਸਪੈਠ ਹੋ ਜਾਂਦੀ ਹੈ। ਮਿਲਟਰੀ 'ਚ ਘੁਸਪੈਠੀਏ ਚਲੇ ਜਾਂਦੇ ਨੇ, ਪੁਲਿਸ ਚਲੇ ਜਾਂਦੇ ਨੇ, ਹਰ ਜਗ੍ਹਾ ਘੁਸਪੈਠ ਤਾਂ ਹੋ ਜਾਂਦੀ ਹੈ। ਘੁਸਪੈਠ ਕਿਉਂ ਹੁੰਦੀ ਹੈ? ਮਾਇਆ। ਜਿੱਥੇ ਘੁਸਪੈਠ ਹੁੰਦੀ ਹੈ ਮਾਇਆ ਵਾਸਤੇ, ਜਿੱਥੇ ਖਾਣ ਨੂੰ ਹੋਵੇ ਉੱਥੇ ਆ ਜਾਂਦੇ ਹੁੰਦੇ ਨੇ, ਪੈਸੇ ਕਰਕੇ ਆ ਸਕਦੇ ਨੇ। ਦੂਜਾ ਅਰਥ ਹੈ ਕਲਮ ਲੇਖਣੀ। ਹੁਣ ਕਲਮ ਨਾਲੇ ਦੱਸੂ ਲਿਖ ਕੇ, ਤਲਵਾਰ ਦਾ ਧਨੀ, ਕਲਮ ਦਾ ਧਨੀ। ਤਲਵਾਰ ਹੈ ਗਿਆਨ ਚਰਚਾ। ਗਿਆਨ ਚਰਚਾ ਸਾਰਿਆਂ ਨੂੰ ਹਰਾਉਣ ਵਾਲਾ, ਔਰ ਲਿਖ ਕੇ ਸਾਰਿਆਂ ਦੇ ਉੱਤੇ ਦੀ ਮਾਰਨ ਵਾਲਾ। ਲਿਖ, ਉਹ ਜੋ ਬੋਲਣਾ ਉਹੀ ਲਿਖਣਾ। ਇੱਕੋ ਹੀ ਗੱਲ ਹੈ, ਇੱਕੋ ਹੀ ਅਰਥ ਹੈ ਤਲਵਾਰ ਦਾ, ਕਲਮ ਦਾ। ਤਲਵਾਰ ਔਰ ਕਲਮ ਦੇ ਅਰਥ ਇੱਕੋ ਹੀ ਹੈ। ਉਹ ਚੀਜ਼ ਬੋਲ ਕੇ ਕਹਿਣੀ ਆ, ਉਹੀ ਤੁਸੀਂ ਲਿਖ ਦੇਣੀ ਹੈ। ਆਹ ਗੁਰਬਾਣੀ ਲਿਖੀ ਹੋਈ ਹੈ। ਜਦ ਭਗਤ ਆਪ ਜਿਉਂਦੇ ਸੀ ਉਹ ਤਲਵਾਰ ਸੀ, ਜਦ ਬੋਲ ਕੇ ਜਿੰਦੇ ਸੀ ਉਹ ਤਲਵਾਰ ਸੀ। ਆਹ ਕਲਮ ਹੈ ਹੁਣ ਉਹਨਾਂ ਦੀ। ਕਲਮ ਕੀ ਹੈ? ਕਲਮ ਵੀ ਕਾਲ ਹੈ, ਤਲਵਾਰ ਵੀ ਕਾਲ ਹੈ। ਕਿਰਪਾਨ ਵੀ ਕਾਲੀ ਹੈ। ਕਿਰਪਾਨ ਦਾ ਨਾਮ ਵੀ ਕਾਲੀ ਹੈ, ਕਲਮ ਦਾ ਨਾਮ ਵੀ ਕਾਲੀ ਹੈ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੇ। ਕਾਲ ਹੀ ਕਲਮ ਹੈ।
ਹੁਕਮ ਹੀ ਉਹਦਾ ਹੱਥ ਹੈ। ਹੱਥ ਨਾਲੇ ਲਿਖ ਦਿੱਤਾ ਉਹਨੇ, ਉਂਗਲੀ ਨਾਲ। ਉਂਗਲੀ ਨਹੀਂ ਲਿਖ ਸਕਦੇ। ਕਾਲ ਕਲਮ ਹੁਕਮ ਹੱਥ, ਕਹੋ ਕੌਣ ਮੇਟ ਸਕੇ। ਵਾਹਿਗੁਰੂ 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 ਵਾਹਿ ਜੀਓ। ਇਹ ਤਾਂ ਆ ਗਿਆ ਆਦ ਦੇ ਵਿੱਚ। ਕੁਛ ਵੀ ਆਦ ਦੇ ਖਿਲਾਫ ਨਹੀਂ ਇੱਥੇ ਲਿਖਿਆ ਹੋਇਆ। ਜਿਹਨਾਂ ਨੂੰ ਆਦ ਦਾ ਗਿਆਨ ਨਹੀਂ, ਉਹਨੂੰ ਇਹਦਾ ਕਿੱਥੋਂ ਹੋ ਜਾਏ। ਇਹਦਾ ਗਿਆਨ ਤਾਂ ਨਹੀਂ ਹੋਇਆ, ਆਦ ਦਾ ਗਿਆਨ ਨਹੀਂ ਹੈ। ਲਓ ਲੈਣਾ ਗਿਆਨ ਉੱਥੋਂ ਹੀ ਪੈਣਾ। ਇਹ ਤਾਂ ਸਮਝ ਆਉਣੀ ਹੈ, ਡਾਇਰੈਕਟ ਨਹੀਂ ਸਮਝ ਆਉਣੀ ਹੈ, ਬਿਲਕੁਲ ਵੀ ਨਹੀਂ ਆਉਣੀ। ਦੂਜਾ ਅਰਥ ਹੈ ਕਲਮ। ਤੀਜਾ ਅਰਥ ਹੈ ਸ਼ੇਰ, ਸਿੰਘ। ਨਿਹੰਗ ਸਿੰਘ ਨਾਲ ਸਿੰਘ ਨਹੀਂ ਹੈ। ਤੀਜਾ ਅਰਥ ਹੈ ਸ਼ੇਰ, ਸ਼ੇਰ ਦਾ ਨਿਰਭੈ। ਜੇ ਗਿਆਨ ਹੈ ਭੈ ਤਾਂ ਗਿਆਨ ਜ਼ਾਹਰ ਨਹੀਂ ਕਰਨਾ ਉਹਨੇ। ਜੇ ਗਿਆਨ ਹੈ ਭੈ ਤਾਂ ਲਿਖਣਾ ਨਹੀਂ ਉਹਨੇ। ਦੱਸਦੇ ਨੇ ਨਿਰਭੈ। ਨਿਰਭੈ ਸ਼ੇਰ, ਧਰਤੀ ਦੇ ਨਿਰਭੈ ਸ਼ੇਰ ਹੈ। ਪਾਣੀ ਦੇ ਵਿੱਚ ਨਿਰਭੈ ਸ਼ੇਰ ਨਹੀਂ ਹੈ। ਉੱਥੇ ਫਿਰ ਘੜਿਆਲ ਹੈ, ਜਿਹਨੂੰ ਮਗਰਮੱਛ ਕਹਿੰਦੇ ਉਹ ਹੈ ਸਾਰਿਆਂ ਨੂੰ ਨਿਰਭੈ। ਉਹ ਤਾਂ ਡਰਦੇ ਨੇ। ਫਿਰ ਉਹ ਜਾਨਵਰ ਸਭ ਤੋਂ ਨਿਰਭੈ ਹੈ। ਉਹ ਪਾਣੀ ਦੇ ਵਿੱਚ ਹੈ। ਸੰਸਾਰ ਕਹਿੰਦੇ ਨੇ ਉਹਨੂੰ। ਅਸਲ 'ਚ ਸੰਸਾਰ ਪਾਣੀ ਦਾ ਬਾਦਸ਼ਾਹ, ਖੁਸ਼ਕੀ ਦਾ ਬਾਦਸ਼ਾਹ, ਜੰਗਲ ਦਾ ਬਾਦਸ਼ਾਹ ਕੌਣ ਹੈ? ਸ਼ੇਰ ਹੈ। ਫਿਰ ਇਹ ਦੋ ਨੇ, ਤਲਵਾਰ, ਕਲਮ, ਸ਼ੇਰ, ਚਾਰ। ਫਿਰ ਕੋਈ ਬੰਦਾ, ਉਹਦੇ ਨਿਹੰਗ ਸਿੰਘ ਜਿਵੇਂ ਸਾਜੇ ਹਨ। ਐ ਦੇ ਕੁੱਲ 7 ਅਰਥ ਬਣਾਉਂਦੇ ਨੇ। ਚੱਲ ਦੂਜੇ ਅਰਥ ਤਾਂ ਬੇਕਾਰ ਨੇ। ਇਹ ਚਾਰੇ ਅਰਥਾਂ ਦਾ ਮਤਲਬ ਹੈ ਜੀ। ਜੇ ਗੁਣ ਹੈਗੇ ਨੇ, ਨਿਰਭੈ ਤਾਂ ਇੱਕ ਗੁਣ ਹੈ ਬਸ। ਇੱਕੋ ਬੋਲਣ ਦੀ ਲਿਖਣ, ਜੋ ਬੋਲਣਾ ਹੈ। ਜਾਏ ਬੋਲ ਤੈ ਅਛਰ ਆਵਾ। ਜਿੱਥੇ ਬੋਲ ਹੋਈ ਅੱਖਰ ਆ ਜਾਣਾ। ਉੱਥੇ ਕਬੀਰ ਕਹਿੰਦਾ ਜਾਏ ਬੋਲ ਤੈ ਅਛਰ ਆਵਾ, ਜਾਏ ਅਬੋਲ ਤੈ ਥਿਰ ਨਾ ਰਹਾਵਾ। ਜੇ ਗੱਲ ਅਸੀਂ ਦੱਸੇ ਨਹੀਂ ਸਕਦੀ, ਜਿਹੜੇ ਕਹਿੰਦੇ ਦੱਸਿਓ ਨਹੀਂ ਜਾ ਸਕਦੀ, ਉਹਨਾਂ ਦਾ ਮਨ ਥਿਰ ਨਹੀਂ ਹੈ। ਮਨ ਤੁਹਾਡਾ ਟਿਕਿਆ ਕਿਵੇਂ? ਇਹ ਗੱਲ ਦੱਸ ਦਿਓ, ਗੱਲੇ ਦੱਸ ਦਿਓ ਬਸ। ਉਸ ਨੂੰ ਨਾਮ ਕਹਿੰਦੇ ਨੇ। ਜਿਹੜੀ ਗੱਲ ਨਾਲ ਮਨ ਟਿਕਿਆ, ਜਿਵੇਂ ਤੁਹਾਡਾ ਮਨ ਟਿਕਿਆ, ਜਿਹੜੇ ਪ੍ਰੋਸੀਜਰ ਨਾਲ ਮਨ ਟਿਕਿਆ, ਉਹ ਪ੍ਰੋਸੀਜਰ ਦੱਸਣਾ ਵੀ ਅਸੀਂ ਐਂ ਕੀਤਾ, ਆਹ ਕੁਝ ਕੀਤਾ, ਆਹ ਕੁਝ ਖਾਧਾ, ਆਹ ਕੁਝ ਪੀਤਾ, ਸਾਡਾ ਮਨ ਟਿਕਿਆ। ਦੂਆ ਟਿਕਾ ਲੂ ਕੋਈ? ਮਨ ਟਿਕਾਉਣ ਦੀ ਵਿਧੀ ਹੈ ਗੁਰਬਾਣੀ, ਹੋਰ ਕੁਛ ਨਹੀਂ ਹੈ। ਮਨ ਟਿਕਾਉਣ ਦੀ ਵਿਧੀ ਨਾਲ ਛੂਟਣ ਦੀ ਵਿਧੀ ਹੈ। ਪਹਿਲਾਂ ਦਲਾਂ ਮਿਲਦੇ ਆ, ਭੇੜ ਪਿਆ ਨਿਹੰਗਾ। ਹਾਂ। ਪੌੜੀ। ਓਰੜ ਫੌਜਾਂ ਆਈਆਂ, ਵੀਰ ਚੜੇ ਕੰਧਾਰੀ। ਓਰੜ ਫੌਜਾਂ ਆਈਆਂ, ਆ ਗਈਆਂ ਉਮੜ ਕੇ। ਜਿਵੇਂ ਬੱਦਲ ਆਉਂਦੇ ਨੇ ਨਾ, ਉਮੜ ਕੇ ਘੜਾ ਚੜ ਕੇ ਆਉਂਦੀ ਹੈ। ਫੌਜਾਂ ਚੜ ਕੇ ਆਈਆਂ, ਵੀਰ ਚੜੇ ਕੰਧਾਰੀ। ਕੰਧਾਰੀ, ਕੰਧਾਰ ਕਾਬਲ ਹੈ ਨਾ। ਕਾਬਲ ਕੰਧਾਰ ਦੇ ਬਹੁਤ ਤਗੜੇ ਗਿਆਨੀ ਨੇ ਉੱਥੇ, ਹੁਣ ਵੀ ਉੱਥੇ ਸਾਰਿਆਂ ਨੂੰ ਨੇ। ਇਹ ਅਫਗਾਨਿਸਤਾਨ ਦਾ ਨਾਮ ਉਪ ਗਿਆਨਿਸਤਾਨ ਹੈ। ਉੱਚੇ ਗਿਆਨ ਵਾਲੇ ਲੋਕ ਨੇ, ਧਾਰਮਿਕ ਚੋਟੀ ਦੇ ਬੰਦੇ ਨੇ। ਜੇ ਚੋਟੀ ਦਾ ਧਰਮ ਹੈ, ਚੋਟੀ ਦੇ ਯੋਧੇ ਉੱਥੇ ਹੀ ਹੁੰਦੇ ਨੇ। ਧਰਮ ਤੇ ਮਰਨ ਵਾਲੇ ਲੋਕ ਉੱਥੇ ਹੀ ਹੁੰਦੇ ਨੇ। ਇਹਨਾਂ ਨੂੰ ਤਾਂ ਸਮਝਾਉਣਾ ਪਊ ਵੀ ਇਹ ਧਰਮ ਨਹੀਂ ਹੈ। ਗਿਆਨ ਚਰਚਾ ਨਾ ਮੰਨ ਸਕਦੇ ਨੇ ਇਹ ਗੱਲ। ਜਿਵੇਂ ਇਹ ਬਣਾਉਂਦੇ ਨੇ, ਨਹੀਂ ਮੰਨਣਾ ਇਹਨਾਂ ਨੇ। ਅੱਜ ਤਾਂ ਨਹੀਂ ਮੰਨੇ, ਰਣਜੀਤ ਸਿੰਘ ਤਾਂ ਨਹੀਂ ਮੰਨੇ, ਅੰਗਰੇਜ਼ਾਂ ਤਾਂ ਨਹੀਂ ਮੰਨੇ, ਹੁਣ ਅਮਰੀਕਾ ਤਾਂ ਨਹੀਂ ਮੰਨੇ, ਪਹਿਲਾਂ ਰੂਸ ਤਾਂ ਨਹੀਂ ਮੰਨੇ, ਨਹੀਂ ਮੰਨਦੇ। ਗਿਆਨ ਚਰਚਾ ਚੁੱਪ ਕਰ ਸਕਦੇ ਨੇ। ਧਰਮ ਕੀ ਹੈ ਇਹਨਾਂ ਨੂੰ ਇਹ ਸਮਝਾਉਣਾ ਪਊਗਾ। ਧਰਮ ਯੁੱਧ ਕੀ ਹੁੰਦਾ ਇਹ ਸਮਝਾਉਣਾ ਪਊਗਾ। ਸ਼ਾਇਦ ਫੇਰ ਇਹ ਮੰਨ ਜਾਣ, ਸ਼ਾਂਤੀ 'ਚ ਆ ਜਾਣ। ਪਰ ਇਹਨਾਂ ਨੂੰ ਇੱਕ ਪਾਸੇ ਤਾਂ ਸ਼ਾਂਤੀ ਦੀ ਗੱਲ ਕਰਦੇ ਨੇ, ਦੂਜੇ ਪਾਸੇ ਜੋ ਕੁਝ ਕਰ ਰਹੇ ਨੇ ਪ੍ਰੈਕਟੀਕਲ, ਉਹ ਅੱਗ ਲਾਉਣ ਵਾਲੀ, ਪੈਟਰੋਲ ਛਿੜ ਕੇ ਅੱਗ ਲਾਉਣ ਵਾਲੀ ਗੱਲ ਕਰ ਰਹੇ ਨੇ। ਉਹਦੇ ਬੁਰਕੇ ਬਰਕੇ ਦੀ ਉਹਨਾਂ ਦੀ ਗੱਲ ਉਹ ਠੀਕ ਹੈ, ਧਾਰਮਿਕ ਗੱਲ ਹੈ। ਇਹ ਧਰਮ ਤੋਂ ਭ੍ਰਸ਼ਟ ਲੋਕ ਉਹਨਾਂ ਦੇ ਧਰਮ ਨੂੰ ਭਾਂਬੜ ਲਾਉਣ ਦੀ ਗੱਲ ਕਰ ਰਹੇ ਨੇ, ਉੱਥੇ ਤਾਂ ਨਹੀਂ ਡਿੱਗਦਾ। ਇਹਨਾਂ ਨੂੰ ਅਕਲ ਸਿੱਖਣੀ ਪਊਗੀ, ਨਹੀਂ ਦੁਨੀਆ ਦੀ ਮੌਤ ਹੋ ਜੂਗੀ। ਜਿਹੜੇ ਨਵੇਂ ਵਿਦਵਾਨ ਨੇ ਨਾ,
ਆਪਣੇ ਆਪ ਨੂੰ ਸਮਝਦੇ ਵੀ ਧਰਮ ਕੋਈ ਚੀਜ਼ ਨਹੀਂ। ਧਰਮ ਵਾਲਾ ਆਦਮੀ ਤਾਂ ਪਹਿਲਾਂ ਹੀ ਮਰਨ ਨੂੰ ਤਿਆਰ ਹੁੰਦਾ। ਤੁਸੀਂ ਬਚਣਾ ਕਿ ਨਹੀਂ ਬਚਣਾ, ਜ਼ਿੰਦਗੀ ਲੋਚਦੇ ਨੇ ਦੂਏ ਆਦਮੀ ਮਾਇਆ ਧਾਰੀ। ਧਰਮ ਆਦਮੀ ਜ਼ਿੰਦਗੀ ਨਹੀਂ ਲੋਚਦਾ ਹੁੰਦਾ। ਇਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ ਹੈ। ਉਹ ਤਾਂ ਮਰਨ ਨੂੰ ਤਿਆਰ ਨੇ, ਤੁਹਾਨੂੰ ਮਾਰ ਦੇਣਗੇ ਪਰ ਜਿਉਣ ਤੁਹਾਨੂੰ ਵੀ ਨਹੀਂ ਦਿੰਦੇ। ਜੇ ਤੁਸੀਂ ਜਿਉਣਾ ਚਾਹੁੰਦੇ ਹੋ ਸੁਧਰਨਾ ਇਹਨਾਂ ਨੂੰ ਜ਼ਿਆਦਾ ਪੈਣਾ। ਉਹ ਸੁਧਰ ਜਾਣਗੇ ਛੇਤੀ, ਇਹਨਾਂ ਨੇ ਨਹੀਂ ਸੁਧਰਨਾ। ਇੱਕ ਧਰਮ ਹੈ ਜਿਹੜਾ ਸ਼ਾਂਤੀ ਪੈਦਾ ਕਰ ਸਕਦਾ ਹੈ। ਇਹ ਜਿਹੜੇ ਜਿਨ੍ਹਾਂ ਕੋਲ ਪਾਵਰ ਹੈ ਉਹ ਖੁਦ ਧਰਮ ਕਰੀ ਗਏ। ਇਹ ਜ਼ਿਆਦਾ ਧਰਮ ਤੋਂ ਵਿਰੁੱਧ ਨੇ, ਗੱਲਾਂ ਕਰਦੇ ਨੇ ਧਰਮ ਦੀਆਂ। ਧਰਮ ਦਾ ਗਿਆਨ ਹੈ ਨਹੀਂ। ਧਰਮ ਹੁੰਦਾ ਕੀ ਹੈ, ਟਕਾ ਸੰਸਾਰ 'ਚ ਕਿਵੇਂ ਹੋਊਗਾ, ਇਹ ਜ਼ਿਆਦਾ ਲੋਕ ਖਰਾਬ ਨੇ। ਧਾਰਮਿਕ ਲੋਕ ਸੁਧਰ ਸਕਦੇ ਨੇ ਬੈਠ ਕੇ ਵੇਚ, ਤੇ ਇਹਨਾਂ ਨੂੰ ਨਹੀਂ ਸੁਧਰਨਾ। 2000 ਇਹ ਉਹਨਾਂ ਦੇ ਧਰਮ ਨੂੰ ਮਿੱਟੀ 'ਚ ਬਣਾਉਣਾ ਚਾਹੁੰਦੇ ਨੇ। ਧਰਮ ਹੀ ਖਤਮ ਕਰਨਾ ਚਾਹੁੰਦੇ ਨੇ ਸੰਸਾਰ 'ਚੋਂ। ਉਹਨਾਂ ਨੇ ਹੋਣ ਨਹੀਂ ਦੇਣਾ। ਜਿਵੇਂ ਅਫਗਾਨਿਸਤਾਨ 'ਚ ਕੀ ਹੋ ਗਿਆ ਸੀ ਪਿੱਛੋਂ, ਆਜ਼ਾਦੀ ਦੇਤੀ ਨਾ, ਉਹਨਾਂ ਨੇ ਫਿਰ ਹਾਵੀ ਹੋ ਗਏ। ਕਈ ਸਾਲ ਹੋਏ ਨੇ, ਸਦੇ ਹੋ ਗਿਆ ਵੀ। ਜੋ ਕੁਝ ਧਰਮ ਨੇ ਪਿੱਛੇ ਕੀਤਾ ਜਦ ਅਮਨ ਸੀ ਨਾ, ਜਿਹੜੇ ਵੇਲੇ ਯੁੱਗ ਦੇ ਵਿੱਚ ਅਮਨ ਰਿਹਾ ਸੰਸਾਰ 'ਚ, ਵਧੀਆ ਯੁੱਗ ਹੈ, ਉਸ ਵੇਲੇ ਦੇਖੋ ਕਿਹਦਾ ਕੀ ਰਾਈਟ ਸੀ, ਔਰਤਾਂ ਦਾ ਕੀ ਰਾਈਟ ਸੀ, ਆਦਮੀਆਂ ਦਾ ਕੀ ਰਾਈਟ ਸੀ, ਕਿਵੇਂ ਅਮਨ ਨਾਲ ਰਹਿੰਦੇ ਸੀ। ਉਹਨੂੰ ਸਟੱਡੀ ਕਰੋ। ਜੇ ਅਮਨ ਚਾਹੀਦਾ, ਇਨਸਾਫ ਕਿਵੇਂ ਹੋਊਗਾ, ਇਹ ਤੁਹਾਡੀ ਆਪਣੀ ਮਰਜ਼ੀ ਨਹੀਂ ਹੈ। ਬੀਕਾਨੇਰ ਦੇ ਵਿੱਚ, ਜਿਹੜੇ ਰਾਜਸਥਾਨ ਦੇ ਵਿੱਚ ਕਿਸੇ ਟਾਈਮ ਦੇ ਵਿੱਚ ਲੋਕ ਕਿਉਂ ਅਪਰਾਧ ਨਹੀਂ ਸੀ ਕਰਦੇ, ਉਹ ਸਟੱਡੀ ਕਰੋ ਵੀ ਉਹ ਕੀ ਕਰਦੇ ਸੀ। ਜੰਜ਼ੀਰੇ ਅਦਲ ਕੀ ਸੀ, ਹੁਣ ਤੇ ਕਿਉਂ ਲੋਕ ਉਹਨੂੰ ਮੰਨਦੇ ਨੇ, ਉਹ ਦੇਖੋ। ਉਹ ਜਿਹੇ ਬਣੇ ਬਰਾਬਰ ਨਹੀਂ ਹੁੰਦੇ। ਇਹ ਲੋਕ ਸ਼ਰਾਰਤੀ ਨੇ ਸਾਰੇ। ਜੇ ਤੁਸੀਂ ਕਹੋ ਨਾ ਵੀ ਚਾਹੇ 1000 ਕਤਲ ਕਰਤਾ ਉਹਨੂੰ ਫਾਂਸੀ ਨਹੀਂ ਦੇਣੀ, ਇਹਦੇ ਨਾਲ ਅਮਨ ਨਹੀਂ ਹੋਣ ਲੱਗੇ, ਬਦਮ ਨਹੀਂ ਫੈਲੂਗੀ। ਜਣਾ ਖਣਾ ਕਤਲ ਕਰੂਗਾ, ਫਿਰ ਪ੍ਰਾਪਰਟੀ ਵਾਸਤੇ ਕਤਲ ਕਰ ਦੇਣਗੇ। ਬੁੜਾ ਕਹੂ ਚੱਲ ਮੈਨੂੰ ਕਿਹੜਾ ਫਾਂਸੀ ਹੋਣੀ, ਮੈਂ ਬੈਠਾ ਰਹੂੰਗਾ ਜੇਲ੍ਹ 'ਚ। ਆ ਚੱਕ ਦਿੰਦੇ ਇਹਨੂੰ 5-7 ਕਰੋੜ ਦੀ ਜਾਇਦਾਦ ਆਉਂਦੀ ਹੈ, ਇਹਨਾਂ ਤਾਂ ਅਪਰਾਧ ਵੱਧ ਜਾਊਗਾ। ਇਹ ਤਾਂ ਕੁਝ ਹੋਰ ਕਰਦੇ ਸੀ ਅੱਗੇ ਵੀ ਇਹਨੇ ਕਾਹਦੇ ਖਾਤਰ ਮਾਰੇ ਸਾਰਿਆਂ ਨੂੰ, ਇਹਦੀ ਜਾਇਦਾਦ ਜ਼ਬਤ ਕਰ ਲਓ ਸਾਰੀ। ਇਹ ਕੁਝ ਹੋਰ ਕਰਦੇ ਸੀ, ਕੁਝ ਹੋਰ ਕਰਨਾ ਪਊਗਾ, ਵਿਚਾਰ ਕਰਨਾ ਪਊਗਾ ਕੀ ਕਰਨਾ। ਕੋਰਟਾਂ ਨਹੀਂ ਚਾਹੁੰਦੀਆਂ ਵੀ ਇਹ ਹੋ ਜਾਏ, ਜੱਜਾਂ ਦੀ ਨਹੀਂ ਹੈਗੀ ਇਹਦੇ 'ਚ। ਇਹ ਤਾਂ ਹੋਰ ਨੇ ਦੁੱਖੀਆਂ ਤਿੱਕੀਆਂ ਜਿਹੜੇ ਰੌਲੇ ਪਾਈ ਜਾਂਦੇ ਨੇ ਕਿ ਉਹਨਾਂ ਨੂੰ ਆਪ ਨੂੰ ਕੋਈ ਖਤਰਾ ਹੈ ਨਹੀਂ। ਅੱਤਵਾਦੀਆਂ ਦੀ ਤਰਫ ਦੀ ਗੱਲ ਕਰਦੇ ਨੇ ਵੀ ਸਾਨੂੰ ਅੱਤਵਾਦੀ ਨਾ ਕੁਛ ਕਹਿਣ, ਕਮ ਸੇ ਕਮ ਆਪਣੀ ਸੇਫ ਸਾਈਡ ਕਰਦੇ ਨੇ ਉਹ। ਵੀ ਅਸੀਂ ਕਹਾਂਗੇ ਕਤਲ ਨਹੀਂ ਚਾਹੀਏ ਨਾ ਫਾਂਸੀ, ਅਸੀਂ ਤਾਂ ਸੇਫ ਹਾਂ, ਸਾਡਾ ਤਾਂ ਨਿਆਣਾ ਕੋਈ ਅਪਹਰਨ ਨਹੀਂ ਹੋਊਗਾ। ਇਹ ਗੱਲਾਂ ਨੇ ਇਹਨਾਂ ਦੀਆਂ। ਹਾਂਜੀ, ਪੌੜੀ ਓਲਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ। ਓਲਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ। ਕੰਧਾਰ ਦੇ ਵੀਰ ਚੜੇ, ਕਾਬਲ ਕੰਧਾਰ ਹੈ। ਉਹ ਆਏ ਨੇ ਯਾਰ ਚਰਚਾ ਨੂੰ। ਕੌਣ ਗਏ? ਗੁਰੂ ਨਾਨਕ ਦੀ ਗੱਲ ਹੈ। ਵੀਰ ਚੜੇ ਕੰਧਾਰੀ, ਨਾਨਕ ਨਿਹੰਗ ਹੈ। ਉਹ ਜੇ ਸਾਰੀਆਂ ਖੂਬੀਆਂ ਨੇ, ਉੱਥੇ ਜਾ ਕੇ ਇਸਲਾਮ ਦੇ ਖਿਲਾਫ ਗੱਲ ਕਰਨੀ ਮਜ਼ਾਕ ਨਹੀਂ ਹੈ। ਕੰਧਾਰ ਵਿੱਚ ਜਾ ਕੇ ਰਾਜ ਉਹਨਾਂ ਦਾ ਹੋਵੇ, ਇੱਥੇ ਹਿੰਦੁਸਤਾਨ ਦੇ ਵਿੱਚ ਇਹ ਕਹਿਣਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਕਹਿਣਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵੇ। ਇਹ ਗੱਲਾਂ ਕਿਵੇਂ ਕਹਿਤੀਆਂ? ਡਰ ਹੈ ਨਹੀਂ ਹੈ, ਭੈ ਹੈ ਨਹੀਂ। ਸੱਚ ਬੋਲਣ ਵਾਸਤੇ ਬੜਾ ਜਿਗਰਾ ਚਾਹੀਦਾ। ਸੱਚ ਬੋਲਣ ਵਾਸਤੇ ਨਿਰਭੈ ਚਾਹੀਦਾ। ਹੁਣ ਸੱਚ ਨਹੀਂ ਬੋਲਿਆ ਜਾ ਸਕਦਾ। ਤੁਸੀਂ ਇਨਸਾਫ ਨਹੀਂ ਕਰ ਸਕਦੇ। ਜੱਜ ਮੁਕੱਦਮਾ ਸੁਣਨ ਤੋਂ ਜਵਾਬ ਦੇ ਦਿੰਦੇ ਨੇ ਵੀ ਜੇ ਅਸੀਂ ਹੁਕਮ ਸੁਣਾਇਆ, ਸੱਚ ਕੀ ਇਨਸਾਫ ਕੀਤਾ ਤਾਂ ਸਾਡੀ ਮੌਤ ਹੈ। ਅਸੀਂ ਕੇਸ ਨਹੀਂ ਭਾਈ ਸੁਣਦੇ। ਅਗਲੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੰਦੇ ਨੇ, ਜੱਜ ਜਵਾਬ ਦੇ ਦਿੰਦੇ ਨੇ ਸੁਣਨ ਤੇ। ਕਿਉਂ? ਰਿਸਕ ਹੈ।
ਔਖਾ ਹੈ। इंसाफ करना बड़ा मुश्किल है, सच बोलना बड़ा मुश्किल है। हाँ जी। सड़क म्यानों कड्डियां तिखियां तरवारी, सड़क म्यानों कड्डियां तिखियां तरवारी, तलवारां खिंचनियां धोलियां, यानी चर्चा शुरू होगी। कड़क उठे बुद्ध मुकाबले ते आ गई बराबर। कड़क उठी रण मचिया वड्डे हंकारी, कड़क उठे रण मचिया, चंगे ठोस तरीके नाल गल कर रहे ने, दावे नाल गल कर रहे ने, कड़क के गल कर रहे ने, अपनी अपनी दलील पेश। वड्डे हंकारी जिवें वकील करते ने, कोर्टां देखे ने खोरू पाउंदे हुंदे ने, चाहे झूठे होवे, अपनी गल नूं इस तरीके नाल पेश करदे ने भी ये ठीक है, ही सच। वड्डे हंकारी, सिर तड़ बाहां गन्नल फुल जेहे बाड़ी, गन ले है वो मिसप्रिंट होया है। सिर तड़ बाहां गन्नली गन्नले गन्नले गाने बने हुए ने, गाने बन के जाते हत्थां नूं लड़न। फुल जेहे बाड़ी, फुल जे बाड़ी, जिवें बाड़ां ते फुल झड़ा हुंदे ने, हत्थां नूं गाने बने हुए ने ना। जापे कट्टे बाडियां रुख चंदन आरी, सिर धड़, सिर भी सजे हुए ने, सिरां दे उत्ते बांग भी सजे हुए ने, डोलियां दे उत्ते हत्थां नूं गाने बने हुए ने, ऐ ਉੱਚੇ ने ना थले लक तो, जिवें बाड़ा नूं फुੱਲ लगे हुंदे ने, ऐ सारे सजे हुए ने जोधे। गन्नले फुੱਲ जे बाड़ी, जापे कट्टे बाडियां रुख चंदन आरी, ऐ ਵੱਡੇ ਪਏ ਨੇ ਜਿਵੇਂ ਫੁੱਲਾਂ ਵਾਲੇ ਦਰਖਤ ਵੱਢ ਦਿੱਤੇ ਹੁੰਦੇ ਨੇ। ਚੰਦਨ ਦੇ ਫੁੱਲਾਂ ਦੇ ਦਰਖਤ ਆਰੀ ਨਾ ਵੱਢਦੇ ਨਾ, ਵੱਢਣ ਵਾਲੇ ਐ ਵੱਡੇ ਪਏ ਨੇ। ਸਣੇ ਗਾਨੇ ਹੱਥ ਵੱਡੇ ਬਾਹਾਂ ਵੱਡੀਆਂ ਪਈਆਂ ਨੇ, ਸਣੇ ਸੇ ਆ ਸਿਰ ਵੱਡੇ ਪਏ ਨੇ, ਵੱਡੇ ਵੀ ਪਏ ਨੇ, ਹੈ ਵੀ ਬਾਲਾਂ ਦੇ ਉੱਤੇ ਲੱਗੇ ਹੋਏ ਵੀ ਨੇ। पौड़ी कहे जे नक्शे देखो कैसे कैसे ने, और जंग की हो रही है, नक्शा कहे जे, लफ्ज कहे जे इस्तेमाल, फुल जे बाड़ी, मजाक च गल कर रहे हैं एडी बड़ी जंग की गल नूं। पौड़ी दोहां कंधारा मुंह जुड़े जा सट पई खरवार को, खरवार को, खरवार की है ये ठीक है, बड़ा नकारे ते खोते की खल होंदी है, पर ਉਹਨਾਂ ਦੀ ਮੂਰਖਤਾ ਤੇ ਸੱਟ ਪੈ ਰਹੀ ਹੈ। ਅਸਲ ਦੇ ਵਿੱਚ ਤਾਂ ਗੱਲ ਇਹ ਹੈ, ਜਿਹੜੇ ਹੰਕਾਰੀ ਨੇ ਮੂਰਖਤਾ ਦੀਆਂ ਗੱਲਾਂ ਕਰਦੇ ਦਾਅਵੇ ਨਾਲ, ਉਹਦੇ ਤੇ ਸੱਟ ਪਈ ਹੈ, ਉਹਦੇ ਨਗਾਰੇ ਤੇ ਸੱਟ ਪੈ ਰਹੀ ਹੈ। ਖਰਵਾਰ ਕੋ, ਮੂਰਖਤਾ ਦੀ ਮੂਰਖਤਾ ਤੇ ਜੋੜ ਕੀਤੀ ਗਿਆਨ ਨੇ, ਚੰਡੀ ਨੇ। ਹਾਂਜੀ। तक तक कैबर दुर्ग शाह, तक मारे भले झंझार को, तक तक कैबर, कैबर नहीं है, कै अलग है, बर अलग है। कै करके बर ਹੁੰਦਾ ਪੂਰੇ ਤਾਣ ਨਾਲ, ਪੂਰੇ ਜ਼ੋਰ ਨਾਲ। तक तक कै बार दुर्ग शाह, ਦੁਰਗ ਸਾਹ ਤੱਕ ਮਾਰੇ ਭਲੇ ਜੁਝਾਰ ਕੋ, ਚੋਣਵੇਂ ਜਿਹੜੇ ਸੀ ਨਾ ਪੂਰੇ ਗੱਲ ਕਰਨ ਵਾਲੇ, ਉਹਨਾਂ ਨੂੰ ਤੱਕ ਤੱਕ ਕੇ ਉਹਨਾਂ ਤੇ ਪ੍ਰਹਾਰ ਕੀਤਾ ਵੀ ਤੂੰ ਸੁਣ ਲੈ ਭਾਈ, ਇਹਦੀ ਗੱਲ ਸੁਣੀਏ, ਪਹਿਲਾਂ ਇਹਦੀ ਗੱਲ ਦਾ ਜਵਾਬ ਦੇ ਲਈਏ। ਬਾਕੀ ਜਿਹੜੇ ਹੋਰ ਨਾਲ ਦੇ ਕੰਮਾਂ ਰੌਲੀ ਪਾਉਂਦੇ ਉਹ ਤਾਂ ਸੁਣਦੇ ਨਹੀਂ ਨਾ ਗੱਲ। ਜਿਹੜੇ ਵੱਡੇ ਵੱਡੇ ਯੋਧੇ ਸੀ, ਗਿਆਨੀ ਸੀ, ਚਰਚਾ ਕਰਨ ਵਾਲੇ ਸੀ, ਉਹਨਾਂ ਨੂੰ ਤੱਕ ਤੱਕ ਕੇ ਨਿਸ਼ਾਨਾ ਬਣਾ ਕੇ ਉਹਨਾਂ ਤੇ ਪ੍ਰਹਾਰ ਕੀਤੇ। ਤੱਕ ਮਾਰੇ ਭਲੇ ਜੁਝਾਰ ਕੋ, ਯੋਧੇ ਸੀ ਜਿਹੜੇ। ਜਦ ਹੁਣ ਸਰਦਾਰੇ ਮਰ ਗਿਆ, ਦੂਏ ਕੀ ਬੋਲਣਗੇ। ਹਾਂਜੀ। पैदल मारे हाथियां संग रात गिरे सवार को, ਪੈਦਲ ਮਾਰੇ, ਪੈਦਲ ਤਾਂ ਉਹੀ ਪੈਦਲ ਕੌਣ ਨੇ ਜਿਹੜੇ ਅਕਲ ਤੋਂ ਪੈਦਲ ਹੁੰਦੇ ਨੇ। ਆਪਾਂ ਕਹਿੰਦੇ ਨਹੀਂ ਅਕਲ ਤੋਂ ਪੈਦਲ ਹੈ, ਜਿਹੜੇ ਮੂਹਰੇ ਪੈਦਲ ਹੁੰਦੇ ਨੇ ਰਾਜਾਂ ਦੇ, ਅਕਲ ਤੋਂ ਵੀ ਪੈਦਲੇ ਹੁੰਦੇ ਨੇ। ਮਰਨੂ ਹੁੰਦੇ ਨੇ ਮੂਹਰੇ, ਹੋਰ ਕੀ ਕਰਨ ਹੁੰਦੇ ਨੇ। ਉਹ ਸਭ ਤੋਂ ਪਹਿਲਾਂ ਉਹੀ ਮਰਦੇ ਨੇ। ਉਦੋਂ ਜਿਹੜੇ ਯੋਧੇ ਹੁੰਦੇ ਨੇ ਉਹ ਹਾਥੀ ਤੇ ਜਿਹੜੇ ਹੋਏ ਹੁੰਦੇ ਨੇ। ਉਦੋਂ ਜਿਹੜੇ ਦੂਏ ਹੁੰਦੇ ਨੇ ਸਰਦਾਰ ਜ਼ਿਆਦਾ, ਉਹ ਰੱਥ ਦੇ ਉੱਤੇ ਹੁੰਦੇ ਨੇ। ਲੀਡਰ ਜਿਹੜੇ ਹੁੰਦੇ ਨੇ ਉਹ ਰੱਥ ਦੇ ਉੱਤੇ ਝੰਡਾ ਲੱਗਿਆ ਹੁੰਦਾ, ਜਾਂ ਰੱਥ ਤੇ ਜਾਂ ਹਾਥੀ ਤੇ। ਦੋ ਹੀ ਜਗ੍ਹਾ ਰਾਜੇ ਬਹਿ ਕੇ ਲੜਾਈ ਕਰਦੇ ਰਹੇ ਨੇ। ਰਥਾਂ ਤੇ ਪਹਿਲਾਂ ਕਰਦੇ ਹੁੰਦੇ ਸੀ ਲੜਾਈ, ਜਿਵੇਂ ਰਾਮਚੰਦਰ ਹੈ, ਕ੍ਰਿਸ਼ਨ, ਅਰਜੁਨ ਹੈ, ਰਥਾਂ ਤੇ ਲੜਾਈ ਕਰਦੇ ਸੀ। ਆ ਜਦ ਦੂਆ ਰਾਜ ਆਇਆ ਮੁਗਲ ਕਾਲ ਦੇ ਵਿੱਚ, ਹਾਥੀਆਂ ਤੇ ਚੜ੍ਹ ਕੇ ਲੜਾਈ ਕਰਦੇ ਸੀ ਰਾਜੇ। ਹਾਥੀ ਤੇ ਸੇਫ ਹੈ ਨਾ ਆਦਮੀ, ਹਾਥੀ ਦਾ ਹੋਦਾ ਹੁੰਦਾ ਸੀ ਉਹ ਤੋਂ ਬਚਣ ਵਾਸਤੇ, ਆਲੇ ਦੁਆਲੇ ਉਹਦੇ ਸੇਫ ਜਗ੍ਹਾ ਹੁੰਦੀ ਸੀ।
ਉੱਚਾ ਹੈ ਉੱਥੇ ਛੇਤੀ ਤਾਂ ਨਹੀਂ ਆ ਬੜੂ। ਆਲੇ ਦੁਆਲੇ ਹਾਥੀ ਨੇ, ਹੋਰ ਆਲੇ ਦੁਆਲੇ ਘੋੜ ਸਵਾਰ ਨੇ, ਉਹਨਾਂ ਦਾ ਘੇਰਾ, ਉਹਨਾਂ ਨੂੰ ਤੋੜ ਕੇ ਹੀ ਅੰਦਰ ਆਊਗਾ ਕੋਈ। ਉਹਨੇ ਏਰੀਏ ਦੇ ਵਿੱਚ ਕੋਈ ਬੰਦਾ ਹੀ ਨਹੀਂ ਉਹਦੇ ਨੇੜੇ ਆ ਸਕਦਾ ਜਿੰਨੇ ਏਰੀਏ 'ਚ ਉਹਦੇ ਤੀਰ ਜਾਂ ਤਲਵਾਰ ਕੋਈ ਬੰਦੂਕ ਆ ਸਕਦੀ ਹੈ। ਉਹਨਾਂ ਏਰੀਏ ਤੋਂ ਪਰੇ ਰਹੂਗਾ। ਆਪਣਾ ਅਲੱਗ ਕਿਲਾ ਹੁੰਦਾ ਸੀ ਉਹਨਾਂ ਦੀ ਸਿਕਿਉਰਿਟੀ ਦਾ। ਸਿਕਿਉਰਿਟੀ ਦੀ ਜਿਹੜੀ ਉਹਨਾਂ ਦੀ ਹੈ ਨਾ, ਉਹਦੇ ਹਿਸਾਬ ਨਾਲ ਬਣਾਉਂਦੇ ਜਿਵੇਂ ਹੁਣ ਬਣਾਉਂਦੇ ਸਿਕਿਉਰਿਟੀ। ਹਾਂ, ਪੈਦਲ ਮਾਰੇ, ਪੈਦਲ ਮਾਰੇ, ਪੈਦਲ ਤਾਂ ਪਹਿਲਾਂ ਹੀ ਮਰ ਰਹੇ ਨੇ। ਹਾਥੀਆਂ ਤੇ ਚੜੇ ਹੋਏ ਸੰਗ ਰਥ ਗਿਰਿਆ ਸਵਾਰ ਕੋ, ਜਿਹੜੇ ਰਥ ਵਾਲੇ ਨੇ, ਅਸਵਾਰ ਨੇ, ਉਹ ਤਾਂ ਨਾਲੇ ਗਿਰ ਜਾਂਦੇ ਨੇ। ਜਾਂ ਹਾਥੀ ਵਾਲਾ ਮਾਰ ਲਿਆ, ਪੈਦਲ ਰਥ ਵਾਲਾ ਮਾਰ ਲਿਆ, ਜਾਂ ਰਥ ਵਾਲਾ ਹਾਥੀ ਵਾਲਾ ਉਹ ਮਾਰ ਲਿਆ, ਰਾਜਾ ਮਾਰ ਲਿਆ। ਪੈਦਲ ਤਾਂ ਆਪੇ ਮਰ ਜਾਣੇ ਨੇ। ਪੈਦਲ ਕਿਵੇਂ ਮਰਦੇ ਨੇ? ਜਾਂ ਉਹਨਾਂ ਦੇ ਸੰਗ ਰਥ ਵਾਲਾ ਸਵਾਰ ਕਰ ਜਾਂਦਾ, ਪੈਦਲ ਜਦੇ ਮਰ ਜਾਂਦੇ ਨੇ ਸਾਰੇ। ਪੈਦਲਾਂ ਨਾਲ ਨਹੀਂ ਬੋਲੀ ਦਾ ਹੁੰਦਾ। ਅਕਲ ਤੋਂ ਪੈਦਲਾਂ ਦੀ ਜਵਾਬ ਨਹੀਂ ਦੇਈਦਾ। ਕਿਸੇ ਸਿਆਣੇ ਦੀ ਸਿਆਣੀ ਗੱਲ ਦਾ ਜਵਾਬ ਦੇਈਦਾ। ਹੁਣ ਕਾਲੇ ਅਫਗਾਨਾਂ ਦੀਆਂ 10 ਕਿਤਾਬਾਂ ਦਾ ਜਵਾਬ ਕਿਹੜਾ ਦੇਵੇ? ਪੈਦਲ। ਅਕਲ ਤੋਂ ਤਾਂ ਪੈਦਲ ਸੀ ਉਹ। ਅਕਲ ਤੋਂ ਪੈਦਲ ਤਾਂ ਲੋਕ ਲੋਹ ਜਿਹੇ ਲਿਖੀ ਜਾਣ ਕੇ ਮੇਰਾ ਜਵਾਬ ਦਿਓ। ਕੌਣ ਦੇਵੇ ਇਹਨਾਂ ਦਾ ਜਵਾਬ? ਕੋਈ ਅਕਲ ਦੀ ਗੱਲ ਹੋਵੇ ਉਹਦਾ ਜਵਾਬ ਦੇਈਦਾ। ਸਭ ਅਕਲ ਤੋਂ ਪੈਦਲ ਨੇ। ਇਹ ਸਿਆਣੇ ਵੀ ਹੁੰਦੇ ਨੇ, ਸਿਆਣੇ ਦੀ ਗੱਲ ਦਾ ਜਵਾਬ ਦਿੱਤਾ ਜਾ ਸਕਦਾ ਹੈ। ਅੰਮ੍ਰਿਤ ਹੈ ਜਿਹੜੀ ਉਹਦੀ ਗੱਲ ਸੀ ਅਕਲ ਤੋਂ ਪੈਦਲ ਵਾਲੀ ਸੀ। ਜਵਾਬ ਤਾਂ ਦੇਣਾ ਪਿਆ ਸੰਗਤ ਨੂੰ, ਭੁਲੇਖਾ ਪੈਂਦਾ ਤਾਂ ਭੁਲੇਖਾ ਕੱਢਣ ਵਾਸਤੇ। ਗੱਲ ਕੁਝ ਵੀ ਨਹੀਂ ਸੀ। ਗੱਲ ਇਹ ਆਖਰ ਰਿਜ਼ਲਟ ਇਹ ਨਿਕਲਿਆ ਵੀ ਇਹ ਬੰਦਾ ਅਕਲ ਤੋਂ ਪੈਦਲ ਹੈ। ਇਹੀ ਆਖਰ 'ਚ ਲਿਖਿਆ ਸੀ ਵੀ ਸੰਗਤ ਖੁਦ ਦੇਖ ਲਵੇ ਇਹਨੂੰ ਕਿੰਨੀ ਕੁ ਸਮਝ ਹੈ ਗੁਰਮਤਿ ਦੀ। ਕਹਿਣ ਦਾ ਮਤਲਬ ਇਹੀ ਸੀ ਵੀ ਅਕਲ ਤੋਂ ਪੈਦਲ ਹੈ ਇਹ। ਉਹਨੇ ਜਵਾਬ ਹੀ ਨਹੀਂ ਦਿੱਤਾ ਸਾਨੂੰ। ਹੁਣ ਦੇ ਦੇਣ ਜਵਾਬ, ਸਪੋਕਸਮੈਨ ਦੇ ਦੇਵੇ ਜਵਾਬ। ਇਹਦਾ ਤਾਂ ਬੜਾ ਸਕਾ ਸੀ ਉਹ। ਸਪੋਕਸਮੈਨ ਉਹਦੇ ਕਰਕੇ ਹੀ ਕੱਢਿਆ ਇਹ। ਉਹਦਾ ਡਿਫੈਂਸ ਕਰੇ ਆ ਕੇ, ਉਹਦੀਆਂ ਕਿਤਾਬਾਂ ਦੱਸ ਰਹੇ, ਚਰਚਾ ਕਰੇ ਆ ਕੇ। ਫੇਰ ਇਹ ਕਹੇ ਵੀ ਮੈਨੂੰ ਨਜਾਇਜ਼ ਕੱਢਿਆ। ਬਕਵਾਸ ਕਰੀ ਜਾਂਦਾ, ਕੀ ਫਾਇਦਾ ਇਸ ਗੱਲ ਦਾ? ਉਹ ਨਹੀਂ ਚਰਚਾ ਕਰਦੇ, ਸਾਡੇ ਨਾਲ ਕਰ ਲਵੇ। ਤੂੰ ਅੰਨਾ ਸੀ, ਉਹਦੇ ਮਗਰ ਲੱਗ ਗਿਆ ਉੱਠ ਕੇ। ਕਿਉਂ ਲੱਗਿਆ ਤੂੰ ਉਹਦੇ ਮਗਰ? ਜਾਂ ਤਾਂ ਤੂੰ ਸ਼ਰਾਰਤੀ ਹੈ ਜਾਣ ਕੇ ਲੱਗਿਆ। ਇਹ ਅਖਬਾਰ ਚਲਾਉਣਾ ਸੀ, ਕੰਟਰੋਵਰਸੀ ਸੀਜ਼ਨ ਨੂੰ ਚਾਹੀਦੀ ਵੀ ਮੈਂ ਛੇਤੀ ਚੱਲ ਪਊ ਅਖਬਾਰ। ਤੂੰ ਨੁਕਸਾਨ ਕੀ ਕਰ ਰਿਹਾ ਸੀ ਇਹ ਨਹੀਂ ਤੈਨੂੰ ਪਤਾ। ਨੁਕਸਾਨ ਕੀ ਹੋ ਰਿਹਾ ਸੀ ਇਹ ਨਹੀਂ ਪਤਾ ਤੈਨੂੰ ਇਹਨਾਂ ਗੱਲਾਂ ਦਾ। ਸਿੱਖ ਬਣਿਆ ਫਿਰਦਾ ਮੈਂ ਸਿੱਖ ਹਾਂ, ਤੈਨੂੰ ਲੱਗ ਜੂਗਾ ਪਤਾ ਸਿੱਖ ਇਹੋ ਜਿਹੇ ਹੁੰਦੇ ਨੇ। ਤੂੰ ਕਿਹੜੀ ਸਿੱਖੀ ਦੇ ਕੰਮ ਕੀਤਾ? ਸਾਰਾ ਪਾਜ ਤੇਰਾ ਸਾਰਾ ਹੀ ਲੰਘਾ ਹੋ ਜੂ। ਸਿੱਖੀ ਦਾ ਤੇਰੇ 100 ਕੋਚ ਨਹੀਂ ਹੈ ਨੇੜੇ। ਸਿੱਖੀ ਦਾ ਘਰ ਬਹੁਤ ਦੂਰ ਹੈ। ਮੁੱਕਰ ਜੋ ਦੱਸ ਗ੍ਰੰਥ ਤੇ। ਮੈਨੂੰ ਕਹਿੰਦਾ ਮੁੱਕਰ ਜੋ, ਲੈ ਦੱਸ ਮੁੱਕਰ ਹੀ ਅਸੀਂ ਗੁਰੂ ਤੋਂ ਮੁੱਕਰ ਜੀਏ। ਤੇਰੇ ਵਰਗਾ ਪਤਾ ਨਹੀਂ ਕਿੰਨੇ ਫਿਰਦੇ ਨੇ ਤੋਰੇ। ਸੋਹਣ ਸੱਜਾ ਇਹਦਾ ਮਤਲਬ ਹੈ ਜਦ ਉਹਨੇ ਮੰਨ ਲਿਆ, ਮੈਂ ਦੱਸ ਦਿੱਤਾ ਵੀ ਲੱਭ ਕੁਛ ਸਮਝਾਤਾ ਉਹਨੂੰ ਵੀ ਕੀ ਹੈ ਕੀ ਵਿਆਖਿਆ। ਕਹਿੰਦਾ ਛੱਡੋ ਤੁਸੀਂ ਮੁੱਕਰੇ ਜਾਓ। ਸਮਝ ਕੇ ਕਹਿੰਦਾ ਮੁੱਕਰ ਜੋ। ਤੇਰਾ ਬੇੜਾ ਹੋ ਜਾ ਗਰਕ। ਅਸੀਂ ਗੁਰੂ ਤੋਂ ਮੁੱਕਰ ਜੀਏ, ਸਾਨੂੰ ਕਹਿੰਦਾ ਤੂੰ ਮੁੱਕਰ ਜੋ। ਮੈਂ ਕਿਹਾ ਇਹ ਬੰਦਾ ਨਹੀਂ ਹੈਗਾ, ਤਿਆਗਣ ਯੋਗ ਹੈ ਬੰਦਾ। ਤੂੰ ਸਮਝ ਕੇ ਵੀ ਕਹਿੰਦਾ ਮੁੱਕਰ ਜੋ। ਕਿਤੇ ਆਵੇ ਤਾਂ ਸਹੀ ਮੈਦਾਨ 'ਚ, ਇਹਨੂੰ ਦੱਸੀਏ ਵੀ ਤੂੰ ਕੀ ਹੈ। ਮੈਨੂੰ ਕਿਹਾ ਉਹਨੇ ਮੁੱਕਰ ਜੋ। ਵਾਹ ਬਈ ਵਾਹ, ਮੁੱਕਰ ਜੀਏ ਅਸੀਂ। ਤੂੰ ਤਾਂ ਦੁਸ਼ਮਣ ਹੈ ਸਿੱਖੀ ਦਾ। ਰਹਿ ਕੀ ਜਾਊ ਸਾਡੇ ਕੋਲ ਜੇ ਮੁੱਕਰ ਜੀਏ ਤਾਂ ਗ੍ਰੰਥ ਤੇ ਕੁਛ ਨਹੀਂ ਹੈ ਫਿਰ ਰਹਿੰਦਾ ਸਾਡੇ ਕੋਲ। ਗੁਰੂ ਗੋਬਿੰਦ ਸਿੰਘ ਨੂੰ ਅਸੀਂ ਗੁਰੂ ਨਹੀਂ ਸਾਬਤ ਕਰ ਸਕਦੇ। ਫਿਰ ਬਾਅਦ 'ਚ ਜੇ 10 ਗ੍ਰੰਥ ਇੱਕ ਕਿਤਾਬ ਹੈ ਤਾਂ ਗੁਰੂ ਵੀ ਗੁਰੂ ਹੈ ਨਹੀਂ। ਫਿਰ ਸਾਰੀ ਸੇ ਕੌਮ ਲਾਵਾਰਸ ਹੈ। ਜੇ ਗੁਰੂ ਗੁਰੂ ਨਹੀਂ ਹੈ, ਅੰਮ੍ਰਿਤ ਵੀ ਢੋਊਗਾ। ਫਿਰ ਗੁਰੂ ਜੀ ਨੂੰ ਫਿਰ ਤਾਂ ਅੰਮ੍ਰਿਤ ਵੀ ਢੋਊਗਾ। ਸ਼ਿਕਾਇਤਾਂ ਹੋਣ ਕਈ ਕਹਿੰਦੇ ਨੇ ਉਹ ਤਾਂ ਬਾਗੀ ਸੀ ਜੀ, ਗੁਰੂ ਗੋਬਿੰਦ ਸਿੰਘ ਤੋਂ ਬਾਗੀ ਸੀ। ਕਹਿਣ ਸਿੱਖ ਤਾਂ ਨਹੀਂ ਨਾ ਮੰਨ ਸਕਦੇ ਗੱਲ ਨੂੰ। ਜਿਹੜੇ ਬਾਗੀ ਕਹਿੰਦੇ ਨੇ ਦੁਸ਼ਮਣ ਨੇ ਸਿੱਖੀ ਤੇ ਕਹੀ ਜਾਣ, ਕਹਿੰਦੇ ਰਹਿਣ। ਜੇ ਤੂੰ ਬਾਗੀ ਕਹਿੰਦਾ ਤੂੰ ਸਿੱਖ ਕਿੱਥੋਂ ਹੈ?
ਕਿਤਾਬ ਵਾਲੀ ਗੱਲ ਤਾਂ ਤੁਹਾਨੂੰ ਦੱਸ ਦਾਂਗੇ ਵੀ ਕਿਤਾਬ ਕਹਿਣ ਦਾ ਹਸ਼ਰ ਕੀ ਹੁੰਦਾ ਹੈ। ਕਿਤਾਬ ਤਾਂ ਲਿਖੀ ਜਾਂਦੇ ਹੋ, ਕਹੀ ਜਾਂਦੇ ਹੋ, ਪਤਾ ਲੱਗ ਜੂਗਾ। ਜਿਵੇਂ ਇਜ਼ਰਾਈਲ ਫਰਿਸ਼ਤਾ ਤਲਪੀੜੇ ਕਹਾਣੀ ਐ ਬਾਹਰ ਕੱਢ ਕੇ ਰੱਖ ਦਿੰਦੇ ਨੇ, ਜਿਵੇਂ ਤਿਲਾਂ ਚੋਂ ਤੇਲ ਬਾਹਰ ਹੋ ਜਾਂਦਾ। ਤੇਲ ਨਹੀਂ ਫਿਰ ਉਹਨਾਂ ਨੂੰ ਕੋਈ ਕਹਿੰਦਾ। ਫਿਰ ਉਹ ਪਸ਼ੂਆਂ ਦੇ ਕੰਮ ਦਾ ਹੁੰਦਾ ਖੜ, ਤੇਲ ਬੰਦਿਆਂ ਦੇ ਕੰਮ ਦਾ ਹੁੰਦਾ। ਹਾਂਜੀ। ਸੋਹਣ ਸੱਜਾ ਬਾਗੜਾ ਜਾਂ ਲੱਗੇ ਫੁੱਲ ਅਨਾਰ ਕੋ। ਸੋਹਣ ਸੱਜਾ ਬਾਗੜਾ, ਸਜੋਆਂ ਹੁੰਦੀਆਂ ਨੇ, ਸਜੋਆਂ ਸਜਾਈਆਂ ਹੋਈਆਂ ਨੇ, ਸਜੋ ਪਾਈ ਹੋਈ ਹੈ ਨਾ। ਸੋਹਣ ਸੰਜਾ ਬਾਗੜਾ, ਬਾਗੜਾ ਹੁੰਦਾ ਜਿਹੜਾ ਟੋਪ ਹੁੰਦਾ ਨਾ ਸਿਰ ਦੇ ਉੱਤੇ ਦੀ, ਇੱਕ ਜਾਲੀ ਹੁੰਦੀ ਹੈ ਕੁੰਡਿਆਂ ਦਾ, ਜਾਲੀ ਦਾ ਕੱਪੜਾ ਬਣਿਆ ਹੁੰਦਾ ਲੋਹੇ ਦਾ। ਦੇਖਿਆ ਉਹ ਮੁਗਲ ਕਾਲ ਦੇ ਵਿੱਚ ਪਾਏ ਹੁੰਦੇ ਸੀ ਇਹ ਜੀ, ਲੈ ਕੇ ਨਾ ਮੋਢਿਆਂ ਦੇ ਪਾਇਆ ਹੁੰਦਾ, ਗਰਦਨ ਦੇ ਪਿਛਲੇ ਪਾਸੇ ਵੀ ਹੁੰਦਾ, ਤਾਂ ਕਿ ਗਰਦਨ ਤੇ ਜੇ ਤਲਵਾਰ ਮਾਰੇ ਤਾਂ ਉਹ ਗਰਦਨ ਕੱਟ ਨਹੀਂ ਹੁੰਦੀ, ਜ਼ਖਮ ਨਹੀਂ ਹੁੰਦਾ। ਗਰਦਨ ਦਾ ਬਚਾ, ਸਮਝੋ ਗਰਦਨ ਦਾ ਬਚਾ ਨਹੀਂ ਕਰਦੀ ਹੈ, ਸਜੋ ਕਰਦੀ ਹੈ ਛਾਤੀ ਦਾ ਬਚਾ, ਬੱਖੀਆਂ ਦਾ ਬਚਾ, ਪਿੱਠ ਦਾ ਬਚਾ, ਮੋਢਿਆਂ ਤੱਕ ਹੁੰਦੀ ਹੈ ਸਜੋ। ਗਰਦਨ ਖਾਲੀ ਰਹਿ ਜਾਂਦੀ ਹੈ, ਸਿਰ ਤੇ ਟੋਪ ਹੁੰਦਾ। ਉਹ ਸਿਰ ਦੇ ਉੱਤੋਂ ਦੀ ਹੁੰਦਾ ਹੈ ਕੱਪੜਾ ਜਾਂ ਕੁੰਡਾ ਫਸਾ ਕੇ ਨਾ ਜਾਲੀ ਬਣੀ ਹੁੰਦੀ, ਉਹਨੂੰ ਬਾਗੜਾ ਕਹਿੰਦੇ ਨੇ। ਸੋਹਣ ਸੰਜਾ ਸਜੋ ਬਾਗੜਾ, ਇੱਥੇ ਉਹ ਵੀ ਐਸੇ ਬਣਾਏ ਹੁੰਦੇ ਸੀ ਜਿਹੜੇ ਸਪਾਏ ਹੋਏ ਸਜਣ। ਜਿਵੇਂ ਆਪਾਂ ਕੱਪੜੇ ਸਜਾਵਟ ਵਾਲੇ ਕੱਪੜੇ ਪਾਉਂਦੇ ਨਾ ਆਪਾਂ, ਐ ਸਜਣ ਵਾਲੇ ਹੁੰਦੇ ਸੀ ਇਹ। ਜਣ ਲੱਗੇ ਫੁੱਲ ਅਨਾਰ ਕੋ, ਜਣ ਲੱਗੇ ਫੁੱਲ ਅਨਾਰ ਕੋ, ਇਹੋ ਜਿਹੇ ਰੰਗ ਨੇ ਉਹਨਾਂ ਦੇ। ਫੁੱਲਦਾਰ ਕੱਢ ਕੇ ਰੰਗ ਪਾ ਕੇ ਅਲੱਗ-ਅਲੱਗ ਤਾਰਾਂ ਦੇ ਬਣਾ ਕੇ, ਜਿਵੇਂ ਸੋਨੇ ਦੇ ਵਿੱਚ ਬਣਾ ਕੇ, ਵਿੱਚ ਤਾਂਬੇ ਦੇ ਤਾਰਾਂ ਦੇ ਬਣਾ ਕੇ, ਵਿੱਚ ਪਿੱਤਲ ਦੀਆਂ ਤਾਰਾਂ ਦੇ ਬਣਾ ਕੇ, ਵਿੱਚ ਹੋਰ ਕਈ ਰੰਗ ਦੇ ਫੁੱਲ ਬਣਾ ਕੇ ਉਹ ਬਣਾਏ ਹੋਏ ਨੇ। ਫੁੱਲਦਾਰ ਤਾਰਾਂ ਦੇ ਇਸ ਤਰੀਕੇ ਨਾਲ ਕੁੰਡੇ ਫਰੋਏ ਨੇ, ਜਿਵੇਂ ਵਿੱਚ ਫੁੱਲ, ਜਿਵੇਂ ਆ ਹੁਣ ਕਾਲੀਨ ਬਣੇ ਹੋਏ ਨੇ। ਹੈ ਤਾਂ ਕੋਈ ਚੀਜ਼ ਸੂਤ ਰੰਗੇ ਦੂਆ ਦੂਆ ਨਾ, ਐ ਬਣਾਏ ਹੋਏ ਨੇ। ਹਾਂ। ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਲਵਾਰ ਕੋ। ਦੇਖੋ ਹੁਣ ਸੱਜੇ ਹੱਥ ਤਲਵਾਰ ਲਿਖੀ ਹੈ ਇੱਥੇ, ਖੰਡਾ ਨਹੀਂ ਹੈ, ਤਲਵਾਰ ਔਰ ਸੱਜੇ ਹੱਥ 'ਚ। ਇਹਦਾ ਮਤਲਬ ਬ੍ਰਹਮ ਗਿਆਨ, ਨਰੋਲ ਬ੍ਰਹਮ ਗਿਆਨ ਦੀ ਗੱਲ ਕਰੀਏ, ਨਰੋਲ ਗੁਰਮਤ ਦੀ ਗੱਲ ਕਰੀਏ। ਖੰਡਾ ਹੁੰਦਾ ਤਾਂ ਨਾਲ ਦੂਆ ਵੀ ਸੀ। ਹੱਥ ਸੱਜੇ ਲੈ ਤਲਵਾਰ ਕੋ, ਤਰਵਾਰ ਕੋ, ਤਰਵਾਰ ਹੋਣਾ, ਤਲਵਾਰ ਲਫ਼ਜ਼ ਨਹੀਂ ਹੈ ਵਰਤਿਆ। ਇਹਦੇ ਵਿੱਚ ਵੀ ਭੇਦ, ਤਰਵਾਰ, ਜਿਹਦਾ ਵਾਰ ਤਰ ਹੈ, ਜਿਹਦੇ ਚੋਂ ਕੀ ਟਪਕੂ, ਨਾਮ ਰਸ ਟਪਕੂਗਾ। ਵਾਰ ਐਸਾ ਤਰ ਹੋਊਗਾ, ਤਰ ਉਹ ਜੋ ਰਸ ਹੋਊਗਾ। ਤਰਵਾਰ ਹੈ, ਤਲਵਾਰ ਨਹੀਂ ਹੈ। ਵਾਰ ਵੀ ਹੈਗਾ, ਆਊਗਾ ਵੀ ਰਸ, ਉਹ ਚੋਂ ਸੁਣ ਕੇ ਮਿਲੂਗਾ ਵੀ ਰਸ। ਤਰਵਾਰ ਲਿਖੇ, ਜਿਹਨੂੰ ਇਹ ਨਹੀਂ ਪਤਾ ਤਰਵਾਰ ਤਲਵਾਰ ਕੀ ਹੁੰਦੀ ਹੈ, ਉਹ ਵਿਦਵਾਨ ਹੋ ਸਕਦਾ। ਇਹ ਵੀ ਵਿਦਵਾਨ ਹੈ ਪੰਡਤ, ਇਹ ਵੀ ਤਲਵਾਰ ਦੂਈ ਹੋ ਗਏ ਇਹਨੂੰ। ਬੁੱਧੀ ਜੋ ਹੈ ਜੀ ਹੈ ਤਲਵਾਰ, ਤੂੰ ਤਲਵਾਰਾਂ ਤਿੱਖੀਆਂ ਉੱਤੇ ਲਿਖੇ, ਪੜ ਲਾਹਨ ਅੰਗਾਂ, ਉੱਥੇ ਤਲਵਾਰਾਂ ਨੇ ਤੇ ਤਲਵਾਰ ਲਿਖਿਆ। ਕਿਉਂ ਲਿਖਿਆ? ਕੀ ਫਰਕ ਹੈ ਦੋਹਾਂ ਦੇ ਵਿੱਚ? ਕੌਣ ਦੱਸੇ ਕੀ ਫਰਕ ਹੈ ਬੁੱਧੀਹੀਨਾਂ ਨੂੰ? ਵਿਦਵਾਨ ਬੁੱਧੀਹੀਨ ਨੂੰ ਕੌਣ ਦੱਸੇ ਵੀ ਤਲਵਾਰ ਕੀ ਹੁੰਦੀ ਹੈ, ਤਲਵਾਰ ਕੀ ਹੁੰਦੀ ਹੈ? ਜਿਹੜੀਆਂ ਤਾਂ ਫੋਕੀਆਂ ਗੱਲਾਂ ਨੇ, ਉਹ ਤਾਂ ਹੁੰਦੀਆਂ ਤਲਵਾਰਾਂ। ਜਿਹਦੇ ਚ ਨਾਮ ਰਸਦਾ ਉਹ ਹੁੰਦੀ ਹੈ ਤਲਵਾਰ। ਬਸ ਫੋਕੀਆਂ ਗੱਲਾਂ, ਗੱਲੀ ਕਿਹਨੇ ਨਾ ਪਾਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਹਨੇ ਨਾ ਪਾਇਆ, ਉਹ ਫੋਕੀਆਂ ਗੱਲਾਂ ਨੇ ਜਿਹੜੀਆਂ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ, ਉਹ ਫਿੱਕਾ ਬੋਲਦੇ ਨੇ। ਜਿਵੇਂ ਇਹ ਫਿੱਕਾ ਬੋਲਦੇ ਨੇ, ਕਿਤਾਬ ਲਿਖਦੇ ਨੇ ਜਾਣ ਬੁੱਝ ਕੇ, ਦਸ ਗ੍ਰੰਥ ਨੂੰ ਇਹ ਫਿੱਕਾ ਬੋਲਣ, ਤਨ ਮਨ ਫਿੱਕਾ ਉਹਨਾਂ ਦਾ ਹੋਇਆ ਹੋਇਆ। ਫਿੱਕੋ ਫਿੱਕੀ ਸੱਦੀਏ, ਫਿੱਕੋ ਫਿੱਕੀ ਸੋਏ, ਫਿੱਕਾ ਦਰਗਾਹ ਸੁੱਟੀਏ, ਉਹ ਥੁੱਕਾ ਫਿੱਕਾ। ਆਹ ਕੁਛ ਹੋਣਾ ਇਹਨਾਂ ਨੂੰ, ਥੁੱਕਾਂ ਸਾਰਿਆਂ ਨੇ ਪਾਉਣੀਆਂ ਨੇ ਮੂੰਹ ਤੇ, ਇਹਨਾਂ ਤੇ ਥੁੱਕਣਾ। ਸਾਰੇ ਮੂੰਹ ਤੇ ਥੁੱਕਣ, ਜਿਹਦੇ ਆਦਮੀ ਖੜਾ ਹੋਵੇ ਉਹਨੂੰ ਪੁੱਛ ਕੇ ਦੇਖੀਏ ਕੀ ਹਾਲ ਹੈ ਤੇਰਾ। ਥੁੱਕੇ ਹੋਈ ਨੇ ਸਾਰੇ,
ਜੇ ਆਪਣੇ ਉਹਨੂੰ ਜਬਰ ਜੀ ਗਈ ਜਾਣ ਬਾਹਰ ਨਿਕਲ ਕੇ ਉੱਥੇ ਸੈਮੀਨਾਰ ਹੋ ਰਹੇ ਨੇ ਦਿੱਲੀ ਦੇ ਵਿੱਚ 10 ਮੁਰਾਂ ਦੇ ਹੱਕ 'ਚ, ਚਾਹੇ ਉਹਨਾਂ ਨੂੰ ਗਿਆਨ ਵਿਚਾਰਿਆਂ ਨੂੰ ਹੈ ਨਹੀਂ, ਸ਼ਰਧਾ ਭਾਵਨਾ ਨਾਲ ਚਾਹੇ ਗ੍ਰੰਥ ਮੰਨਦੇ ਨੇ। ਹੋ ਜਾਊਗਾ ਹੁਣ ਡਿਮਾਂਡ ਆ ਉਹਨਾਂ ਦੀ ਵੀ ਸਾਨੂੰ ਛੇਤੀ ਦਿਓ ਸਾਨੂੰ ਇਹ ਸੀਡੀਆਂ। ਇਹੋ ਜਿਹੇ ਆਦਮੀ ਤੇ ਜੋ ਪਾਈਆਂ ਨੇ ਜਿਹੜੀਆਂ ਨਾਲ ਬੈਠੇ ਤੇ ਉਹ ਇੰਟਰਨੈਟ ਤੇ ਪਹਿਲਾਂ ਖੋਲ ਲੈਂਦੇ ਤੇ ਵੀ ਅੱਜ ਪੈ ਗਈ ਸੀਡੀ, ਉਹ ਤਾਂ ਬੈਠੇ ਨੇ। ਜਿੱਦਣ ਪਤਾ ਲੱਗ ਗਿਆ ਸਾਰਿਆਂ ਨੂੰ ਤੁਹਾਡਾ ਕੀ ਹਾਲਤ ਹੁੰਦੀ ਹੈ ਤੁਹਾਨੂੰ ਪਤਾ ਲੱਗ ਜੂਗਾ। ਹਾਂਜੀ, ਇਦੋਂ ਪਾਰੋਂ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕੋ। ਇਦੋਂ ਪਾਰੋਂ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕੋ। ਹੁਣ ਮੈਨੂੰ ਇਹ ਦੱਸੋ, ਤਲਵਾਰ ਕਈ ਹਜ਼ਾਰ ਨੂੰ ਇੱਕੋ ਵਾਰ ਕਿਵੇਂ ਲੰਘ ਜੂਗੀ? ਇੱਕ ਜਨਾਨੀ ਲੜਦੀ ਹੈ ਘੋੜੇ ਤੇ, ਜਿਹੜੀ ਇਹਨਾਂ ਦੀ ਹੈ ਚੱਡੀ, ਕਈ ਆਦਮੀ ਜੀ ਲੰਘ ਜੂ ਉਹਦੀ ਤਲਵਾਰ, ਕਈ ਹਜ਼ਾਰ ਕੀ ਲੰਘ ਜੂਗੀ। ਇੱਕ ਕਹਿੰਦੇ ਕਤਾਰ ਹੈ ਬਹੁਤ ਬੜੀ, ਹਜ਼ਾਰਾਂ ਆਦਮੀਆਂ ਦੀ, ਇੱਕੋ ਵਾਰ ਸਾਰੀ ਕਤਾਰ ਇਹ ਖਤਮ ਕਰਤੀ। ਹੁਣ ਦੱਸੋ ਕਿਵੇਂ ਹੋ ਜੂ ਖਤਮ? ਐ ਹੋਊਗਾ ਇੱਕ ਭਰਮ ਹੈ ਲੱਖਾਂ ਆਦਮੀਆਂ 'ਚ, ਇੱਕੋ ਨੁਕਤਾ ਦੱਸਿਆ ਹੋਇਆ, ਇੱਕੋ ਵਾਰ ਨਾਲ ਸਾਰਿਆਂ ਦਾ ਹੀ ਭਰਮ ਕੱਟਿਆ ਗਿਆ। ਆਹ ਗੱਲ ਸੀ। ਤਲਵਾਰ ਨਾਲ ਹੁੰਦਾ ਹੈ, ਕੋਈ ਤਲਵਾਰ ਨਾਲ ਨਹੀਂ ਹੁੰਦਾ। ਲੱਖਾਂ ਆਦਮੀਆਂ 'ਚ ਇੱਕ ਭਰਮ ਸੀ, ਕਰੋੜਾਂ ਆਦਮੀਆਂ ਦਾ ਭਰਮ ਕੱਟਿਆ ਜਾਣਾ। 10 ਗ੍ਰੰਥ ਚੰਡੀ ਕੀ ਹੈ? ਚੰਡੀ ਕੀ ਹੈ? ਕਰੋੜਾਂ ਆਦਮੀਆਂ ਦਾ ਭਰਮ ਕੱਟਿਆ ਜਾਣਾ ਹੈ। ਕੱਲ ਇੱਕ ਮੁੰਡਾ ਆਇਆ, ਉਹ ਸਪੋਕਸਮੈਨ ਦਾ ਫੈਨ ਹੈ, ਮੇਰੇ ਕੋਲ ਬੈਠਾ ਰਿਹਾ, ਜਦ ਦੱਸਿਆ ਚੰਡੀ ਬਾਰੇ ਹੈਰਾਨ ਹੋ ਗਿਆ। ਕਹਿੰਦਾ ਤਾਂ ਫਿਰ ਸਦਾਈ ਨੇ ਵੀ, ਤਾਂ ਸਦਾਈ ਨੇ, ਅਸੀਂ ਤਾਂ ਉਹਨੂੰ ਠੀਕ ਸਮਝਦੇ ਤੇ। ਕਿਉਂਕਿ ਸਦਾਈ ਤਾਂ ਹੁਣ ਤੁਸੀਂ ਆਪੇ ਕਹੋਗੇ ਸਾਰੇ ਛੱਡ ਜਾਣਗੇ, ਸਾਰੇ ਬੰਦੇ ਛੱਡ ਜਾਣਗੇ। ਫਿਰ ਉਹ ਦੱਸਿਆ ਜਿਹੜਾ ਹੈਗਾ ਨਿਰੰਕਾਰੀ 5 ਲੱਖ ਦਿੱਤਾ ਉਹਨੂੰ, ਟਰਸਟੀ ਹੈ। ਉਹਨੂੰ ਕਿਹਨਾਂ ਦਿੱਤਾ? ਉਹਨੂੰ RSS ਨੂੰ ਦਿੱਤਾ। ਹੁਣ ਯਾਨੀ ਇਹਨੂੰ ਫੀਡ ਕਰ ਰਹੇ ਨੇ RSS ਵਾਲੇ ਨਿਰੰਕਾਰੀ ਦੇ ਥਰੂ। ਸਿੱਧਾ ਤਾਂ ਇਹਦੇ ਨਾਲ ਗੱਲ ਹੀ ਨਾ ਕਰ ਸਕਦੇ, ਸਿੱਧਾ ਨਹੀਂ ਮੰਨਦਾ ਹੈਗਾ, ਇੰਨਾ ਪਤਾ ਮੈਨੂੰ। ਇਹਨੂੰ RSS ਵਾਲੇ ਕਹਿ ਦੇਣ ਵੀ ਤੂੰ ਪੈਸੇ ਲਾਇਆ ਹੀ ਨਹੀਂ ਲੈਂਦਾ ਹੈਗਾ, ਇੱਦਾਂ ਨਹੀਂ ਇਹਨੂੰ ਬਰਦਾਸ਼ਤ। ਮੂਰਖ ਹੈਗਾ ਬਸ, ਜਿਹੜੀ ਗੱਲ ਤੇ ਅੜ ਗਿਆ। ਮੂਰਖ ਦਾ ਕੀ ਹੁੰਦਾ? ਮੂਰਖ ਹੁੰਦਾ, ਗੁਰਬਾਣੀ ਨੇ ਵੀ ਕਹਿੰਦਾ ਮੂਰਖੇ ਨਾਲ ਲੁੱਝੀਏ ਬੜਾ ਖਰੇ ਹੋ ਬੁੱਝੀਏ। ਇਸ ਕਰਕੇ ਮੈਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਮੂਰਖ ਸਮਝਣ ਦੀ ਗੱਲ ਨਹੀਂ, ਇਹ 'ਚ ਹੈ। ਮੂਰਖ ਨਾਲ ਨਹੀਂ ਲੁੱਝੀਦਾ ਹੁੰਦੀ, ਮੂਰਖ ਦੇ ਨਾਲੋਂ ਸਾਰੇ ਬੰਦੇ ਤੋੜ ਦਿੰਦੇ, ਬਸ ਉਹਦਾ ਹੀ ਤਰੀਕਾ ਇਕੱਲਾ ਰਹਿ ਜਾਂਦਾ। ਹਾਂਜੀ, ਇਦੋਂ ਪਾਰੋਂ ਓਤ ਪਾਰ ਹਰਨਾਕਸ਼ ਕਈ ਹਜ਼ਾਰ ਕੋ। ਕਈ ਹਜ਼ਾਰ ਹਰਨਾਕਸ਼ਾਂ ਨੂੰ। ਹਰਨਾਕਸ਼ ਦੇ ਇੱਕ ਹੈ ਗੁਰਬਾਣੀ 'ਚ, ਇੱਕ ਹਰਨਾਕਸ਼ ਹੈ ਨਾ ਸਾਡੇ ਇਹਨਾਂ ਦੇ ਗ੍ਰੰਥਾਂ ਵਿੱਚ। ਇੱਥੇ ਕਈ ਹਜ਼ਾਰ ਹਰਨਾਕਸ਼ ਹੈ। ਹੁਣ ਦੱਸੋ ਹਰਨਾਕਸ਼ ਕਿਹਨੂੰ ਕਹਿੰਦੇ ਨੇ? ਹਰਨਾਕਸ਼ ਕਈ ਹਜ਼ਾਰ ਆ ਗਿਆ ਇੱਥੇ। ਉਹ ਕਿਹੜੇ ਹਰਨਾਕਸ਼ ਆ ਕਈ ਹਜ਼ਾਰ? ਇਹ ਤਾਂ ਇੱਕ ਹਰਨਾਕਸ਼ ਬੰਦੇ ਨੇ। ਨਾ ਪ੍ਰਹਲਾਦ ਇੱਕ ਹੈ, ਨਾ ਹਰਨਾਕਸ਼ ਇੱਕ ਹੈ। ਕਿੱਡੀ ਵੱਡੀ ਗੱਲ। ਓਹੋ, ਉਹ ਆਦ ਵਿੱਚ ਕੀ ਹੈ? ਪ੍ਰਹਲਾਦ ਅਵਾਰਿਓ ਅਨੇਕ ਵਾਰ, ਅਨੇਕਾਂ ਵਾਰ ਪ੍ਰਹਲਾਦ ਨੂੰ ਉਭਾਰਿਆ, ਬਚਾਇਆ, ਨਰਕ ਚੋਂ ਬਾਹਰ ਕੀਤਾ। ਇਹਦਾ ਮਤਲਬ ਪ੍ਰਹਲਾਦ ਤਾਂ ਇੱਕ ਹੈ ਨਹੀਂ, ਹਰਨਾਕਸ਼ ਵੀ ਇੱਕ ਹੈ ਨਹੀਂ। ਨਾ ਇੱਕ ਹਰਨਾਕਸ਼ ਹੈ, ਨਾ ਇੱਕ ਪ੍ਰਹਲਾਦ ਹੈ। ਇਹ ਗੁਣਵਾਚਕ ਔਰ ਔਗੁਣਵਾਚਕ ਨੋ ਨੇ। ਪ੍ਰਹਲਾਦ ਗੁਰਮੁਖ ਬਣ ਗਿਆ, ਜਿਹੜਾ ਗੁਰੂ ਵਾਲਾ ਬਣਨ ਦੀ ਇੱਛਾ ਰੱਖਦਾ ਪ੍ਰਹਲਾਦ ਹੈ। ਜਿਹੜਾ ਗੁਰਸਿੱਖਾ ਪ੍ਰਹਲਾਦ ਹੈ। ਜਿਹੜਾ ਵਿਰੋਧ ਦੇ ਸਾਖਤ ਹੈ ਉਹ ਹਰਨਾਕਸ਼ ਹੈ। ਜਿਹੜੇ 10 ਗ੍ਰੰਥ ਦੇ ਵਿਰੋਧੀ ਨੇ ਹਰਨਾਕਸ਼ ਨੇ, ਉਹ ਸਾਰੇ ਹੀ ਉਹ ਹਰਨਾਕਸ਼ ਉਹਨਾਂ ਦਾ ਹੀ ਨੋ ਹੈ। ਜਾਂਦਾ ਇਹਨੂੰ ਹਰਨਾਕਸ਼ ਪਿਆ ਹੋਇਆ, ਨੋ ਪੈ ਜਾਂਦਾ ਹੁੰਦਾ, ਹਰਨਾਕਸ਼ ਨਹੀਂ ਕੋਈ ਹੁੰਦਾ। ਹਿਰਨਾ ਕਸ਼ਪ ਵਾਲੇ ਹੈ, ਮਤਲਬ ਇਹ ਬਣਦਾ ਇਹਦਾ, ਜਿਹੜਾ ਇਹਦਾ ਮਨ ਹੈ ਉਹਦੀ ਖਲ ਲਾਉਣੇ ਵਾਲੀ ਹੈ। ਉੱਤੇ ਭਰਮ ਦੀ ਬਹੁਤ ਮੋਟੀ ਲੇਅਰ ਚੜੀ ਹੋਈ ਹੈ। ਕਾਲਾ ਮਿਰਗ ਹੁੰਦਾ ਇੱਕ,
ਉਹਨੂੰ ਹੀਰਾ ਹਿਰਨ ਕਹਿੰਦੇ ਨੇ। ਮਨ ਹੀਰਾ ਹੁੰਦਾ ਨਾ, ਜਿਹੜੇ ਮਿਰਗ ਦੀ ਖੱਲ ਕਾਲੀ ਹੋਵੇ ਉਹਨੂੰ ਹੀਰਾ ਹਿਰਨ ਕਹਿੰਦੇ ਨੇ। ਮਨ ਵੀ ਹੀਰਾ, ਉਹਦੀ ਖੱਲ ਲਾਹੀ ਦੀ ਹੁੰਦੀ ਹੈ, ਉਹ ਤੇ ਤਪ ਕਰਦੇ ਨੇ ਬੈਠ ਕੇ। ਇਹ ਮਨ ਦੀ ਖੱਲ ਲਾ ਕੇ ਉੱਤੇ ਬੈਠ ਕੇ ਤਪ ਕਰਦਾ ਚਿੱਤ, ਫਿਰ ਉਹਦਾ ਤਪ ਫਲੀਭੂਤ ਹੁੰਦਾ। ਗੱਲ ਆ ਸੀ, ਮਨ ਦਾ ਭਰਮ ਲਾ ਕੇ ਉਹਦੇ ਉੱਤੇ ਬੈਠੀ ਦਾ ਹੁੰਦਾ, ਭਰਮ ਜਿੱਤ ਕੇ ਬਾਅਦ ਚ ਤਪ ਸ਼ੁਰੂ ਹੁੰਦਾ। ਜਾਂ ਭਰਮ ਜਿੱਤਣ ਵਾਸਤੇ ਤਪ ਸ਼ੁਰੂ ਹੁੰਦਾ। ਭਰਮ ਲਾਉਣਾ ਮਨ ਦੀ ਕਾਲਖ ਲਾਉਣੀ ਹੈ। ਹੁਣ ਇਹਨਾਂ ਨੂੰ ਪੁੱਛੇ ਤੁਹਾਡੀ ਕਾਲਖ ਲੈ ਗਈ? ਕਾਲਖ ਲੈ ਗਈ। ਹਾਂਜੀ, ਜਿਣ ਇੱਕ ਰਹੀ ਕੰਧਾਰ ਕੋ, ਜਿਣ ਹਿੱਕਾ ਰਹੀ ਕੰਧਾਰ ਕੋ। ਜਿਣ ਇੱਕ ਰਹੀ ਕੰਧਾਰ ਕੋ, ਇੱਕਾ ਲਫ਼ਜ਼ ਹੈ, ਇੱਕਾ। ਜਿਣ ਇੱਕਾ ਰਹੀ ਕੰਧਾਰ ਕੋ। ਹਾਂ, ਜਿਣ ਜਿਣ ਦਾ ਮਤਲਬ ਜਿੱਤਣਾ, ਸਪੀਕਰ ਆਨ ਨਹੀਂ ਲੱਗਦਾ। ਜਿੱਤਣਾ ਜਿੱਤਣਾ। ਜਿਣ ਇੱਕਾ ਰਹੀ ਕੰਧਾਰ ਕੋ, ਇੱਕੋ ਹੀ ਇੱਕ ਕੰਧਾਰ ਨੂੰ ਇੱਕੋ ਹੀ ਵਾਰ 'ਚ ਜਿੱਤ ਲਿਆ। ਕਤਾਰ ਜਿਹੜੀ ਹੁੰਦੀ ਹੈ, ਇੱਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਵਾਰ ਕੋ। ਐਸਾ ਵਾਰ ਕੀਤਾ, ਇਹਨੂੰ ਰਹਿਮਤ ਕਿਹਾ ਹੋਇਆ। ਰਹਿਮਤ ਹੁੰਦੀ ਹੈ ਬਖਸ਼ਿਸ਼। ਜਿਨ੍ਹਾਂ ਤੇ ਵਾਰ ਕੀਤਾ ਉਹਨਾਂ ਤੇ ਬਖਸ਼ਿਸ਼ ਕੀਤੀ ਹੈ। ਅਸਲ 'ਚ ਬਖਸ਼ਿਸ਼ ਹੈ। ਸਦ ਰਹਿਮਤ, ਜਿਹਨੂੰ ਤਲਵਾਰ ਚਲਾਤੀ ਉਹਨੂੰ ਬਖਸ਼ਿਸ਼ ਕੀਤੀ ਹੈ। ਮਤਵਾਨੀ ਹੋਈ ਇਹਨਾਂ ਦੀ। ਉਹ ਜਿਹੜਾ ਬੁਰਾ ਹੈ ਉਹਦਾ ਵੀ ਭਲਾ ਕੀਤਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਭਲਾ ਕੀਤਾ ਹੈ। ਬੁਰੇ ਸੀ, ਭਲਾ ਕਰਤਾ। ਉਹਨੇ ਤਾਂ ਨਾਮ ਹੀ ਦੇਣਾ ਸੀ, ਨਾਮ ਦੇ ਦਿੱਤਾ। ਸਦ ਰਹਿਮਤ ਤੇਰੇ ਵਾਰ ਕੋ। ਤੇਰੇ ਵਾਰ ਵਿੱਚ ਤਾਂ ਸੈਂਕੜੇ ਰਹਿਮਤਾਂ ਦਾ ਭਰਿਆ ਹੋਇਆ ਵਾਰ ਸੀ ਇਹ। ਹਾਂ, ਪੌੜੀ ਦੋਹਾਂ ਕੰਧਾਰਾਂ ਮੂੰਹ ਜੁੜੇ ਸੱਟ ਭਈ ਜਮਧਾਨ ਕੋ। ਦੋਹਾਂ ਕੰਧਾਰਾਂ ਮੂੰਹ ਜੁੜੇ, ਫਿਰ ਕੰਧਾਰਾਂ ਦੇ ਮੂੰਹ ਜੁੜੇ ਦੋਹਾਂ ਦੇ। ਸੱਟ ਪਈ ਜਮਧਾਨ ਕੋ, ਪਰਮ ਤੇ ਸੱਟ ਪਈ। ਜਮਧਾਨ ਹੁੰਦਾ ਪਰਮ। ਜਮ ਆਦ ਗੁਰੂ ਗ੍ਰੰਥ ਸਾਹਿਬ ਪਰਮ ਨੂੰ ਕਹਿੰਦੇ ਨੇ। ਹਾਂਜੀ, ਤਦ ਖਿੰਗ ਨਸੁੰਭ ਨਚਾਇਆ ਡਾਲ ਉੱਪਰ ਬਰਗਸਤਾਨ ਕੋ। ਤਦ ਖਿੰਗ ਨਸੁੰਭ ਨਚਾਇਆ, ਨਸੁੰਭ ਨੇ ਘੋੜਾ ਨਚਾਇਆ। ਖਿੰਗ ਘੋੜੇ ਨੂੰ ਕਹਿੰਦੇ ਨੇ। ਡਾਲ ਉੱਪਰ ਬਰਗਸਤਾਨ ਕੋ, ਉਹਨੇ ਵੀ ਉੱਪਰ ਝੁੱਲ ਜਿਹੜਾ ਸੀ, ਉਹੀ ਜਿਹੜਾ ਕੁੰਡਿਆਂ ਦਾ ਸੀ, ਲੋਹੇ ਦੇ ਕੁੰਡਿਆਂ ਦਾ ਝੁੱਲ ਪਾਇਆ, ਤਾਂ ਕਿ ਘੋੜੇ ਦੇ ਕੋਈ ਤਲਵਾਰ ਨਾ ਲੱਗ ਜਾਏ, ਘੋੜੇ ਦੇ ਕੋਈ ਤੀਰ ਨਾ ਵੱਜ ਜਾਏ। ਘੋੜੇ ਦੀ ਸੇਫਟੀ ਵਾਸਤੇ ਘੋੜੇ ਤੇ ਵੀ ਉਹੋ ਜਿਹੇ ਝੁੱਲ ਪਾਏ ਹੁੰਦੇ ਸੀ, ਲੋਹੇ ਦੇ ਕੁੰਡਿਆਂ ਦੇ ਬਣੇ ਹੋਏ ਕੱਪੜੇ ਦੇ ਝੁੱਲ। ਡਾਲ ਉੱਪਰ ਬਰਗਸਤਾਨ ਕੋ, ਬਰਗਸਤਾਨ ਕਹਿੰਦੇ ਸੀ ਉਹਨੂੰ। ਬਰਗਸਤਾਨ ਉੱਥੇ ਦਾ ਲਫ਼ਜ਼ ਹੈ, ਅਫਗਾਨਿਸਤਾਨ ਦਾ। ਫੜੀ ਬਿਲੰਦ ਮੰਗਾਇਓਸ, ਬਲਿੰਦ, ਫੜੀ ਬਿਲੰਦ ਮੰਗਾਇਓਸ ਫਰਮਾਇਸ਼ ਕਰ ਮਲਤਾਨ ਕੋ। ਬਲਿੰਦ ਕਹਿੰਦੇ ਨੇ ਕਮਾਂਡ ਨੂੰ, ਵੱਡੀ ਕਮਾਂਡ ਨੂੰ। ਜਿਹੜੀ ਵੱਡੀ ਕਮਾਂਡ ਹੁੰਦੀ ਹੈ ਨਾ, ਭਾਰੀ ਵੱਡੇ ਯੋਧੇ ਦੀ ਵੱਡੀ ਕਮਾਂਡ ਹੁੰਦੀ ਹੈ। ਮੰਗਾਏ ਉਸ ਫਰਮਾਇਸ਼ ਕਰ ਮੁਲਤਾਨ ਕੋ, ਮੁਲਤਾਨ ਦੀ ਕਮਾਂਡ। ਦੇਖੋ ਉਹਨੇ ਜਿਹੜੀ ਕਮਾਂਡ ਮੰਗਾਈ ਹੈ, ਫਰਮਾਇਸ਼ ਨੇ ਮੁਲਤਾਨੀ ਕਮਾਂਡ ਮੰਗਾਈ ਹੈ। ਫਰਮਾਇਸ਼ ਕਰ ਮੁਲਤਾਨ ਕੋ। ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਘਾਣ ਕੋ। ਚੱਡੀ ਵੀ ਆ ਗਈ ਮੂਹਰੇ ਗੁੱਸੇ ਨਾਲ, ਉਹ ਵੀ ਆ ਗਈ ਵੀ ਚੰਗਾ ਤੂੰ ਤਗੜੀ ਕਮਾਂਡ ਲੈ ਕੇ ਆਇਆ। ਫਰਮਾਇਸ਼ ਕਰ ਮੁਲਤਾਨ ਕੋ, ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਘਾਣ ਕੋ। ਹਾਂਜੀ, ਅੱਗੇ ਤੇਗ ਭਗਾਈ ਦੁਰਗਸ਼ਾ ਵੱਡ ਸੁੰਭਣ ਨਹੀਂ ਬਹੀ ਪਲਾਣ ਕੋ। ਅੱਗੇ ਤੇਗ ਭਗਾਈ ਦੁਰਗਸਾ, ਦੁਰਗਸਾ ਨੇ ਤਲਵਾਰ ਐਸੀ ਅੱਗੋਂ ਭਗਾਈ। ਸੁੰਭਣ ਬਹੀ ਪਲਾਣ ਵੱਡ ਕੋ। ਸੁੰਭਣ ਬਹੀ ਪਲਾਣ ਕੋ। ਸੁੰਭ ਨੂੰ ਵੱਢ ਕੇ ਜਿਹੜਾ ਪਲਾਣ ਸੀ ਨਾ ਘੋੜੇ ਤੇ ਬਰਗਸਤਾਨ ਦਾ ਪਲਾਣ ਪਾਇਆ ਹੋਇਆ, ਉਹ ਵੱਢ ਦਿੱਤਾ। ਰੜਕੀ ਜਾ ਕੇ ਧਰਤ ਕੋ, ਵੱਡ ਪਾਖਰ ਵੱਡ ਕਿਕਾਨ ਵੱਢ ਕੋ। ਪਾਖੜ ਵੱਢ ਕੇ ਕਾਣ ਕੋ। ਘੋੜਾ ਪਾਖੜਾ ਸਭ ਵੱਢ ਕੇ ਥਲੇ ਧਰਤ ਤੱਕ ਚਲੀ ਗਈ। ਵੀਰ ਪਲਾਣੋਂ ਡਿੱਗਿਆ ਕਰ ਸਜਦਾ ਸੁੰਭ ਸੰਜਾਨ ਕੋ। ਵੀਰ ਨਸੁੰਭ ਸੀ ਨਾ, ਡਿੱਗ ਪਿਆ ਥੱਲੇ, ਜ਼ਮੀਨ ਦੇ ਥੱਲੇ ਡਿੱਗ ਪਿਆ। ਕਰ ਸਜਦਾ ਸੁੰਭ ਸੁਜਾਨ ਕੋ। ਐ ਸਮਝ ਲਓ ਵੀ ਸੁੰਭ ਸੀ ਜਿਹੜਾ ਵੱਡਾ,
ਭਰਾ ਇਹਦਾ ਵੱਡਾ ਭਰਾ ਹੈ ਸੁੰਭ। ਨਸੁੰਭ ਸੀ ਨਾ ਹੈ ਸੁੰਭ ਜਿਹੜਾ ਸੁਜਾਨ ਹੈ ਇਹਦੇ ਨੂੰ ਸਿਆਣਾ ਹੈ, ਉਹ ਪਿੱਛੇ ਹੈ, ਉਹਨੂੰ ਸਜਦਾ ਕੀਤਾ। ਕਰ ਸਜਦਾ ਸੁੰਭ ਸੁਜਾਨ ਕੋ, ਸਮਝ ਲਓ ਜਾਂ ਡਿੱਗਿਆ ਉਹਨੂੰ ਸਜਦਾ ਕਰ ਰਿਹਾ। ਹਾਂ, ਸ਼ਾਬਾਸ਼ ਸਲੋਣੇ ਖਾਨ ਕੋ, ਸ਼ਾਬਾਸ਼ ਸਲੋਣੇ ਖਾਨ ਕੋ। ਜਿਹੜਾ ਸਲੋਣਾ ਖਾਨ ਹੈ ਇਹ ਖਾਨ ਹੈ ਜਿਹੜਾ ਡਿੱਗਿਆ, ਉਹਨੂੰ ਕਰਦਾ ਹੈ, ਇਹਦੀ ਸ਼ਾਬਾਸ਼ ਹੈ। ਕਿਉਂ? ਉਹਨੇ ਅਸਲ 'ਚ ਮੰਨ ਲਿਆ, ਮੰਨ ਗਿਆ, ਬਾਹਰ ਚੱਲ ਗਿਆ, ਬਾਹਰ ਚੱਲਿਆ। ਬਾਹਰ ਚੱਲਣਾ ਬਹੁਤ ਔਖਾ ਹੈ, ਭੱਜਿਆ ਨਹੀਂ ਹੈ ਅੱਗੋਂ, ਬਾਹਰ ਚੱਲਿਆ ਗਿਆਨ ਖੜਕਦਾ। ਕਹਿੰਦਾ ਸਹੇਲੇ ਦੀ ਬਰਸ਼ੇ ਦੀ ਚੋਟ ਸਾਰੇ ਸਹਿੰਦੇ ਨੇ। ਕਬੀਰ ਕਹਿੰਦਾ ਸਹੇਲਾ ਜਾਂ ਬਰਸ਼ਾ ਲੱਗ ਜਾਂਦਾ ਚੋਟ ਉਹਦੀ ਸਾਰੇ ਹੀ ਬਰਦਾਸ਼ਤ ਕਰ ਲੈਂਦੇ, ਸਾਹ ਵੀ ਲੈ ਲੈਂਦਾ 2-4 ਬਰਸ਼ਾ ਲੱਗੇ ਤੇ। ਉਹ ਸਾਸਾ ਚੋਟ ਸਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ। ਜੇ ਸ਼ਬਦ ਦੀ ਚੋਟ ਨੂੰ ਸਹਾ ਲਵੇ, ਉਹ ਗੁਰੂ ਮੈਂ ਦਾਸ ਆ, ਸ਼ਬਦ ਦੀ ਚੋਟ ਸਹਾ ਲਈ, ਤਾਂ ਸ਼ਾਬਾਸ਼ ਲਿਖਿਆ ਦਸਮ ਪਾਤਸ਼ਾਹ ਨੇ। ਸ਼ਾਬਾਸ਼ ਸਲੋਣੇ ਖਾਨ ਕੋ, ਸਲੋਣੇ ਖਾਨ ਕੋ। ਇਹ ਸਲੋਣਾ ਖਾਨ ਹੈ, ਸਲੋਣਾ ਖਾਨ ਹੈ। ਸਲੋਣਾ ਖਾਨ ਹੁੰਦੇ ਨੇ ਯੋਧਾ। ਸਦਾ ਸ਼ਾਬਾਸ਼ ਤੇਰੇ ਤਾਣ ਕੋ, ਸਰ ਉਧਰ ਤਾਣ, ਉਧਰ ਦੇਵੀ ਨੂੰ ਸ਼ਾਬਾਸ਼ ਹੈ। ਸਦਾ ਸ਼ਾਬਾਸ਼ ਤੇਰੇ ਤਾਣ ਕੋ, ਉਹਦਾ ਤਾਣ ਹੈ, ਉਹਨੇ ਤਾਣਨਾ ਤੇ ਮਰੀ ਹੈ, ਉਹਨੇ ਚੱਲੀ ਹੈ, ਦੋਹਾਂ ਦੇ ਸ਼ਾਬਾਸ਼ ਹੈ। ਸ਼ਾਬਾਸ਼ ਤੇਰੇ ਤਾਣ ਕੋ। ਤਾਰੀਫਾਂ ਪਾਣ ਚਬਾਨ ਕੋ, ਤਾਰੀਫਾਂ ਪਾਣ ਚਬਾਨ ਕੋ। ਤੇਰੇ ਪਾਣ ਚਬਾਨ ਦੀਆਂ ਤਾਰੀਫਾਂ ਨੇ। ਜੋ ਪਾਣ ਤੈਂ ਭੁੱਲਿਆ ਸੀ, ਜੋ ਬੀੜਾ ਚੁੱਕਿਆ ਸੀ, ਰਾਖਸ਼ਾਂ ਨੂੰ ਜੰਗ ਦਾ ਪਿੱਛੇ ਨਹੀਂ ਹਟੀ, ਪਿੱਛੇ ਨਹੀਂ ਹਟੀ। ਬਾਹਾਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਹਾਂ ਨਾ ਛੋੜੀ ਹੈ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ ਹੈ। ਬਾਂਹ ਫੜ ਲਈ ਸੀ ਨਾ ਇਹਨਾਂ ਦੀ, ਉਧਰ ਬਾਂਹ ਫੜੀ ਹੈ ਦੇਵਤਿਆਂ ਦੀ, ਦੇਵੀ ਨੇ ਛੱਡੀ ਨਹੀਂ। ਹਾਂਜੀ, ਸਦ ਰਹਿਮਤ ਕੈਫਾਂ ਖਾਨ ਕੋ, ਸਦ ਰਹਿਮਤ ਕੈਫਾਂ ਖਾਨ ਕੋ। ਖਾਨ ਇਹ ਫਿਰ ਖਾਨ ਵਰਤ ਲਿਆ। ਆ ਜਿਹੜਾ ਕੈਫਾ ਖਾਨ ਹੈ ਨਾ, ਕੈਫਾ ਹੁੰਦੀ ਹੈ ਸ਼ਰਾਬ। ਦੁਰਮਤ ਦਾ ਜਿਹੜਾ ਧਾਰਨੀ ਸੀ ਕੈਫਾ ਖਾਨ, ਕੈਫਾ ਖਾਨ ਹੁੰਦਾ ਦੁਰਮਤ ਵੱਧ ਦੀ ਪੀਤੀ ਹੋਈ ਸੀ ਜਿਹਦੀ। ਕੈਫਾ ਹੁੰਦੀ ਹੈ ਸ਼ਰਾਬ। ਸ਼ਰਾਬ ਨੇ ਦੁਰਮਤ ਵਾਲੀ ਸ਼ਰਾਬ ਸੀ ਪੀਤੀ ਹੋਈ, ਗੁਰਮਤ ਨਾਲ ਤਾਂ ਜੰਗ ਹੋਈ ਹੈ ਇਹਦੀ। ਉਹਦੀ ਵੀ ਤਾਰੀਫ ਹੈ। ਐਡੀ ਦੁਰਮਤ ਦੀ ਤਕੜੀ ਇੱਥੇ ਤੱਕ ਲੈ ਗਈ ਲੜਾਈ ਕਿ ਮੁਕਤੀ ਮਿਲ ਗਈ। ਲੜਾਈ ਨਾਲੇ ਮੁਕਤੀ ਮਿਲ ਗਈ। ਜਿਹੜੀ ਲੜਾਈ ਨਾਲ ਮੁਕਤੀ ਮਿਲ ਜਵੇ, ਐਸੇ ਕੈਫਾ ਖਾਨ ਦੇ ਵੀ ਸ਼ਾਬਾਸ਼ ਹੈ। ਭਗਤੀ ਨਾਲ ਜਿਹੜੀ ਚੀਜ਼ ਮਿਲਦੀ, ਲੜਾਈ ਨੂੰ ਮਿਲ ਗਈ। ਇੱਕ ਭਗਤੀ ਕਰਕੇ ਲੈਂਦੇ ਨੇ ਮੁਕਤੀ, ਇੱਕ ਲੜ ਕੇ ਲੈਂਦੇ, ਐ ਮਿਲਦੀ ਹੈ ਲੜ ਕੇ ਮੁਕਤੀ। ਵਿਰੋਧ ਕਰ ਰਹੇ ਨੇ, ਸਮਝਾਉਣ ਵਾਲੇ ਨੂੰ ਆਉਣਾ ਪੈਂਦਾ। ਸਮਝਾਉਣ ਵਾਲਾ ਜਨਮ ਲੈਂਦਾ, ਆ ਕੇ ਘਰ ਆਉਂਦਾ। ਭਗਤੀ ਤਾਂ ਕੀਤੀ ਨਹੀਂ, ਕਰੀ ਕਰਾਈ ਮਿਲ ਗਈ। ਹਾਂਜੀ, ਸਦ ਰਹਿਮਤ ਤੁਰੇ ਨਾ ਜਾਣ ਕੋ, ਸਦ ਰਹਿਮਤ ਤੁਰੇ ਨ ਜਾਣ ਕੋ। ਜਿਹੜੇ ਘੋੜੇ ਨਚਾਏ ਦੋਹਾਂ ਨੇ ਆਪਣੇ ਆਪਣੇ ਜੰਗ ਦੇ ਵਿੱਚ, ਇਹ ਵੀ ਸਦ ਰਹਿਮਤ ਹੈ। ਇਹ ਵੀ ਹਾਂਜੀ। ਪੌੜੀ ਦੁਰਗਾ ਅਤੇ ਦਾਨਵੀ ਗਹਿ ਸੰਗਰ ਕੱਥੇ, ਦੁਰਗਾ ਅਤੇ ਦਾਨਵੀ ਗਏ ਸੰਗਰ ਕੱਥੇ। ਸੰਗਰ ਦੇ ਵਿੱਚ, ਲੜਾਈ ਦੇ ਵਿੱਚ ਗਹਿ ਗੱਚ ਲੜਾਈ ਸ਼ੁਰੂ ਕਰ ਲਈ। ਦੁਰਗਾ ਦਾਨਵਾਂ ਦੀ ਗਹਿ ਗੱਚ ਲੜਾਈ ਸ਼ੁਰੂ ਹੋ ਗਈ। ਔਰੜ ਉੱਠੇ ਸੂਰਮੇ ਆ ਡਾਹੇ ਮੱਥੇ, ਸੂਰਮੇ ਹੋਰ ਉੱਠੇ ਆ ਕੇ ਪਿੱਛੋਂ, ਹੋਰ ਹਲਾ ਮਾਰ ਲੋ ਕਰਕੇ ਹੋਰ ਆਏ। ਆ ਡਾਹੇ ਮੱਥੇ, ਚਾਹੇ ਡਿੱਗ ਪਿਆ ਉਹ, ਜੰਗ ਨਹੀਂ ਬੰਦ ਹੋਈ। ਪਰ ਜੰਗ ਨਹੀਂ ਬੰਦ ਹੋਈ, ਉਹ ਡਿੱਗ ਪਿਆ। ਉਹਨੇ ਗੱਲ ਸੁਣੀ, ਬਾਕੀਆਂ ਨੇ ਸੁਣੀ ਨਹੀਂ ਨਾ, ਪਿਛਲਿਆਂ ਨੇ। ਜਿਹਨੇ ਸੁਣੀ ਉਸਨੇ ਨਹੀਂ ਸੁਣੀ, ਜਿਹਨਾਂ ਨੇ ਨਹੀਂ ਸੁਣੀ ਉਹ ਆ ਗਏ। ਕੱਟ ਤੁਫੰਗੀ ਕਹਿ ਭਰੀ ਦਲ ਗਾਹੇ ਨਿਕੱਥੇ, ਦਲ ਗਾਹਾਂ ਨਿਕੱਥੇ।
ਕੱਟ ਤੁਫੰਗੀ ਕਹਿਬਰੀ, ਤੁਫੰਗ ਤੀਰ, ਕਹਿਬਰ ਹੱਥ ਦਾ ਸ਼ਸਤਰ ਹੁੰਦਾ ਇੱਕ, ਲੈ ਕੇ ਹੱਥਾਂ ਵਿੱਚ ਦਲ ਗਾਹੇ ਨਕੱਥੇ, ਦਲ ਗਾਹਾਂ ਨਿਕੱਥੇ, ਦਲਾਂ ਨੂੰ ਗਾਹ ਦਾਂਗੇ ਸਾਰਿਆਂ ਨੂੰ, ਤਹਿਸ ਨਹਿਸ ਕਰ ਦਾਂਗੇ ਜਿਹੜਾ ਮੂਹਰੇ ਆਊਗਾ। ਦਲ ਤਾਂ ਨਿਕਲੇ ਨੇ, ਨਿਕੱਥੇ ਨਿਕਲੇ ਨੇ, ਜੋ ਮੂਹਰੇ ਆਊ ਤਹਿਸ ਨਹਿਸ ਕਰ ਦਾਂਗੇ। ਲੋਚਨ ਧੂਮ ਪਤਾ ਕੀ ਕਹਿੰਦਾ? ਜਾਂ ਲੋਚਨ ਧੂਮ ਨੂੰ ਉੱਥੇ ਧੂਮਰ ਨੈਣ ਨੂੰ ਜਦ ਭੇਜਿਆ, ਉਹ ਜਿਹੜਾ ਸਬਈਆਂ ਵਾਲਾ ਚੰਡੀ ਚਰਿੱਤਰ ਹੈ, ਕਹਿੰਦਾ ਲੋਚਨ ਧੂਮ ਕਹੇ ਬਲ ਆਪਣੇ, ਮੈਂ ਆਪਣੀ ਸ਼ਕਤੀ ਨਾਲ ਸਵਾਸਨ ਸਾਤ ਪਹਾੜ ਉਡਾਊ। ਜੇ ਕਹਿੰਦਾ ਮੈਂ ਫੂਕ ਮਾਰਦਾ ਪਹਾੜ ਉੱਡ ਜੂ, ਜੋ ਮੈਂ ਬੋਲ ਦੂੰ ਨਾ ਮੂਹਰੇ ਫੂਕੇ ਨਾ ਮੁੱਕਾ ਗਿਆ ਬਾਉ ਮੇਰੇ ਵਗੇ ਤਾਂ ਪਹਾੜਾਂ ਜਿੱਡੇ ਜੋਧੇ ਵੀ ਉੱਡ ਜਾਂਦੇ ਨੇ। ਲੋਚਨ ਧੂਮ ਕਹੇ ਬਲ ਆਪਣੇ ਸਵਾਸਨ ਸਾਤ ਪਹਾੜ ਉਡਾਊ। ਹੁਣ ਦੱਸੋ ਸਾਹ ਲੈਣ ਨਾਲ ਪਹਾੜ ਕਿਵੇਂ ਉੱਡ ਜੂਗਾ? ਲੇਕਿਨ ਕਹੀ ਹੋਈ ਗੱਲ, ਇਹ ਸਭ ਗੱਲਾਂ ਸਭ ਬੁੱਝਣ ਵਾਲੀਆਂ ਨੇ। ਦੇਖਣ ਜੰਗ ਫਰੇਸ਼ਤੇ ਅਸਮਾਨੋਂ ਲੱਥੇ, ਦੇਖਣ ਜੰਗ ਫਰੇਸ਼ਤੇ ਅਸਮਾਨੋਂ ਰੱਖੇ, ਅਸਮਾਨ 'ਚ ਫਰੇਸ਼ਤੇ ਵੀ ਜੰਗ ਦੇਖ ਰਹੇ ਨੇ। ਇਹ ਜੰਗ ਹੋ ਰਹੀ ਹੈ। ਫਰਿਸ਼ਤੇ ਉਦੋਂ ਜੰਗ ਦੇਖਦੇ ਹੁੰਦੇ ਨੇ ਜਾਂ ਗਿਆਨ ਚਰਚਾ ਹੁੰਦੀ ਹੈ। ਆ ਦੂਈ ਲੜਾਈ ਨਹੀਂ ਦੇਖਦੇ ਫਰਿਸ਼ਤੇ, ਦੂਈ ਲੜਾਈ ਦੇਖਦੀ ਆ ਕਲਯੁਗਣ, ਭੈਰੋਂ ਭੂਤ ਉੱਥੇ ਹੁੰਦੇ ਨੇ ਜਿਹੜੀ ਸੰਸਾਰੀ ਲੜਾਈ ਹੈ। ਇੱਥੇ ਕੌਣ ਦੇਖ ਰਹੇ ਨੇ ਜੰਗ ਨੂੰ? ਇਹ ਫਰਿਸ਼ਤੇ ਦੇਖਦੇ ਨੇ। ਫਰਿਸ਼ਤੇ ਵੀ ਕੁਝ ਸਿੱਖਦੇ ਨੇ ਇੱਥੋਂ। ਫਰਿਸ਼ਤਾ ਮੌਤ ਦਾ ਨਹੀਂ ਹੁੰਦਾ। ਦੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ। ਫਰਿਸ਼ਤਾ ਇਸ ਜੰਗ ਨੂੰ ਦੇਖਦਾ, ਗਿਆਨ ਚਰਚਾ ਵਾਲੀ ਨੂੰ ਉਹਨੂੰ ਨਹੀਂ ਦੇਖਦਾ। ਉੱਥੇ ਤਾਂ ਗਿਰਜਾਂ ਫਿਰਦੀਆਂ ਹੁੰਦੀਆਂ ਨੇ, ਅਸਮਾਨ ਚੁੜਦੀਆਂ। ਉੱਥੇ ਭੈਰੋਂ ਭੂਤ ਸੀਤਲਾ ਧਾਵਾ ਹੈ, ਉੱਥੇ ਕਾਲੀ ਦਾ ਪਹਿਰਾ ਹੁੰਦਾ ਹੈ, ਫਰਿਸ਼ਤੇ ਨਹੀਂ ਹੁੰਦੇ ਉੱਥੇ। ਹਾਂਜੀ, ਦੇਖ ਰਹੇ ਨੇ ਮੌਤ ਦੇ ਫਰਿਸ਼ਤੇ ਵੀ ਦੇਖ ਰਹੇ ਨੇ। ਕਿਉਂ? ਉਹਨਾਂ ਨੇ ਫਰਿਸ਼ਤੇ ਮੌਤ ਦੇ ਤੋਂ ਅੱਕੀ ਹੋ ਜਾਣੇ ਸਾਰਿਆਂ ਨੇ। ਮੌਤ ਦੇ ਫਰਿਸ਼ਤੇ ਤੋਂ ਬੇਕਾਬੂ ਨੇ ਸਾਰੇ ਹੋ ਜਾਣਾ ਇਹਨਾਂ ਨੇ। ਹਾਂਜੀ, ਪੌੜੀ ਦੋਹਾਂ ਕਨਾਰਾ ਮੂੰਹ ਜੁੜੇ ਦਲ ਘੁਰੇ ਨਗਾਰੇ, ਦੋਹਾਂ ਕਨਾਰਾ ਮੂੰਹ ਜੁੜੇ ਦਲ ਘੁਰੇ ਨਗਾਰੇ, ਦਲ ਘੁਰੇ ਨਗਾਰੇ। ਦਲਾਂ ਦੇ ਚ ਸ਼ਬਦ ਬਣਨ ਸ਼ੁਰੂ ਹੋ ਗਏ। ਓਰੜਾਏ ਸੂਰਮੇ ਸਰਦਾਰ ਰਣਿਆਰੇ, ਅਣਿਆਰੇ ਰਣਿਆਰੇ ਸੂਰਮੇ ਆਗੇ ਚੜ ਕੇ ਸਰਦਾਰ ਜਿਹੜੇ ਸੀ ਰਣ ਕਰਨ ਵਾਲੇ, ਰਣ ਦੇ ਵਿੱਚ ਜੁਟਣ ਵਾਲੇ। ਰਣਿਆਰੇ ਅਣਿਆਰੇ, ਰਣਿਆਰੇ ਰਣਿਆਰੇ ਲੈ ਕੇ ਤੇਗਾਂ ਪਰਚੀਆਂ ਹਥਿਆਰ ਉਭਾਰੇ। ਉੱਤੇ ਅਣਿਆਰੇ ਅਣਖੀ ਸੂਰਮੇ। ਅਣਿਆਰੇ ਕਈ ਪਾਠ ਅੰਤਰ ਹੈ, ਅੱਗੇ ਅਣਿਆਰੇ ਪੜਿਆ ਹੈ, ਇੱਥੇ ਰਣਿਆਰੇ ਲਿਖਿਆ ਹੈ। ਅਣਿਆਰੇ ਹੀ ਚਾਹੀਦਾ, ਅਣਖੀ ਸੀ, ਅਣਖ ਵਾਲੇ ਸੀ ਜਿਹੜੇ। ਹਾਂ, ਲੈ ਕੇ ਤੇਗਾਂ ਪਰਚੀਆਂ ਹਥਿਆਰ ਉਭਾਰੇ, ਟੇਕਾਂ ਔਰ ਬਰਸ਼ੀਆਂ ਹੱਥਾਂ 'ਚ ਫੜੀਆਂ ਹੋਈਆਂ ਨੇ, ਹਥਿਆਰ ਚੁੱਕ ਲਏ ਆਪਣੇ ਆਪਣੇ। ਹਾਂ, ਟੋਪ ਪਟੇਲਾ ਪਾਖਰਾ ਗਲ ਸੰਜ ਸਵਾਰੇ, ਸਿਰ ਤੇ ਟੋਪ ਹੈ, ਪਟੇਲਾ ਪਾਇਆ ਹੋਇਆ। ਪਟੇਲਾ ਵੀ ਮੋਢਿਆਂ ਦਾ ਹੋਈ ਹੈ, ਪਾਖਰਾ ਗਲ ਸੰਜ ਸਵਾਰੇ, ਪਾਖੜਾ ਪਾਇਆ ਹੋਇਆ ਘੋੜੇ ਦੇ ਉੱਤੇ, ਗਲ ਸੰਜ ਸਵਾਰੇ। ਗਲੇ ਦੇ ਵਿੱਚ ਸੰਜੋ ਹੈ, ਉਹ ਸਵਾਰ ਰਿਹਾ। ਲੈ ਕੇ ਟੋਪ ਬਰਛੀ, ਪਟੇਲਾ ਉਹਦੇ ਹੈ, ਸੰਜੋ ਗਲ 'ਚ ਪਾਈ ਹੋਈ ਹੈ, ਪਾਖੜਾ ਘੋੜੇ ਤੇ ਪਾਇਆ ਹੈ। ਹਾਂ, ਲੈ ਕੇ ਬਰਛੀ ਦੁਰਗ ਸ਼ਾਹ ਬਹੁ ਦਾਨਵ ਮਾਰੇ, ਲੈ ਕੇ ਬਰਸ਼ੀ ਦੁਰਗ ਸਾਹਿਬ ਉਹ ਦਾਨੋ ਮਾਰੇ। ਬਰਸ਼ੀ ਨਾਲ ਬਹੁਤ ਸਾਰੇ ਦਾਨੋ ਮਾਰ ਦਿੱਤੇ। ਚੜੇ ਰਥੀ ਗਜ ਘੋੜੀ ਮਾਰ ਭੋਏ ਤੇ ਡਾਰੇ, ਚੜੇ ਰਥੀ, ਰਥਾਂ ਤੇ ਚੜੇ ਤੇ, ਗਜ ਘੋੜੇ। ਹਾਥੀਆਂ ਤੇ ਚੜੇ ਤੇ, ਘੋੜਿਆਂ ਤੇ ਚੜੇ ਤੇ, ਮਾਰ ਕੇ ਭੁੱਲਦੇ ਸੜਤੇ। ਜਨ ਹਲਵਾਈ ਸੀਖ ਨਾਲ ਬਿਨ ਵੜੇ ਉਤਾਰੇ। ਐ ਬਰਸ਼ੀਆਂ ਨਾਲ ਪਰੋਏ ਨੇ ਜਿਵੇਂ ਇੱਕ ਸੀਖ ਨਾਲ ਹਲਵਾਈ ਉਹ ਹੁੰਦੇ ਨੇ ਬੜੇ, ਉਹਦੇ ਚ ਜਿਵੇਂ ਕੋਫਤੇ ਕਹਿੰਦੇ ਨੇ, ਪਕਾਏ ਨਾ ਹਲਵਾਈ ਨੇ, ਸੀਖਾਂ ਚ ਪਰੋ ਕੱਢੇ ਨੇ, ਐ ਬੰਨਤੇ। ਬਿਨ ਬੜੇ ਉਤਾਰੇ, ਪਾਸੇ ਰੱਖ ਲੈ। ਪੌੜੀ ਦੋਹਾਂ ਕੰਧਾਰਾ ਮੂੰਹ ਜੁੜੇ ਨਾਲ ਧੌਸਾ ਭਾਰੀ, ਦੋਹਾਂ ਕੰਧਾਰਾਂ ਮੂੰਹ ਜੁੜੇ, ਦੋ ਕੰਧਾਰਾਂ ਦੇ ਫਿਰ ਜੁੜ ਗਏ ਮੂੰਹ ਨਾਲ। ਧੌਂਸਾ ਭਾਰੀ, ਭਾਰੀ ਧੌਂਸਾ ਵੱਜਿਆ। ਲਈ ਭਗਉਤੀ ਦੁਰਗ ਸ਼ਾਹ ਵਰ ਜਾਗਣ ਭਾਰੀ, ਲਈ ਭਗਉਤੀ ਦੁਰਗ ਸਾਹਿਬ ਵਰ ਜਾਗਣ ਭਾਰੀ। ਵਰ ਜਾਗਣ ਭਾਰੀ, ਵਰ ਜਾਗਣ ਭਾਰੀ ਬਹੁਤ ਇੰਪੋਰਟੈਂਟ ਹੈ। ਭਗਉਤੀ ਜਿਹੜੀ ਲਈ ਹੈ ਕੀ ਹੈ? ਵਰ ਕੀ ਦਿੰਦੀ ਹੈ? ਜਗਾ ਦਿੰਦੀ ਹੈ ਸੁੱਤੇ ਨੂੰ। ਵਰ ਜਾਗਣ ਭਾਰੀ। ਇਹ ਜਗਾਉਣ ਵਾਲੀ ਹੈ।
ਸੁੱਤੇ ਪਏ ਨੇ ਸਾਰੇ, ਉਹ ਸੁੱਤੇ ਤੇ ਜਿਹੜੇ ਲੜਨ ਆਏ ਨੇ ਜਗਾ ਕੇ ਘਰ ਨੂੰ ਭੇਜ ਦੇਣ। ਹੁਣ ਦੱਸੋ ਇਹ ਕਿਹੜੀ ਹੈ ਭਗਉਤੀ? ਇਹ ਵਰ ਜਾਗਣ ਭਾਰੀ ਦੱਸਣ ਕਿਹੜੀ ਭਗਉਤੀ ਹੁੰਦੀ ਹੈ? ਇਹ ਹੈ ਮੱਤੀ ਦੇਵੀ ਦੇਵਰ ਜੇਸ਼ਟ, ਇਹ ਵਰਦਾਨ ਦੇਣ ਵਾਲੀ ਹੈ। ਇਹ ਦੇਵੀ ਇਹੀ ਹੈ ਗੁਰਮਤ ਜਿਹੜੀ ਰੂਪੀ ਦੇਵੀ, ਇਹ ਵਰਦਾਨ ਦੇਣ ਵਾਲੀ ਹੈ। ਵਰਦਾਨ ਕੀ ਦਿੰਦੀ ਹੈ? ਜਗਾ ਦਿੰਦੀ ਹੈ। ਜਾ ਕੇ ਕੀ ਹੋ ਜਾਂਦਾ? ਅਵਿਨਾਸ਼ੀ ਰਾਜ ਮਿਲ ਜਾਂਦਾ। ਸੁਪਨਾ ਹੀ ਦੇਖ ਰਿਹਾ ਹੈ, ਸੁਪਨੇ 'ਚ ਕੀ ਹੈ? ਸੰਸਾਰ 'ਚ ਹੈ ਜਾਂ ਜਾਗਦਾ ਫਿਰ ਕੀ ਹੁੰਦਾ? ਨਰਪਤੇ ਇੱਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਭਿਖਾਰੀ ਤਾਂ ਸੁਪਨੇ ਖਾਤਾ ਰਹਿ ਜਾਣੇ, ਜਾਗਣੇ ਦਾ ਤਖਤ ਤੇ ਬੈਠਾ। ਇਹ ਉਹ ਦੇਵੀ ਹੈ। ਇਹ ਤਲਵਾਰ ਮਾਰਦੀ ਹੈ ਜਗਾਉਣ ਵਾਸਤੇ, ਮਾਰੀ ਦੀ ਹੈ, ਮਾਰਨ ਵਾਸਤੇ ਨਹੀਂ ਮਾਰੀ ਦੀ ਹੁੰਦੀ, ਜਗਾਉਣ ਵਾਸਤੇ ਮਾਰੀ ਦੀ। ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ। ਲਾਈ ਰਾਜੇ ਸੁੰਭ ਨੂੰ, ਲਾਈ ਹੈ, ਮਾਰੀ ਨਹੀਂ ਹੈ। ਐ ਟੱਚੇ ਕੀਤੀ ਹੈ, ਸਪਰਸ਼ ਕੀਤਾ ਹੈ, ਲੋਭ ਰਤ ਸਾਰੀ ਉਹ ਖਿੱਚ ਲਈ ਪਿਆਰੀ। ਪਿਆਰ ਪੀ ਗਈ, ਸਾਰੀ ਲੋਭ ਰਤ ਖਿੱਚ ਲਈ। ਐਸੀ ਉਹਨੇ ਟੱਚ ਕੀਤਾ, ਸਪਰਸ਼ ਕੀਤਾ, ਸਾਰੀ ਲੋਭ ਰਤ ਖਿੱਚ ਲਈ। ਰਤ ਪੀਏ ਪਿਆਰੀ, ਪੀ ਗਈ, ਖਿੱਚ ਲਈ ਨਾ। ਜੋਕ ਜਿਵੇਂ ਲੱਗ ਜਾਂਦੀ ਹੈ ਖਿੱਚ ਲੈਂਦੀ ਹੈ ਰਤ। ਰਤ ਪੀਏ ਪਿਆਰੀ, ਸੁੰਭ ਪਲਾਣੋਂ ਡਿੱਗਿਆ ਉਪਮਾ ਵਿਚਾਰੀ। ਬਸ ਜਿਹੜੇ ਪਲਾਨ ਤੇ ਬੈਠਾ ਸੀ ਨਾ, ਲੜਨ ਆਇਆ ਡਿੱਗ ਪਿਆ। ਜਾਂ ਰੱਤੇ ਨਹੀਂ ਰਹੀ ਵਿੱਚ, ਉਪਮਾ ਵਿਚਾਰੀ। ਕਹਿੰਦੇ ਇਹੋ ਜਿਹੀ ਉਪਮਾ ਅਸੀਂ ਵਿਚਾਰੀ ਆ ਵੀ ਹੁਣ ਉਹਨੂੰ ਕੀ ਉਪਮਾ ਦਈਏ? ਕਿਵੇਂ ਡਿੱਗਿਆ ਉਹ? ਕਿਹਦੇ ਨਾਲ ਉਹਨੂੰ ਤੁਹਾਨੂੰ ਕੰਪੈਰੀਜ਼ਨ ਕਰਕੇ ਦੱਸੀਏ। ਹਾਂ, ਡੁੱਬ ਰਤੂ ਨਾਲੋਂ ਨਿਕਲੀ ਬਰਛੀ ਦੂ ਧਾਰੀ। ਦੇਖੋ ਮਾਰੀ ਤਲਵਾਰ ਹੈ, ਨਿਕਲਦੀ ਬਰਛੀ ਹੈ, ਉਹ ਵੀ ਦੋ ਧਾਰੀ। ਲਾਈ ਤਲਵਾਰ ਹੈ, ਨਿਕਲੀ ਬਰਛੀ ਹੈ, ਰਾਤ ਨੂੰ ਭਿੱਜੀ ਹੋਈ। ਕੀ ਗੱਲ ਹੈ? ਬਸ ਇਹੀ ਗੱਲ ਹੈ ਬੁੱਝਣ ਵਾਲੀ। ਨਾ ਤਲਵਾਰ ਹੈ ਨਾ ਬਰਛੀ ਹੈ, ਗੁਰਮਤ ਹੈ। ਜੇ ਤਲਵਾਰ ਹੈ ਨਾ ਬਰਛੀ ਹੈ, ਇੱਥੇ ਅੱਗ ਬਰਛੀ ਬਣ ਗਈ। ਉਹ ਤਲਵਾਰ ਹੈ, ਬਾਅਦ ਚ ਬਰਛੀ ਹੈ। ਇਹੀ ਜਗਾ ਰਹੀ ਹੈ, ਇਹੀ ਜਗਾਉਣ ਵਾਲੀ ਗੱਲ ਸੀ। ਜਿਹੜਾ ਜਾਗ ਗਿਆ ਉਹਨੇ ਬੁੱਝ ਲਈ, ਜਿਹੜਾ ਨਹੀਂ ਜਾਗਿਆ ਨਹੀਂ ਬੁੱਝੀ। ਸੁੱਤੇ ਪਏ ਪੜਦੇ ਨੇ ਵਿਚਾਰੇ। ਡੁੱਬ ਰਤ ਨਾਲ ਨਿਕਲੀ ਬਰਛੀ ਦੋ ਧਾਰੀ। ਕਿਵੇਂ ਨਿਕਲੀ? ਜਾਣ ਰਜਾਦੀ ਉਤਰੀ ਪੈਰ ਸੂਈ ਸਾੜੀ। ਜਿਵੇਂ ਰਾਜੇ ਦੀ ਲੜਕੀ, ਰਜਾਦੀ ਦਾ ਰਾਜੇ ਦੀ ਲੜਕੀ, ਸੂਈ ਸਾੜੀ ਪਹਿਨ ਕੇ ਮਹਿਲਾਂ 'ਚ ਉਤਰੀ ਹੈ, ਐ ਨਿਕਲੀ ਬਰਛੀ। ਜਾਣ ਰਜਾਦੀ ਉਤਰੀ ਪੈਣ ਸੂਹੀ ਸਾੜੀ। ਲਾਲ ਰੰਗ ਦੀ ਸਾੜੀ ਪਹਿਨ ਕੇ ਜਿਵੇਂ ਉਤਰੀ ਹੈ ਨਾ ਮਹਿਲਾਂ 'ਚੋਂ, ਐ ਬਰਛੀ ਦਾ ਰੰਗ ਸੀ। ਬਰਛੀ ਇਹ ਜੀ ਸੀ, ਰਾਜੇ ਦੀ ਲੜਕੀ ਦੇ ਨਾਲ ਬਰਛੀ ਦਾ ਰੰਗ ਕਹਿਤਾ ਰਜਾਦੀ। ਰਾਜਕੁਮਾਰੀ ਕੋਈ ਸੂਹੀ ਸਾੜੀ ਪਹਿਨ ਕੇ ਜਿਵੇਂ ਉਤਰੀ ਹੋਵੇ। ਹੁਣ ਉਹਦੀ ਸੂਹੀ ਸਾੜੀ, ਗਰੀਬ ਦੀ ਸੂਹੀ ਸਾੜੀ, ਰੰਗ ਤਾਂ ਲਾਲ ਹਰੇਕ ਦੇ ਲੂ। ਪਰ ਜਿਹੋ ਜਿਹਾ ਉਸ ਰਾਜੇ ਦੀ ਲੜਕੀ ਦੇ ਸਾੜੀ ਦਾ ਸਤਾਰੇ ਲੱਗਿਆ ਹੋਊ ਨਾ ਗੋਟਾ ਚਮਕ, ਉਹ ਨਹੀਂ ਹੋਣੀ। ਰਾਜੇ ਦੀ ਲੜਕੀ ਦੀ ਸੂਈ ਸਾੜੀ ਤਾਂ ਕਿਹਾ। ਉਹ ਜਿਹੜੇ ਹੀਰੇ ਜੜੇ ਹੋਣੇ ਨੇ, ਉਹ ਚਮਕ ਹੋਣੀ ਹੈ, ਉਹ ਲਿਸ਼ਕ ਹੋਣੀ ਹੈ, ਉਹ ਗੁਰਮਤ 'ਚ ਹੈ। ਗਰੀਬ ਦੀ ਵੀ ਤਾਂ ਲਾਲੇ ਹੁੰਦੀ ਹੈ, ਚਮਕ ਨਹੀਂ ਹੁੰਦੀ ਉਹ 'ਚ, ਉਹ ਗੱਲ ਨਹੀਂ ਹੁੰਦੀ। ਕੌਣ ਨਹੀਂ ਦਿਸਦੇ ਉਹਦੇ 'ਚ। ਹਾਂ,